के सेकंड मॉर्गेज या फिर होवे लोन, सोचो न बस बिल्कुल भी हुणे मिलाओ फोन। 416 621 1300, 416 621 1300। ओ लास्ट मिनट क्लोजिंग डिफिकल्ट डील्स सब दा इत्थे हल, सोची की जाना है हुणे भी अकाल मॉर्गेजेस चल। अकाल हुणे कॉल करो 416 621 1300। License number 10845. Independently owned and operated. अकाल 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 मॉर्गेजेस। ਅੰਟਾਰੀਓ ਭਰ ਵਿੱਚ ਲੱਖਾਂ ਲੋਕਾਂ ਦੇ ਕੋਵਿਡ-19 ਦੇ ਵੈਕਸੀਨ ਲੱਗ ਚੁੱਕੇ ਹਨ। ਹੈਲਥ ਕੈਨੇਡਾ ਵੱਲੋਂ ਪ੍ਰਵਾਨਿਤ ਵੈਕਸੀਨ ਹਸਪਤਾਲਾਂ, ਡਾਕਟਰਾਂ ਦੇ ਦਫ਼ਤਰਾਂ, ਫਾਰਮੇਸੀਆਂ ਅਤੇ ਵੈਕਸੀਨ ਲਾਉਣ ਵਾਲੀਆਂ ਜਨਤਕ ਥਾਵਾਂ ਤੇ ਉਪਲਬਧ ਹੈ। ਆਪਣਾ ਯੋਗਦਾਨ ਪਾਓ, ਆਪਣਾ ਵੈਕਸੀਨ ਲਗਵਾਓ। ontario.ca/book ਵੈਕਸੀਨ ਤੇ ਜਾਓ ਜਾਂ 300 ਬੋਲੀਆਂ ਵਿੱਚ ਸਹਾਇਤਾ ਲਈ 1-888-999-6488 ਤੇ ਕਾਲ ਕਰੋ। ਇਸ ਦੀ ਅਦਾਇਗੀ ontario ਸਰਕਾਰ ਵੱਲੋਂ ਕੀਤੀ ਗਈ। You're listening to CIRF 1350 AM Brampton, Radio Humsafar. Radio Humsafar, Radio Humsafar. ਵੇਖ ਲੈ ਨਜ਼ਰ ਇੱਕ ਸਾਡੇ ਵੱਲ ਵੀ, ਤੇਰਿਆਂ ਰਾਹਾਂ ਦੇ ਵਿੱਚ ਰੋਜ਼ ਆਉਂਦਿਆਂ। ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ, ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਸਾਰਿਆਂ ਦਾ ਆਪਣਾ ਕੰਠ ਕਲੇਰ ਤੇ ਤੁਸੀਂ ਸੁਣ ਰਹੇ ਹੋ ਜੀ ਵੌਇਸ ਆਫ ਰੀਅਲ ਸਟੇਟ ਵਿਦ ਰਾਕੇਸ਼ ਸ਼ਰਮਾ। ਜੇਕਰ ਤੁਸੀਂ ਐਸੀ ਰੀਅਲ ਸਟੇਟ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦੇ ਜੇ ਜਿੱਥੇ 17 ਸਾਲ ਦੇ ਤਜਰਬਾਕਾਰ ਤੇ ਮਾਹਿਰ ਬ੍ਰੋਕਰ ਆਫ ਰੈਕੋਰਡ ਰਾਕੇਸ਼ ਸ਼ਰਮਾ ਜੀ ਤੁਹਾਨੂੰ ਪੂਰੀ ਟ੍ਰੇਨਿੰਗ ਦੇਣ ਤੇ ਸਟਨ ਗਰੁੱਪ ਜੁਆਇਨ ਕਰੋ। ਹਾਂਜੀ, ਤੁਸੀਂ ਨਵੇਂ ਰੀਅਲਟਰ ਹੋ ਜਾਂ ਐਕਸਪੀਰੀਅੰਸਡ, ਤੁਸੀਂ ਸਾਨੂੰ ਜੁਆਇਨ ਕਰੋ। ਪ੍ਰੋਫੈਸ਼ਨਲ এনवायरमेंट ਵਿੱਚ ਐਜ਼ ਅ ਰੀਅਲਟਰ ਵਧੀਆ ਕੈਰੀਅਰ ਬਣਾਓ। ਸਟਨ ਗਰੁੱਪ ਦੇ ਰਾਕੇਸ਼ ਸ਼ਰਮਾ ਜੀ ਨਾਲ ਹੁਣੇ ਹੀ ਗੱਲ ਕਰੋ। 416 823 9505 416 823 9505। सफर की हद वहां तक के कुछ निशान रहे, सफर की हद है वहां तक के कुछ निशान रहे। चले चलो कि जहां तक जे आसमां रहे, चले चलो कि जहां तक जे आसमां रहे। जे क्या उठाए कदम और आ गई मंजिल, जे क्या उठाए कदम और आ गई मंजिल। मज़ा तो तब है कि पैरों में कुछ थकान रहे, कि पैरों में कुछ थकान रहे। और आज जन्माष्टमी, श्री कृष्ण जी का जन्मदिन, और सारिਆਂ ਨੂੰ, ਸਾਰੇ ਲੋਕਾਈ ਨੂੰ, ਸਾਰਿਆਂ ਭੈਣ ਭਰਾਵਾਂ ਨੂੰ ਆਪਣੇ ਕ੍ਰਿਸ਼ਨ ਜੀ ਜਨਮਾਸ਼ਟਮੀ ਦੀ ਬਹੁਤ ਬਹੁਤ ਵਧਾਈਆਂ। ਅਸੀਂ ਕੁਝ ਖਾਸ ਭਜਨ ਉਹਨਾਂ ਲਈ ਲੈ ਕੇ ਆਏ ਹਾਂ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਵੌਇਸ ਆਫ ਰੀਅਲ ਸਟੇਟ ਤੇ ਅਸੀਂ ਸਾਡੀ ਸਾਰੀ ਟੀਮ ਇੱਥੇ ਪਹੁੰਚ ਚੁੱਕੀ ਹੈ ਔਰ ਤੁਹਾਡੇ ਲਈ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ। ਸੰਡੇ ਦੀ ਦੁਪਹਿਰ 12 ਤੋਂ 1 ਵਜੇ ਤੱਕ ਸਾਰਿਆਂ ਦਾ, ਸਰੋਤਿਆਂ ਦਾ ਸਾਥ ਬਣਿਆ ਰਹੇਗਾ ਔਰ ਬਹੁਤ ਹੀ ਵਧੀਆ ਇਹਦੇ ਵਿੱਚ ਤੁਹਾਡੀ ਰੀਅਲ ਸਟੇਟ ਦੇ ਬਾਰੇ ਜਾਣਕਾਰੀ, ਜਿਹੜੇ ਅੱਜ ਸਾਡੇ ਨਾਲ ਮੌਰਗੇਜ ਬ੍ਰੋਕਰ ਵੀ ਹੋਣਗੇ, ਤੁਹਾਡੇ ਕੁਐਸਚਨ ਆਨਸਰਸ, ਕੋਈ ਮੌਰਗੇਜ ਬ੍ਰੋਕਰ ਸੰਬੰਧੀ, ਜਿੱਦਾਂ ਕੋਈ ਮੌਰਗੇਜ ਲੈਣੀ ਆ ਉਹਦੇ ਸੰਬੰਧੀ ਤੇ ਵਧੀਆ ਤੁਹਾਡੇ ਨਾਲ ਡਿਸਕਸ ਕੀਤੀ ਜਾਏਗੀ। ਔਰ ਟੌਪਿਕ ਅੱਜ ਦਾ ਵੀ ਸਾਡਾ ਜਿਹੜਾ ਰਹੇਗਾ ਕਿ ਹੋਊਗਾ ਜਿਹੜਾ 6 ਥਿੰਗਸ ਯੂ ਨੀਡ ਟੂ ਨੋ ਬਿਫੋਰ ਬਾਇੰਗ ਏ ਹੋਮ। ਜਿਹੜੀਆਂ 6 ਚੀਜ਼ਾਂ ਜਿਹੜੀਆਂ ਕਿਹੜੀਆਂ ਤੁਹਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਘਰ ਲੈਣ ਤੋਂ ਪਹਿਲਾਂ, ਉਹਦੇ ਤੇ ਪੂਰੀ ਡਿਸਕਸ਼ਨ ਹੋਏਗੀ। ਔਰ ਸਾਡੇ ਵਿੱਚ ਮਾਰਕੀਟ ਸਟੈਟਸ ਦੀ ਗੱਲਬਾਤ ਹੋਏਗੀ ਔਰ ਕਰੰਟ ਜੋ ਸਾਡੇ ਇਲੈਕਸ਼ਨਸ, ਫੈਡਰਲ ਇਲੈਕਸ਼ਨ ਚੱਲ ਰਹੀਆਂ, ਉਹਦੇ ਬਾਰੇ ਆਪਾਂ ਸਰੋਤਿਆਂ ਦੇ ਵਿਊ ਲਵਾਂਗੇ ਤੇ ਉਹ ਕਿਸ ਤਰ੍ਹਾਂ ਕਿਸ ਨੂੰ ਲਿਆਉਣਾ ਚਾਹੁੰਦੇ ਆ ਤੇ ਉਹਨਾਂ ਦੀ ਜਿਹੜੀ ਵੀ ਆ ਕਲਾਇੰਟਸ ਦੇ ਆਪਣੇ ਸਰੋਤਿਆਂ ਦੇ ਆਪਾਂ ਏਅਰ ਤੇ ਉਹਨਾਂ ਨੂੰ ਲਿਆਵਾਂਗੇ ਤਾਂ ਉਹ ਇਹਦੇ ਬਾਰੇ ਦੱਸ ਸਕਦੇ ਹੈਗੇ ਆ। ਤੇ ਆਪਣੀਆਂ ਕੁਝ ਲਿਸਟਿੰਗਸ ਸਰੋਤਿਆਂ ਨਾਲ ਅਸੀਂ ਜਿਹੜੀਆਂ ਸੈਟਨ ਗਰੁੱਪ ਦੀਆਂ ਸਾਂਝੀਆਂ ਕਰਾਂਗੇ, ਸੈਟਨ ਗਰੁੱਪ ਦੀ ਹਾਇਰਿੰਗ ਔਰ ਆਫਿਸ ਬਾਰੇ ਸਾਰਾ ਕੁਝ ਫੁੱਲ ਡਿਟੇਲ ਦੇਵਾਂਗੇ। ਤੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਤੇ ਨਾਲ ਸਾਡੇ ਹੁਣ ਸੰਘਾ ਸਾਹਿਬ ਜੀ। ਔਕੜਾਂ ਦੇਖ ਕੇ ਭੱਜ ਜਾਣਾ ਬਹੁਤ ਆਸਾਨ ਹੈ, ਹਰ ਮੋੜ ਤੇ ਜ਼ਿੰਦਗੀ ਦਾ ਇਮਤਿਹਾਨ ਹੈ। ਡਰ ਕੇ ਭੱਜਣ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਇੱਥੇ, ਹਾਲਾਤਾਂ ਨਾਲ ਜੂਝਣ ਵਾਲਿਆਂ ਲਈ ਪੈਰਾਂ ਹੇਠ ਜਹਾਨ ਹੈ। ਦੋਸਤੋ, ਵੌਇਸ ਆਫ ਰੀਅਲ ਸਟੇਟ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਤਰ੍ਹਾਂ ਤੁਸੀਂ ਹਰ ਸੰਡੇ ਰੇਡੀਓ ਵੌਇਸ ਆਫ ਰੀਅਲ ਸਟੇਟ ਸੁਣਦੇ ਆ ਤੇ ਇਹਦੇ ਵਿੱਚ ਤੁਸੀਂ ਭਰਪੂਰ ਜਾਣਕਾਰੀ ਜਿਹੜੀ ਆ ਸਾਡੇ ਰੀਅਲ ਸਟੇਟ ਸੰਬੰਧੀ ਵੀ ਸੁਣਦੇ ਆ। ਹੋਰ ਵੀ ਤੁਹਾਡੇ ਜਿਹੜੀਆਂ ਲਾਗੇ ਛਾਗੇ ਦੀਆਂ ਗੱਲਾਂ ਬਾਤਾਂ ਉਹ ਵੀ ਆਪਾਂ ਸਾਂਝੀਆਂ ਕਰਦੇ ਆ। ਦੋਸਤੋ, 29 ਅਗਸਤ 14 ਭਾਦੋ ਵਿੱਚ ਆਪ ਸਭ ਦਾ ਸਵਾਗਤ ਆ।
905 601 1350 ਤੇ ਤੁਸੀਂ ਕਾਲ ਕਰਨੀ ਹੈ। ਕੁਛ ਆਪਾਂ ਲੋਕਲ ਮੁੱਦਿਆਂ ਤੇ ਵੀ ਗੱਲ ਕਰਾਂਗੇ, ਰੀਅਲ ਸਟੇਟ ਸੰਬੰਧੀ ਵੀ ਗੱਲਬਾਤ ਹੋਵੇਗੀ। ਜੋ ਇਲੈਕਸ਼ਨ ਅਨਾਉਂਸ ਹੋਏ ਨੇ ਅਣਚਾਹੇ, ਉਹਨਾਂ ਤੇ ਵੀ ਆਪਾਂ ਤੁਹਾਡੇ ਵਿਚਾਰ ਲਵਾਂਗੇ ਤੇ ਤੁਸੀਂ ਕੀ ਸੋਚਦੇ ਆ ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਜਨਮ ਅਸ਼ਟਮੀ ਜਿਸ ਤਰ੍ਹਾਂ ਤੇ ਆਪਾਂ ਸਾਡੀ ਟੀਮ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਚੁੱਕੀਆਂ ਨੇ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਸ਼ਬਦ ਤੋਂ ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਲਗਾਤਾਰ ਜਾਰੀ ਰੱਖਾਂਗੇ। श्री कृष्ण गोविंद हरे मुरारे, हे नाथ नारायण वासुदेव। श्री कृष्ण गोविंद हरे मुरारे, हे नाथ नारायण वासुदेव। श्री कृष्ण गोविंद हरे मुरारे, हे नाथ नारायण वासुदेव। श्री कृष्ण गोविंद हरे मुरारे, हे नाथ नारायण वासुदेव। मूकं करोति वाचिलं, पङ्गुलङ्घ्यते गिरं, यत्कृपातमहं वन्दे परमानन्दमाधवम्। श्रीकृष्ण गोविन्द हरे मुरारे, हे नाथ नारायण वासुदेव। श्री कृष्ण गोविंद हरे मुरारे, हे नाथ नारायण वासुदेव। श्री कृष्ण गोविंद हरे मुरारे, हे नाथ नारायण वासुदेव। श्री कृष्ण गोविंद हरे मुरारे, हे नाथ नारायण वासुदेव। श्री कृष्ण गोविंद हरे मुरारे, हे नाथ नारायण वासुदेव। श्री कृष्ण गोविंद ਦੋਸਤੋ ਤੁਸੀਂ ਸੁਣਦੇ ਜਾ ਰਹੇ ਹੋ ਰੇਡੀਓ ਵੌਇਸ ਆਫ ਰੀਅਲ ਸਟੇਟ। ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਆ ਦੋਸਤੋ। ਪ੍ਰੋਗਰਾਮ ਦੇ ਵਿੱਚ 905 601 1350 ਤੇ ਤੁਸੀਂ ਕਾਲ ਕਰਨੀ ਆ। ਇਲੈਕਸ਼ਨ ਮੁੱਦਾ ਅੱਜ ਹੋਵੇਗਾ। ਇਲੈਕਸ਼ਨ ਮੁੱਦਾ ਅਣਚਾਹਾ ਜੋ ਐਲਾਨ ਹੋਇਆ ਇਲੈਕਸ਼ਨ ਦਾ, ਤੁਸੀਂ ਕੀ ਸੋਚਦੇ ਹੋ ਤੇ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇਣੇ। ਤੁਸੀਂ ਕੀ ਡਿਸਾਈਡ ਕਰ ਰਹੇ ਹੋ, ਕਿਸ ਤਰ੍ਹਾਂ ਕਿਹੜੀ ਪਾਰਟੀ ਨੂੰ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ, ਕੀ ਤੁਸੀਂ ਪਾਰਟੀ ਦੇਖਦੇ ਹੋ ਜਾਂ ਜੇ ਜਿਹੜੇ ਤੁਹਾਡੇ ਲੋਕਲ ਨੇ ਤੁਸੀਂ ਉਹਨਾਂ ਦੇ ਕੰਮਕਾਰ ਦੇਖਦੇ ਹੋ। ਜ਼ਰੂਰ ਆਪਣੇ ਵਿਚਾਰ ਤੁਸੀਂ ਦੇਣੇ ਆ ਕਿਉਂਕਿ ਹੁਣ 20 ਸਤੰਬਰ ਨੂੰ ਫਿਰ ਦੁਬਾਰਾ ਕਹਿ ਸਕਦੇ ਆ ਅਣਚਾਹਾ ਐਲਾਨ ਜੋ ਹੋਇਆ ਉਹਦੇ ਲਈ ਤੁਸੀਂ ਕਿੰਨੇ ਕੁ ਤਿਆਰ ਹੋ ਤੇ ਤੁਸੀਂ ਆਪਣੀਆਂ ਵੋਟਾਂ ਦੇ ਨਾਲ ਦੁਬਾਰਾ ਕਿਹੜੀ ਸਰਕਾਰ ਬਣਾਉਣ ਜਾ ਰਹੇ ਹੋ। ਆਪਣੇ ਵਿਚਾਰ ਦੇਣੇ 905 601 1350 ਤੇ ਜੀ ਸ਼ਰਮਾ ਜੀ। ਹਾਂਜੀ, ਸਾਡੇ ਨਾਲ ਅੰਜੂ ਜੀ ਵੀ ਆਏ ਆ। ਜੀ ਜੀ ਅੰਜੂ ਜੀ, ਤੁਹਾਡਾ ਵੀ ਸਵਾਗਤ ਆ ਤੇ ਅੱਜ ਦੇ ਪ੍ਰੋਗਰਾਮ ਵਿੱਚ। ਜੀ ਅੰਜੂ ਜੀ। ਮੈਂ ਕਿਉਂਕਿ ਆਪਾਂ ਜਨਮ ਅਸ਼ਟਮੀ ਦੀ ਗੱਲ ਕਰ ਰਹੇ ਹਾਂ ਜੀ ਜੀ ਐਂਡ ਜੋ ਕਿ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ, ਭਾਰਤ ਵਰਸ਼ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਆ ਕ੍ਰਿਸ਼ਨ ਭਗਵਾਨ ਦਾ ਜਨਮ। ਐਂਡ ਸਪੈਸ਼ਲੀ ਉਹਨਾਂ ਦਾ ਜਿਹੜਾ ਜਨਮ ਸਥਾਨ ਹੈਗਾ ਆ ਮਥੁਰਾ ਐਂਡ ਵਰਿੰਦਾਵਨ, ਉੱਥੇ ਇਹ ਜਿਹੜਾ ਇਹ ਪਰਵ ਹੈਗਾ ਆ ਬਹੁਤ ਹਰਸ਼ ਐਂਡ ਹੁਲਾਸ ਨਾਲ ਮਨਾਇਆ ਜਾਂਦਾ ਆ। ਸੋ ਸਾਡੇ ਅਗੇਨ ਸਾਡੇ ਸਾਰਿਆਂ ਦੀ ਤਰਫ ਤੋਂ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਮੁਬਾਰਕਬਾਦ। ਐਂਡ ਮੈਂ अपने कान्हा दे लिए कुछ कहांगी जी। नटखट कान्हा आए द्वार, नटखट कान्हा आए द्वार, लेकर अपनी बांसुरी साथ। मोर मुकुट सर पे सोहे, मोर मुकुट सर पे सोहे, और आंखों में काजल की धार। मुबारक हो आप सबको जन्माष्टमी का शुभ त्यौहार।
ਜੀ ਸਾਡੇ ਸਰੋਤਿਆਂ ਨੂੰ ਸ਼ੁਭ ਮੌਕੇ ਤੇ ਸ਼ੁਭ ਕਾਮਨਾਵਾਂ। ਤੇ ਜਿਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਰੀਅਲ ਸਟੇਟ ਸੰਬੰਧੀ ਵੀ ਸੁਣਦੇ ਆ, ਪਰ ਅਸੀਂ ਚਾਹਾਂਗੇ ਅੱਜ ਆਪਾਂ ਜਿਹੜਾ ਹੁਣ ਮੁੱਦਾ ਲੋਕਲ ਮੁੱਦਾ ਉਹਦੇ ਤੇ ਵੀ ਗੱਲ ਕਰੀਏ। ਤੁਹਾਡੇ ਕਾਲਾਂ ਦੀ ਉਡੀਕ ਦੇ ਵਿੱਚ 905 601 1350। ਦੋਸਤੋ, ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਹੁੰਦਾ ਕਿ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ, ਸਾਰੀਆਂ ਗਲੀਆਂ ਵਿੱਚ ਬੋਰਡਾਂ ਦਾ ਬੋਲ ਵਾਲਾ ਹੈ। ਤੇ ਦੇਖਿਆ ਗਿਆ ਤੇ ਪਹਿਲੇ ਵੀ ਬੋਰਡ ਹਜੇ ਤੱਕ ਕਈਆਂ ਦੀਆਂ ਬੈਕ ਜੜ੍ਹਾਂ 'ਚ ਦੇਖੇ ਗਏ ਸੀ, ਤੇ ਹੁਣ ਦੁਬਾਰਾ ਫਿਰ ਜੋ ਇਲੈਕਸ਼ਨ ਦੇ ਬੋਰਡ ਲੱਗ ਰਹੇ ਨੇ ਤੇ ਉਹਨਾਂ ਤੇ ਤੁਸੀਂ ਆਪਣੇ ਵਿਚਾਰ ਦੇਣੇ ਆ ਦੋਸਤੋ। ਤੇ ਜਿਸ ਤਰ੍ਹਾਂ ਹੁਣ ਸਰਕਾਰ ਦੁਬਾਰੇ ਆਪਣਾ ਜਿਹੜਾ ਇਲੈਕਸ਼ਨ ਹੋਣਗੇ ਤੇ ਉਹਦੇ ਵਿੱਚ ਹੁਣ ਦੋਨਾਂ ਪਾਰਟੀਆਂ ਦਾ ਜਿਹੜਾ 32-33 ਦਾ ਅੰਕੜਾ ਚੱਲ ਰਿਹਾ, ਤੇ ਦੁਬਾਰੇ ਫਿਰ ਕਿਤੇ ਉਹੀ ਨਾ ਹੋਵੇ ਕਿ ਜਿਸ ਤਰ੍ਹਾਂ ਪਹਿਲਾਂ ਚੱਲਦੀ ਸਰਕਾਰ ਸੀ ਉਸੇ ਤਰ੍ਹਾਂ ਹੀ ਬਣ ਜਾਏ। ਤੇ ਤੁਸੀਂ ਆਪਣੇ ਵਿਚਾਰ ਦੇਣੇ ਨੇ, ਕਿਉਂਕਿ ਸਰਕਾਰਾਂ ਤਾਂ ਹਮੇਸ਼ਾ ਵੋਟਾਂ ਦੇ ਨਾਲ ਬਣਦੀਆਂ ਨੇ, ਤੇ ਤਾਂ ਕਿ ਤੁਸੀਂ ਕੀ ਚਾਹੁੰਦੇ ਆ, ਕਈ ਵਾਰੀ ਤੁਹਾਡੇ ਵਿਚਾਰਾਂ ਦੇ ਨਾਲ ਦੂਜੇ ਵੀ ਵਿਚਾਰ ਤੁਹਾਡੇ ਸੁਣ ਕੇ ਤੇ ਉਹ ਵੀ ਉਹਨਾਂ ਵਿਚਾਰਾਂ ਨੂੰ ਅਪਣਾ ਸਕਦੇ ਨੇ। ਤੇ ਇਸ ਤਰ੍ਹਾਂ ਤੁਸੀਂ ਕਾਲ ਕਰਨੀ 905 601 1350 ਤੇ ਕੋਈ ਵੀ ਹੋਰ ਵੀ ਮੁੱਦਾ ਹੋਵੇ ਗੱਲਬਾਤ ਕਰ ਸਕਦੇ ਹੋ। ਰੀਅਲ ਸਟੇਟ ਦੇ ਸੰਬੰਧੀ ਵੀ ਆਪਾਂ ਗੱਲਾਂ ਬਾਤਾਂ ਅੱਜ ਕਰਾਂਗੇ। ਤੇ ਦੋਸਤੋ, ਸਾਡੇ ਆਫਿਸ ਸਟਨ ਗਰੁੱਪ ਰਿਐਲਿਟੀ ਐਕਸਪਰਟ ਵੱਲੋਂ ਜਿਸ ਤਰ੍ਹਾਂ ਇਹ ਪ੍ਰੋਗਰਾਮ ਨੂੰ ਪੇਸ਼ ਕੀਤਾ ਜਾਂਦਾ, ਤੇ ਇਸ ਵਿੱਚ ਹੋਰ ਵੀ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਆਫਿਸ ਨੂੰ ਵੀ ਕਾਲ ਕਰ ਸਕਦੇ ਹੋ 905 458 7979 ਤੇ ਜ਼ਰੂਰ। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਗੱਲਬਾਤ ਨੂੰ ਤੋਰਾਂਗੇ, ਤੇ ਇਸ ਦੌਰਾਨ ਤੁਸੀਂ ਕਾਲ ਕਰ ਸਕਦੇ ਹੋ। ਜੀ ਸ਼ਰਮਾ ਜੀ। ਬਿਲਕੁਲ, ਪਹਿਲਾਂ ਸਰੋਤਿਆਂ ਨਾਲ ਅਸੀਂ ਕੁਝ ਲਿਸਟਿੰਗਸ ਜਿਹੜੀਆਂ ਸਾਡੀਆਂ ਹੌਟ ਲਿਸਟਿੰਗਸ ਹੈਗੀਆਂ ਆਪਾਂ ਹਮੇਸ਼ਾ ਰਹਿ ਜਾਂਦੀਆਂ, ਤੇ ਸਰੋਤਿਆਂ ਦਾ ਕਾਫੀ ਮੈਸੇਜ ਆਇਆ ਕਿ ਸਾਡੇ ਨਾਲ ਲਿਸਟਿੰਗ ਸਾਂਝੀਆਂ ਕਰਿਆ ਕਰੋ। ਤੇ ਇੱਕ ਜਿਹੜੀ ਨਵੀਂ ਲਿਸਟਿੰਗ ਅਸੀਂ ਕੀਤੀ ਹੈਗੀ ਆ ਕੁਈਨ ਐਂਡ ਲਾਰਲ ਕ੍ਰੈਸਟ, ਬਰੈਂਪਟਨ ਦੇ ਵਿੱਚ ਪ੍ਰਾਈਮ ਲੋਕੇਸ਼ਨ ਤੇ ਘਰ ਹੈ। ਐਡਰੈਸ ਵੀ ਅਸੀਂ ਦੱਸ ਦਿੰਦੇ ਆ, 3 ਲੈਂਡਸਫੀਲਡ ਕ੍ਰੈਸੈਂਟ। ਤੇ ਇਹ ਜਿਹੜਾ ਘਰ ਹੈਗਾ ਡਿਟੈਚ 4 ਬੈਡਰੂਮ ਦਾ ਘਰ ਹੈ, ਡਬਲ ਕਾਰ ਗਰਾਜ ਹੈ ਇਹਦੇ ਵਿੱਚ, ਔਰ ਇਹਦੇ ਵਿੱਚ 2 ਬੈਡਰੂਮ ਦੀ ਫਿਨਿਸ਼ ਬੇਸਮੈਂਟ ਹੈ ਔਰ 4 ਵਾਸ਼ਰੂਮ ਹੈਗੇ ਆ। ਔਰ ਘਰ ਬਹੁਤ ਹੀ ਖੁੱਲਾ ਡੁੱਲਾ ਘਰ ਹੈ, ਲੋਟ ਕਾਫੀ ਖੁੱਲਾ ਡੁੱਲਾ ਹੈ। ਲੋਟ ਦਾ ਸਾਈਜ਼ 75 ਬਾਈ 127 ਫੁੱਟ ਦਾ ਇਹ ਲੋਟ ਹੈ। ਬਹੁਤ ਹੀ ਵਧੀਆ ਗਾਰਡਨਿੰਗ ਹੋਈ ਗਿਆ, ਲੈਂਡਸਕੇਪਿੰਗ ਬੈਕ ਦੇ ਹੋਈ ਆ, ਬੈਕ ਕਾਫੀ ਸੋਹਣਾ ਡੈਕ ਹੈਗਾ, ਔਰ ਆਪਣੇ ਇਹਦੇ ਬੇਸਮੈਂਟ ਫਿਨਿਸ਼ ਹੈ, ਉਹਦੇ ਵਿੱਚ ਬਾਰ ਬਣੀ ਹੋਈ ਹੈ, ਔਰ ਬਹੁਤ ਹੀ ਸੋਹਣਾ ਇਹ ਜਿਹੜਾ ਤੁਹਾਨੂੰ ਮਿਲ ਸਕਦਾ। ਮੈਚਿਓਰ ਜਿਹੜਾ ਏਰੀਆ ਹੈਗਾ, ਟਰੀ ਕਾਫੀ ਮੈਚਿਓਰ ਹੈਗੇ ਆ, ਲੋਟ ਸੋਹਣਾ ਹੈਗਾ। ਔਰ ਜਿਹੜਾ ਘਰ ਦੀ ਖਾਸੀਅਤ ਇਹ ਹੈ ਕਿ ਤੁਸੀਂ ਇੱਕ ਵਾਰੀ ਇਹਨੂੰ ਜਾ ਕੇ ਦੇਖੋ, ਤੁਹਾਨੂੰ ਰਾਈਟ ਵੇ ਇਹ ਪਸੰਦ ਆਏਗਾ। ਤੇ ਇਹ ਸਾਡੇ ਟੀਮ ਮੈਂਬਰਸ ਜਿਹਨਾਂ ਦੀ ਲਿਸਟਿੰਗ ਤੁਸੀਂ ਉਹਨਾਂ ਨੂੰ ਵੀ ਡਾਇਰੈਕਟ ਕਾਲ ਕਰ ਸਕਦੇ ਆ। ਸਾਡਾ ਆਫਿਸ ਦਾ ਨੰਬਰ 905 458 7979 ਤੇ ਕਰਕੇ ਤੁਸੀਂ ਇਹਦੀ ਪ੍ਰਾਪਰਟੀ ਦੀ ਅਪਾਇੰਟਮੈਂਟ ਬਣਾ ਸਕਦੇ ਹੋ। ਔਰ ਜਿਹੜਾ ਸਾਡਾ ਵਾਟਰਲੂ ਦਾ ਸੀਗਾ ਆਪਣਾ ਜਿਹੜਾ ਅਸੀਂ ਲਿਸਟ ਕੀਤਾ ਸੀਗਾ ਕੰਡੋਮੀਨੀਅਮ, ਤੇ ਉਹ ਸੋਲਡ ਹੋ ਚੁੱਕਾ ਆ। ਉਹ ਵੀ ਬਹੁਤ ਵਧੀਆ ਇਨਵੈਸਟਮੈਂਟ ਸੀਗੀ, ਤੇ ਸਾਨੂੰ ਹੋਰ ਵੀ ਲਿਸਟਿੰਗਸ ਦੀ ਜ਼ਰੂਰਤ ਹੈ। ਆਪਣਾ ਕਿਤੇ ਵੀ ਤੁਸੀਂ GTA ਦੇ ਵਿੱਚ ਜਾਂ ਕਿਤੇ ਘਰ ਵੇਚਣਾ ਤਾਂ ਸਾਨੂੰ ਸਾਡੇ ਟੀਮ ਮੈਂਬਰਸ ਨੂੰ ਕਾਲ ਕਰ ਸਕਦੇ ਹੈਗੇ ਆ। ਸਟਨ ਗਰੁੱਪ ਐਕਸਪਰਟ ਦੇ ਜਿੰਨੇ ਵੀ ਆਪਣੇ ਰੀਅਲਟਰਸ ਹੈ ਹਰੇਕ ਏਰੀਆ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ, ਚਾਹੇ ਉਹ ਪ੍ਰੀ ਕੰਸਟਰਕਸ਼ਨ ਦੇ ਔਰ ਚਾਹੇ ਆਪਣਾ ਰੀਸੇਲ ਦਾ ਹੋਵੇ, ਤੁਸੀਂ ਹਰ ਇੱਕ ਤਰ੍ਹਾਂ ਦੀ ਸਰਵਿਸ ਲੈ ਸਕਦੇ। ਚਾਹੇ ਤੁਸੀਂ ਇਨਵੈਸਟਰਸ ਹੋ, ਅੱਛੀ ਪ੍ਰਾਪਰਟੀਜ਼ ਇਨਵੈਸਟਮੈਂਟ ਕਰਨਾ ਚਾਹੁੰਦੇ ਕਮਰਸ਼ੀਅਲ ਦੇ ਵਿੱਚ, ਉਹਦੇ ਵਿੱਚ ਵੀ ਇਨਵੈਸਟ ਕਰ ਸਕਦੇ ਹੋ। ਇੱਕ ਹੋਰ ਕੈਲੀਡਨ ਦੇ ਵਿੱਚ ਵਧੀਆ ਪ੍ਰਾਪਰਟੀ ਜਿਹੜੀ ਅਸੀਂ ਕੀ ਸੀ, ਉਹਦੀ ਕਾਫੀ ਸਾਨੂੰ ਕਾਲਸ ਆ ਰਹੀਆਂ ਹੈਗੀਆਂ। ਅਗਰ ਕੋਈ ਲੈਣਾ ਚਾਹੁੰਦਾ ਭੈਣ ਭਰਾ ਇਹ ਪ੍ਰਾਪਰਟੀ, ਇਹ ਵੀ 2.4 ਏਕੜ ਦੇ ਵਿੱਚ ਹੈ, 4 ਬੈਡਰੂਮ ਦਾ ਇਹ ਘਰ ਹੈ, ਔਰ ਇਹਦੇ ਵਿੱਚ ਜਿਹੜੇ 4 ਵਾਸ਼ਰੂਮ ਹੈ, ਫਿਨਿਸ਼ ਵਾਕਆਊਟ ਬੇਸਮੈਂਟ ਹੈ, 3 ਬੈਡਰੂਮ ਬੇਸਮੈਂਟ ਚ ਹੈਗੇ ਆ, ਤੇ ਖੁੱਲੇ ਡੁੱਲਾ ਏਰੀਆ। ਔਰ ਇਹ ਕੈਲੀਡਨ ਦੇ ਵਿੱਚ 올ਡ ਚਰਚ ਰੋਡ ਐਂਡ ਹੰਬਰ ਸਟੇਸ਼ਨ ਦਾ ਜਿਹੜਾ ਇੰਟਰਸੈਕਸ਼ਨ ਹੈ, ਇੱਥੇ ਇਹ ਪ੍ਰਾਪਰਟੀ ਹੈਗੀ ਆ। ਔਰ ਪ੍ਰਾਈਸ ਬਹੁਤ ਘੱਟ ਹੈ, ਸਿਰਫ 1.9 ਮਿਲੀਅਨ ਦੀ ਇਹ ਹੈਗੀ ਆ। 2.4 ਏਕੜ ਦੇ ਵਿੱਚ ਵਧੀਆ ਤੁਹਾਨੂੰ 3 ਕਾਰ ਗਰਾਜ ਔਰ ਵਧੀਆ ਇਹ ਸ਼ਾਨਦਾਰ ਇਹ 3000 ਸਕੁਅਰ ਫੀਟ ਤੋਂ ਉੱਪਰ ਇਹ ਘਰ ਮਿਲ ਸਕਦਾ ਹੈਗਾ। ਔਰ ਸੰਗਾ ਸਾਹਿਬ ਇੱਕ ਲਾਸਟ ਉਹ ਵੀ ਸ਼ੁਰੂ ਆਪਾਂ ਸ਼ੇਅਰ ਕਰ ਦਿੰਦੇ ਆ। ਗੈਸ ਸਟੇਸ਼ਨ ਜਿਹੜਾ ਆਪਣੇ ਕੋਲ ਹਸਕੀ ਦਾ ਬ੍ਰੈਂਡ ਨਿਊ ਗੈਸ ਸਟੇਸ਼ਨ ਹੈ, 400 ਨਾਰਥ ਵੱਲ ਬੈਰੀ ਤੋਂ ਅੱਗੇ ਜਾ ਕੇ ਇਹ ਪ੍ਰਾਪਰਟੀ ਹੈਗੀ ਪ੍ਰਾਈਮ ਲੋਕੇਸ਼ਨ ਤੇ। ਵਿਦ ਪ੍ਰਾਪਰਟੀ ਇਹ ਸੇਲ ਹੈਗਾ 4.5 ਏਕੜ ਇਹ ਜਿਹੜੀ ਜਗ੍ਹਾ ਹੈਗੀ ਆ, ਲੈਂਡ ਹੈਗੀ। ਇਹਦੇ ਵਿੱਚ ਟਰੱਕ ਪਾਰਕਿੰਗ ਵੀ ਹੈਗੀ ਆ, ਔਰ ਇਹਦੇ ਵਿੱਚ ਘਰ ਜਿਹੜੇ ਆ ਰੈਂਟਲ ਯੂਨਿਟਸ ਹੈਗੇ ਆ, ਇਹਦੇ ਵਿੱਚ 6500 ਦੀ ਇਨਕਮ ਆ ਰਹੀ ਆ। ਬਹੁਤ ਵਧੀਆ ਕਨਵੀਨੀਅੰਸ ਸਟੋਰ, ਚੱਲਦਾ ਚਲਾਇਆ ਬਿਜ਼ਨਸ ਇਹ ਤੁਹਾਨੂੰ ਮਿਲ ਸਕਦਾ ਹੈਗਾ। ਇਹਦੇ ਬਾਰੇ ਵੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ। 416 823 9505
ਅਗਰ ਤੁਸੀਂ ਲਿਸਟਿੰਗਸ ਦੇਖਣੀਆਂ ਚਾਹੁੰਦੇ ਹੋ ਤੇ ਸਾਡੀਆਂ certainexperts.com ਤੇ ਜਾ ਕੇ ਤੁਸੀਂ ਸਾਰੀਆਂ ਲਿਸਟਿੰਗ, ਸਾਡੇ ਸਾਰੇ ਟੀਮ ਮੈਂਬਰਸ ਨੂੰ ਉਹਨਾਂ ਦੀ ਉੱਥੇ ਪ੍ਰੋਫਾਈਲ ਹੈ, ਤੁਸੀਂ ਕਿਸੇ ਵੀ ਟੀਮ ਮੈਂਬਰ ਨਾਲ ਕੰਮ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ, ਔਰ ਸਾਡੇ ਆਫਿਸ ਕਾਲ ਕਰ ਸਕਦੇ ਹੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰੀਅਲ ਏਸਟੇਟ ਸੰਬੰਧੀ ਜ਼ਰੂਰਤ ਹੈ, ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਜਾਂ ਖਰੀਦਣਾ ਚਾਹੁੰਦੇ। ਤੇ ਹੁਣ ਜਿਹੜੀ ਆ ਕਾਫੀ ਇਨਵੈਂਟਰੀ ਸੰਘਾ ਸਾਹਿਬ ਕਾਫੀ ਘੱਟ ਹੈਗੀ ਆ ਜੀ ਜੀ ਰੀਅਲ ਏਸਟੇਟ ਦੀ, ਤੇ ਆਪਣੇ ਘਰਾਂ ਦੀ ਸਪੈਸ਼ਲੀ ਤੇ ਕਾਫੀ ਘੱਟ ਹੈ, ਉਹਦੇ ਬਾਰੇ ਵੀ ਤੁਸੀਂ ਹੁਣ ਵਧੀਆ ਫਾਇਦਾ ਲੈ ਸਕਦੇ ਹੋ ਕਿ ਆਪਣੀ ਪ੍ਰਾਪਰਟੀ ਦੇ ਵਧੀਆ ਪੈਸੇ ਜਿਹੜੇ ਤੁਹਾਨੂੰ ਮਿਲ ਸਕਦੇ ਹੈਗੇ ਆ। ਜੀ ਬਿਲਕੁਲ ਦੋਸਤੋ, ਤੇ ਸਾਡੇ ਹੋਰ ਵੀ ਤੁਸੀਂ ਜਿਹੜੇ ਇਹਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਲੈਣੀ ਹੋਵੇ 905 ਤੇ 905 458 79 ਤੇ ਸਾਡੇ ਆਫਿਸ ਦੇ ਨਾਲ ਵੀ ਸੰਪਰਕ ਕਰ ਲੈਣਾ। ਦੋਸਤੋ ਇੱਕ ਹੋਰ ਤੁਹਾਡੇ ਲਈ ਜਾਣਕਾਰੀ ਸਾਂਝੀ ਕਰਦੀ ਹੈ ਸਟਨ ਗਰੁੱਪ ਰਿਐਲਟੀ ਐਕਸਪਰਟ ਵੱਲੋਂ ਜਿੰਨੇ ਵੀ ਨਵੇਂ ਸਾਡੇ ਰਿਐਲਟਰ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਰ ਸੈਟਰਡੇ, ਤੇ ਜਿਹੜੇ ਦੋਸਤਾਂ ਨੇ ਨਵੇਂ ਲਾਇਸੈਂਸ ਲਿਆ ਉਹ ਵੀ ਸਾਡੇ ਨਾਲ ਐਡ ਕਰ ਸਕਦੇ ਨੇ। ਸਾਡੇ ਨਾਲ ਤੁਸੀਂ ਜੁਆਇਨ ਕਰੋ ਤੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਿਹੜੇ ਬੇਸਿਕ ਟ੍ਰੇਨਿੰਗ ਆ ਸਾਰੀ ਦਿੱਤੀ ਜਾਂਦੀ ਹੈ, ਕਿਉਂਕਿ ਹਰ ਸੈਟਰਡੇ ਟ੍ਰੇਨਿੰਗ ਇੱਥੇ ਚੱਲਦੀ ਆ ਤੇ ਇਹਦੇ ਨਾਲ ਤੁਸੀਂ ਹੋਰ ਵੀ ਫਾਇਦਾ ਲੈ ਸਕਦੇ ਹੋ, ਕਿਉਂਕਿ ਲਾਇਸੈਂਸ ਲੈਣਾ ਇੱਕ ਹੋਰ ਗੱਲ ਆ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਟ੍ਰੇਨਿੰਗ ਆ ਕਿਸ ਤਰ੍ਹਾਂ ਤੁਸੀਂ ਕਸਟਮਰ ਦੇ ਨਾਲ ਗੱਲਬਾਤ ਕਰਦੇ ਹੋ ਤੇ ਕਿਸ ਤਰ੍ਹਾਂ ਤੁਸੀਂ CMM ਬਣਾਉਣੇ ਆ ਉਹ ਸਾਰੀ ਤੁਹਾਨੂੰ ਜਾਣਕਾਰੀ ਮੁੜ ਤੋਂ ਦਿੱਤੀ ਜਾਂਦੀ ਹੈ। ਇਹਦਾ ਭਰਪੂਰ ਫਾਇਦਾ ਲੈਣ ਲਈ ਤੁਸੀਂ ਸਾਡੇ ਦਫ਼ਤਰ ਨਾਲ ਵੀ ਸੰਪਰਕ ਕਰ ਲਓ 905 458 79 ਤੇ ਜੀ। ਜਿਹੜੀ ਟ੍ਰੇਨਿੰਗ ਹੈ ਉਹ ਇਨ ਪਰਸਨ ਉੱਥੇ ਆਫਿਸ 'ਚ ਵੀ ਹੈ ਜੀ ਜੀ, ਔਰ ਪਲੱਸ ਜਿਹੜੇ ਦੂਰ ਹੈ ਆ ਨਹੀਂ ਸਕਦੇ ਤੇ ਉਹਨਾਂ ਲਈ ਅਸੀਂ ਜ਼ੂਮ ਮੀਟਿੰਗ ਹੁੰਦੀ ਆ ਤੇ ਸਾਰਾ ਉਹ ਘਰ ਬੈਠੇ ਵੀ ਟ੍ਰੇਨਿੰਗ ਲੈ ਸਕਦੇ ਹੈਗੇ ਆ, ਇਹ ਵੀ ਫੈਸਿਲਿਟੀ ਹੈਗੀ ਆਪਣੇ ਕੋਲ। ਔਰ ਅਸੀਂ ਬਾਇਰਸ ਲਈ ਸੈਸ਼ਨ ਲਗਾਈ ਦੇ, ਫਸਟ ਟਾਈਮ ਬਾਇਰਸ ਲਈ ਉਹ ਵੀ ਸੈਸ਼ਨ ਲੱਗਦੇ ਹੈਗੇ ਆਫਿਸ ਦੇ ਵਿੱਚ। ਅਗਰ ਤੁਸੀਂ ਫਸਟ ਟਾਈਮ ਹੈਗੇ ਹੋ, ਤੁਹਾਨੂੰ ਨੌਲੇਜ ਨਹੀਂ ਹੈਗੀ ਔਰ ਤੁਸੀਂ ਉੱਥੇ ਆ ਕੇ ਅੰਜੂ ਜੀ ਇਹ ਸਾਰਾ ਅਰੇਂਜਮੈਂਟ ਕਰਦੇ ਆ, ਤਾਂ ਫਸਟ ਟਾਈਮ ਬਾਇਰਸ ਵਾਲੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਉਹਨਾਂ ਨੂੰ ਕੋਈ ਵੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਘਰ ਲੈਣਾ ਕਿਸ ਤਰ੍ਹਾਂ, ਤੁਹਾਡੀ ਮੌਰਗੇਜ ਪ੍ਰੀ ਅਪਰੂਵਲ ਕਰਾਉਣੀ ਆ ਔਰ ਕਿਸ ਤਰ੍ਹਾਂ ਤੁਹਾਨੂੰ ਕੀ ਚਾਹੀਦਾ ਹੈਗਾ, ਕੀ ਰਿਕੁਆਇਰਮੈਂਟਸ ਹੈਗੀਆਂ, ਕਿਸ ਤਰ੍ਹਾਂ ਕ੍ਰੈਡਿਟ ਸਕੋਰ ਚਾਹੀਦਾ, ਜੋ ਵੀ ਹਰ ਇਨਫੋਰਮੇਸ਼ਨ ਪ੍ਰੋਪਰ ਉੱਥੇ ਦਿੱਤੀ ਜਾਂਦੀ ਹੈ। ਤੁਸੀਂ ਆਫਿਸ ਆ ਕੇ ਸਾਡੇ ਉਹ ਵੀ ਤੁਸੀਂ ਲੈ ਸਕਦੇ ਆ। ਸੇਮ ਚੀਜ਼ ਅਸੀਂ ਸੈਲਰਸ ਲਈ ਹੈਗੀ ਸਾਡੇ ਕੋਲ, ਅਗਰ ਸੈਲਰ ਘਰ ਵੇਚਣਾ ਕਿਸ ਤਰ੍ਹਾਂ ਉਹ ਵੱਧ ਪੈਸੇ ਲੈ ਸਕਦੇ ਆ, ਕਿਸ ਤਰ੍ਹਾਂ ਦੀ ਮਾਰਕੀਟ ਹੈ, ਕਦੋਂ ਲਗਾਉਣਾ ਚਾਹੀਦਾ, ਘਰ 'ਚ ਕੀ ਉਹਨਾਂ ਦੇ ਜੋ ਵੀ ਆ ਚੇਂਜਸ ਹੋਣੀਆਂ, ਕੰਮ ਕਰਨਾ ਆ ਰਾਈਟ, ਉਹ ਪਹਿਲਾਂ ਅਸੀਂ ਘਰ ਲਿਸਟ ਕਰਨ ਤੋਂ ਪਹਿਲਾਂ ਅਸੀਂ ਇਹ ਚੀਜ਼ ਕਰਾਣੇ ਹੈਗੇ ਆ ਤਾਂ ਕਿ ਉਹਨਾਂ ਨੂੰ ਵਧੀਆ ਘਰ ਦੇ ਪ੍ਰਾਪਰਟੀ ਦੀ ਵੈਲਿਊ ਮਿਲ ਸਕੇ। ਤੇ ਜਿਹੜੀ ਲਿਸਟਿੰਗਸ ਹੈ ਤੇ ਉਹ ਅਸੀਂ ਇਹ ਨਹੀਂ ਕਿ ਅਸੀਂ ਲਿਸਟ ਰਾਈਟ ਵੇ ਲਗਾ ਦਿੰਨੇ ਹੈਗੇ ਆ। ਤੇ ਹੁਣ ਇੱਕ ਪ੍ਰਾਪਰਟੀ ਮੇਰੇ ਕੋਲ ਹੈ ਜਿਹੜੀ ਹਜੇ ਅਸੀਂ ਲਿਸਟ ਨਹੀਂ ਕੀਤੀ ਹੈਗੀ, ਹਜੇ ਉਹਦੇ ਤੇ ਅਸੀਂ ਕੰਮ ਕਰ ਰਹੇ ਆ, ਉਹ ਬਹੁਤ ਹੀ ਪ੍ਰਾਈਮ ਲੋਕੇਸ਼ਨ ਤੇ ਆ ਔਰ ਇਹ ਪ੍ਰੋਮਿਨੈਂਟ ਮਾਲ ਜਿਹੜਾ ਹੈ ਉੱਥੇ ਹੈ ਪ੍ਰਾਪਰਟੀ, ਬਿਲਕੁਲ ਵਾਕਿੰਗ ਡਿਸਟੈਂਸ ਤੋਂ ਪ੍ਰੋਮਿਨੈਂਟ ਮਾਲ ਤੇ ਹੈ। ਇਹ ਡਿਟੈਚ ਘਰ ਹੈਗਾ, ਅਰਾਊਂਡ 3000 ਸਕੁਅਰ ਫੀਟ, 4 ਬੈਡਰੂਮ ਦਾ ਵਧੀਆ ਘਰ ਔਰ 4 ਇਹਦੇ ਉੱਪਰ ਜਿੱਦਾਂ ਵਾਸ਼ਰੂਮ ਹੈ ਔਰ ਬੇਸਮੈਂਟ ਦੇ ਵਿੱਚ 2 ਬੇਸਮੈਂਟ ਅਪਾਰਟਮੈਂਟ ਬਣੇ ਹੋਏ ਆ ਰਾਈਟ, ਸੈਪਰੇਟ ਯੂਨਿਟਸ ਹੈ ਔਰ ਮੇਨ ਫਲੋਰ ਤੇ ਲਿਵਿੰਗ ਰੂਮ, ਫੈਮਿਲੀ ਰੂਮ, ਸਾਰਾ ਇਹਦਾ ਅਸੀਂ ਜਿਹੜਾ ਕੰਮ ਹੋ ਰਿਹਾ ਹੈਗਾ, ਹੋਮ ਸਟੇਜਿੰਗ ਚੱਲ ਰਹੀ ਹੈਗੀ ਆ ਹਜੇ। ਅਸੀਂ ਨੈਕਸਟ ਵੀਕ ਹੋਪਫੁਲੀ ਇਹਨੂੰ ਮਾਰਕੀਟ 'ਚ ਅਸੀਂ ਲਗਾਵਾਂਗੇ, ਤਾਂ ਅਗਰ ਕਿਸੇ ਵੀ ਭੈਣ ਭਰਾ ਨੇ ਪ੍ਰਾਪਰਟੀ ਦੇਖਣੀ ਆ ਵਧੀਆ ਪ੍ਰਾਈਮ ਲੋਕੇਸ਼ਨ ਦੇ ਵਿੱਚ ਤੇ ਉਹਦੇ ਬਾਰੇ ਮੇਰੇ ਨਾਲ ਗੱਲਬਾਤ ਕਰ ਸਕਦੇ 416 823 9505 ਤੇ, ਜਾਂ ਸਾਡੇ ਕਿਸੇ ਵੀ ਟੀਮ ਮੈਂਬਰ ਨਾਲ ਤੁਸੀਂ ਲਿਸਟਿੰਗ ਕਰਨੀ ਘਰ ਦੀ, ਇੱਕ ਵਾਰੀ ਉਹਦਾ ਫਾਇਦਾ ਜ਼ਰੂਰ ਲਓ। ਹਾਂਜੀ ਅੰਜੂ ਜੀ, ਤੁਸੀਂ ਫਸਟ ਟਾਈਮ ਜਿਹੜੇ ਬਾਇਰਸ ਹੈ ਉਹਨਾਂ ਲਈ ਜਿਹੜਾ ਟੌਪਿਕ ਤੁਸੀਂ ਲਿਆਂਦਾ ਸੀ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹੁਣ। ਹਾਂਜੀ ਬਿਲਕੁਲ ਜ਼ਰੂਰ। ਸਾਰੇ ਸਰੋਤਿਓ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਤਲਬੀਰ ਕੈਲੀ ਬੋਲ ਰਿਹਾ ਹੈਗਾ। ਅੱਜ ਆਪਣਾ ਵਨ ਆਫ ਦ ਮੇਨ ਟੌਪਿਕਸ ਆਪਣੇ ਇਹ ਹੈਗੇ ਕਿ ਤੁਹਾਨੂੰ ਕੀ ਕੁਝ ਦੇਖਣਾ ਚਾਹੀਦਾ ਜਦੋਂ ਆਪਾਂ ਘਰ ਖਰੀਦਦੇ ਆ ਜੀ, ਤੇ ਇਸ ਵਾਸਤੇ ਅੰਜੂ ਜੀ ਸਾਨੂੰ ਮਦਦ ਕਰਨ ਵਾਸਤੇ ਆਏ ਹੈਗੇ। ਤੇ ਅੰਜੂ ਜੀ ਦੱਸੋ ਆਪਣੇ ਕਿੰਨੇ ਕੁ ਚੀਜ਼ਾਂ ਆਪਾਂ ਦੇਖਣੀ ਚਾਹੀਦੀਆਂ ਆਪਾਂ ਨੂੰ ਜਦੋਂ ਆਪਾਂ ਘਰ ਖਰੀਦ ਰਹੇ ਆ? ਰਫਲੀ ਅੱਜ ਆਪਾਂ 6 ਪੁਆਇੰਟ ਆਪਾਂ ਜਿਹੜੇ ਮੇਨ ਚੀਜ਼ਾਂ ਆ ਉਹਨੂੰ 6 ਪੁਆਇੰਟ 'ਚ ਆਪਾਂ ਵੰਡਿਆ ਆ। ਸੋ ਪਹਿਲਾ ਜਿਹੜੀ ਚੀਜ਼ ਹੈਗੀ ਆ ਜਿੱਥੋਂ ਕਿ ਆਪਾਂ ਸਟਾਰਟ ਕਰਦੇ ਆ ਉਹ ਹੈਗੀ ਆ ਆਪਣੀ ਮੌਰਗੇਜ ਦੀ ਪ੍ਰੀ ਅਪਰੂਵਲ। ਸੋ ਬਹੁਤ ਸਾਰੇ ਲੋਕ ਜਦੋਂ ਸੋਚਦੇ ਆ ਘਰ ਲੈਣਾ ਆ, ਉਹ ਜਿਹੜੀ ਪ੍ਰੀ ਅਪਰੂਵਲ ਹੈ ਉਹ ਸਿਰਫ ਫਸਟ ਟਾਈਮ ਬਾਇਰਸ ਦੇ ਲਈ ਨਹੀਂ ਹੈਗੀ, ਜਿਨ੍ਹਾਂ ਦੇ ਕੋਲ ਆਲਰੇਡੀ ਘਰ ਹੈ ਪਰ ਹੁਣ ਉਹ ਸੋਚ ਰਹੇ ਨੇ ਕਿ ਐਕੁਇਟੀ ਘਰ 'ਚ ਹੋ ਗਈ ਆ ਔਰ ਹੁਣ ਨਵਾਂ ਸਟੈਪ ਲਿਆ ਜਾਵੇ,
ਉਹਨਾਂ ਦੇ ਲਈ ਵੀ ਉਨੀ ਹੀ ਜ਼ਰੂਰੀ ਹੈ। ਸੋ ਪਹਿਲਾ ਜਿਹੜਾ ਚੀਜ਼ ਮੈਂ ਕਹਾਂਗੀ ਕਿ ਪਹਿਲੀ ਜਿਹੜੀ ਸਟੈਪ ਹੈ ਉਹ ਹੈਗੀ ਆਪਣੀ ਮੌਰਗੇਜ ਦੀ ਪ੍ਰੀ ਅਪਰੂਵਲ। ਸੋ ਜਿੱਥੇ ਆਪਾਂ ਪ੍ਰੀ ਅਪਰੂਵਲ ਕਹਿੰਦੇ ਹੈਗੇ, ਇਹ ਮੀਨ ਨਹੀਂ ਕਰਦਾ ਕਿ ਯੂ ਕੁਆਲੀਫਾਈ ਫॉर ਐਨੀ ਟਾਈਪ ਆਫ ਫਾਈਨੈਂਸਿੰਗ। ਇਹ ਮੀਨ ਕਰਦਾ ਕਿ ਤੁਸੀਂ ਆਪਣੀ ਕਰੰਟ ਸਿਚੁਏਸ਼ਨ 'ਚ ਕਿੰਨੀ ਕੁ ਫਾਈਨੈਂਸਿੰਗ ਵਾਸਤੇ ਕੁਆਲੀਫਾਈ ਕਰਦੇ। ਜੀ ਹਾਂ, ਬਿਲਕੁਲ, ਕਿਉਂਕਿ ਕਈ ਵਾਰ ਕਿ ਲੋਕ ਸੋਚਦੇ ਨੇ ਕਿ ਸਾਡੇ ਕੋਲ ਘਰ ਹੈਗਾ ਆ, ਮੌਰਗੇਜ ਤਾਂ ਆਪਣੇ ਕੋਲ ਘਰ ਹੈ, ਮੌਰਗੇਜ ਤਾਂ ਆਪਣੀ ਹੋਈ ਜਾਣੀ ਆ। ਇਹ ਬਿਲਕੁਲ ਨਹੀਂ ਹੁੰਦਾ। ਕਿ ਹੋ ਸਕਦਾ ਹੈ ਕਿ ਜਦੋਂ ਤੁਸੀਂ ਆਪਣਾ ਪਹਿਲਾ ਘਰ ਲਿਆ ਹੋਵੇ, ਤੁਹਾਡਾ ਕ੍ਰੈਡਿਟ ਸਕੋਰ ਬਹੁਤ ਵਧੀਆ ਹੋਵੇ, ਤੁਹਾਡੀ ਜੌਬ ਬਹੁਤ ਵਧੀਆ ਹੋਵੇ, ਔਰ ਲੇਕਿਨ ਜਦੋਂ ਹੁਣ ਤੁਸੀਂ ਦੂਜੇ ਘਰ ਦੇ ਬਾਰੇ ਸੋਚ ਰਹੇ ਹੋ ਸਕਦਾ ਹੈ ਕਿ ਜਿਹੜੇ ਸਰਕਮਸਟੈਂਸਿਸ ਆ ਤੁਹਾਡੀ ਜ਼ਿੰਦਗੀ ਦੀਆਂ ਉਹ ਚੇਂਜ ਹੋ ਚੁੱਕੀਆਂ ਹੋਣ। ਹੋ ਸਕਦਾ ਹੈ ਕਿ ਤੁਹਾਡਾ ਕ੍ਰੈਡਿਟ ਸਕੋਰ ਉਹ ਨਾ ਵਧੀਆ ਨਹੀਂ ਰਿਹਾ ਹੋਏਗਾ ਹੈ ਜੋ ਪਹਿਲਾਂ ਸੀ, ਜਾਂ ਤੁਸੀਂ ਪੇਮੈਂਟਸ ਬਹੁਤ ਮਿਸ ਕਰਦੀਆਂ, ਉਹ ਤੁਹਾਨੂੰ ਪਤਾ ਵੀ ਨਹੀਂ ਚੱਲਿਆ, ਔਰ ਤੁਹਾਡਾ ਜਿਹੜਾ ਸਕੋਰ ਹੈਗਾ ਆ ਬਹੁਤ ਡਾਊਨ ਹੋ ਗਿਆ ਆ। ਸੋ ਇਸ ਕਾਰਨ ਜਿਹੜਾ ਪ੍ਰੀ ਅਪਰੂਵਲ ਆਪਾਂ ਸਿਰਫ ਫਸਟ ਟਾਈਮ ਬਾਇਰਸ ਲਈ ਹੀ ਨਹੀਂ ਇੰਪੋਰਟੈਂਟ ਹੈਗੀ, ਜਿਹੜੇ ਸੋਚ ਵੀ ਰਹੇ ਨੇ ਕਿ ਘਰ ਅਸੀਂ ਦੂਜਾ ਘਰ ਲੈਣਾ ਆ, ਉਹਨਾਂ ਨੂੰ ਵੀ ਪਹਿਲਾਂ ਬੈਂਕ ਤੋਂ ਜਾ ਕੇ ਆਪਣਾ ਕ੍ਰੈਡਿਟ ਚੈੱਕ ਕਰਵਾਉਣਾ ਚਾਹੀਦਾ। ਉਹਨਾਂ ਨੂੰ ਬੈਂਕ ਦੇ ਕੋਲ ਬੈਠਣ ਔਰ ਦੱਸਣ ਉਹਨਾਂ ਨੂੰ ਕਿ ਉਹਨਾਂ ਦੀ ਹੁਣ ਕਰੰਟ ਇਨਕਮ ਕੀ ਹੈਗੀ ਆ, ਕਰੰਟ ਸਿਚੁਏਸ਼ਨ ਕੀ ਆ, ਘਰ ਦੇ ਕੁਝ ਐਕੁਇਟੀ ਕੀ ਆ, ਉਸ ਦੇ ਬੇਸ ਤੇ ਉਹਨਾਂ ਨੂੰ ਜਿਹੜੀ ਬੈਂਕ ਹੈ ਦੱਸੇਗੀ ਕਿ ਉਹ ਇੰਨੇ ਅਮਾਊਂਟ ਦੇ ਲਈ ਕੁਆਲੀਫਾਈ ਕਰਦੇ ਨੇ। ਅੰਜੂ ਜੀ, ਜਿੱਥੇ ਆਪਣੇ ਕੋਲ ਜਿਵੇਂ ਲੈਟਸ ਸੇ ਆਪਣੇ ਕੋਲ ਲੀਗਲ ਬੇਸਮੈਂਟ ਹੈ ਜੀ, ਤੇ ਆਪਣੇ ਕੋਲ ਉੱਥੇ ਟੈਨੈਂਟ ਪਿਆ ਤੇ ਉਹ ਪੇ ਕਰ ਰਿਹਾ, ਉਹ ਹੈਲਪ ਕਰਦੀ ਆਪਣੀ ਪ੍ਰੀ ਅਪਰੂਵਲ 'ਚ? ਜੀ ਹਾਂ, ਬਿਲਕੁਲ। ਇਹ ਬੈਂਕ ਟੂ ਬੈਂਕ ਹੁੰਦਾ ਆ। ਕਈ ਜਿਹੜੇ ਬੈਂਕਸ ਹੈਗੇ ਆ ਉਹਨੂੰ ਡੈਫੀਨੇਟਲੀ ਕੰਸੀਡਰ ਕਰਦੇ ਹੈਗੇ ਆ, ਪਰ ਕਈ ਸਿਚੁਏਸ਼ਨਸ ਇਦਾਂ ਹੁੰਦੀਆਂ ਆ ਕਿ ਉਹ ਓਵਰਲੁੱਕ ਕਰ ਦਿੰਦੇ ਆ। ਸੋ ਬੈਂਕ ਟੂ ਬੈਂਕ ਹੁੰਦਾ ਹੈ ਇਹ। ਜ਼ਰੂਰ। ਤੇ ਸਿਰਫ ਬੈਂਕ ਹੀ ਦਿੰਦਾ ਪ੍ਰੀ ਅਪਰੂਵਲ? ਵੈਸੇ ਕੀ ਕਹਿੰਦੇ ਆ, ਪ੍ਰੋਪਰ ਵੇ ਤਾਂ ਬੈਂਕ ਦੇ ਕੋਲ ਜਾਣਾ ਹੀ ਹੈ, ਲੇਕਿਨ ਕਿਉਂਕਿ ਆਪਣੇ ਮੋਸਟਲੀ ਆਪਣੀ ਕਮਿਊਨਿਟੀ ਦੇ ਵਿੱਚ ਸਾਰੇ ਸੈਲਫ ਇੰਪਲੋਇਡ ਹੈਗੇ ਆ, ਐਂਡ ਇਸ ਕਾਰਨ ਕਈ ਚੀਜ਼ਾਂ ਬੈਂਕ ਕੋਲ ਸਿੱਧੀਆਂ ਨਹੀਂ ਹੁੰਦੀਆਂ। ਸੋ ਉਹਨਾਂ ਦੇ ਲਈ ਬੈਟਰ ਹੈ ਕਿ ਜਿਹੜਾ ਐਕਸਪੀਰੀਅੰਸਡ ਇੰਡੀਪੈਂਡੈਂਟ ਮੌਰਗੇਜ ਬ੍ਰੋਕਰ ਹੈ ਜੋ ਕਿ ਸਭ ਬੈਂਕਾਂ ਦੇ ਨਾਲ ਡੀਲ ਕਰਦਾ ਹੈ, ਉਹਨੂੰ ਜਾ ਕੇ ਮਿਲਣ, ਉਹਨੂੰ ਆਪਣੀ ਸਿਚੁਏਸ਼ਨ ਦੱਸਣ, ਉਹਨਾਂ ਆਪਣਾ ਜਿਹੜਾ ਫੁੱਲ ਕ੍ਰੈਡਿਟ ਸਕੋਰ ਹੈਗਾ ਆ ਉਹਨੂੰ ਸ਼ੇਅਰ ਕਰਨ, ਸੋ ਤਾਂ ਕਿ ਜਿਹੜਾ ਪਰਸਨਲ ਜਿਹੜਾ ਮੌਰਗੇਜ ਬ੍ਰੋਕਰ ਹੈਗਾ ਆ ਉਹਨਾਂ ਦੀ ਹੈਲਪ ਕਰ ਸਕੇ। ਓਕੇ, ਜਿਵੇਂ ਆਪਾਂ ਕਹਿੰਦਾ ਕਿ ਜਿਵੇਂ ਬੀ ਲੈਂਡਰਸ ਹੁੰਦੇ ਆ ਔਰ ਕਿਤੇ ਬਾਹਰੋਂ ਜੀ, ਤੇ ਜਿਹੜੀ ਆਪਣੀ ਮੌਰਗੇਜ ਪ੍ਰੀ ਅਪਰੂਵਲ ਹੁੰਦੀ ਆ ਉਹ ਕਿਸ ਫਾਰਮ 'ਚ ਹੁੰਦੀ ਆ? ਆਪਾਂ ਨੂੰ ਪੇਪਰ ਮਿਲਦਾ, ਈਮੇਲ ਮਿਲਦੀ ਆ, ਔਰ ਸਿਰਫ ਜਵਾਨੀ ਹੁੰਦੀ ਆ? ਓਕੇ, ਸੋ ਜਦੋਂ ਆਪਾਂ ਸਿੱਧਾ ਬੈਂਕ ਦੇ ਕੋਲ ਜਾਂਦੇ ਆ ਉਦੋਂ ਉਹ ਆਪਾਂ ਨੂੰ ਮੋਸਟਲੀ ਕੀ ਕਰਦੇ ਆ, ਫਾਈਨੈਂਸ਼ੀਅਲ ਐਡਵਾਈਜ਼ਰ ਉਹ ਆਪਾਂ ਨੂੰ ਜਵਾਨੀ ਦੱਸ ਦਿੰਦੇ ਆ, ਉਹ ਟੱਚ ਨਹੀਂ ਕਰਦੇ, ਕਿਉਂਕਿ ਕੋਈ ਵੀ ਚੀਜ਼ ਜਦੋਂ ਆਪਾਂ ਬੈਂਕ 'ਚ ਪਾਤੀ ਆ ਉੱਥੇ ਫਿਰ ਆਪਾਂ ਵਾਪਸ ਨਹੀਂ ਜਾ ਸਕਦੇ। ਸੋ ਪਹਿਲੀ ਗੱਲ ਤਾਂ ਹਲਕੀ ਜਿਹੀ ਪਹਿਲਾਂ ਵਰਬਲ ਅਪਰੂਵਲ ਲੈ ਆਓ, ਐਂਡ ਜੋ ਤੁਸੀਂ ਰੈਡੀ ਹੈਗੇ ਆ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਪੂਰੇ ਪੇਪਰ ਵਰਕ ਦਿਓ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜਦੋਂ ਤੁਸੀਂ ਪ੍ਰੋਸੈਸ ਸਟਾਰਟ ਕਰਨਾ ਹੈ ਤੁਸੀਂ ਸੋਚ ਰਹੇ ਹੋ ਕਿ ਤੁਸੀਂ TD ਨਾ ਜਾਓਗੇ, ਲੇਕਿਨ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਰੋਇਲ ਬੈਂਕ ਜ਼ਿਆਦਾ ਬੈਟਰ ਚੋਇਸ ਹੋਏਗੀ, ਉੱਥੇ ਦਾ ਮੌਰਗੇਜ ਬ੍ਰੋਕਰ ਤੁਹਾਨੂੰ ਜ਼ਿਆਦਾ ਵਧੀਆ ਸਰਵਿਸ ਦੇ ਰਿਹਾ ਹੈ ਫੋਰ ਐਗਜ਼ਾਮਪਲ, ਹੈ ਨਾ। ਸੋ ਤੁਸੀਂ ਕੁਛ ਪਾਣਾ ਨਹੀਂ ਹੈਗਾ ਸਿਸਟਮ ਦੇ ਵਿੱਚ, ਤੁਸੀਂ ਪਹਿਲਾਂ ਸਟਾਰਟਿੰਗ 'ਚ ਵਰਬਲ ਲਓ, ਲੇਕਿਨ ਬਾਅਦ ਵਿੱਚ ਡੈਫੀਨੇਟਲੀ ਤੁਹਾਨੂੰ ਜਿਹੜਾ ਪੇਪਰ ਦੇ ਵਿੱਚ ਉਹਨੂੰ ਅਪਰੂਵਲ ਚਾਹੀਦੀ ਹੋਏਗੀ। ਸਪੈਸ਼ਲੀ ਜੇ ਤੁਸੀਂ ਨਵੀਂ ਇਨਵੈਸਟਮੈਂਟ ਕਰ ਰਹੇ ਹੋ, ਤੁਸੀਂ ਕੌਂਡੋ ਲੈ ਰਹੇ ਹੋ, ਕੌਂਡੋ ਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਆਪਾਂ ਨਵੀਂ ਯੂਨਿਟ ਆਪਾਂ ਬੁੱਕ ਕਰਾਉਂਦੇ ਹੈਗੇ ਆ ਉੱਥੇ ਬੈਂਕ ਦੀ ਪ੍ਰੀ ਅਪਰੂਵਲ ਲੱਗਦੀ ਹੈਗੀ ਆ। ਕਿਸ ਰੀਜ਼ਨ ਵਾਸਤੇ? ਉਹੀ ਇਸ ਤਰ੍ਹਾਂ ਹੈ ਕਿਉਂਕਿ ਆਲਰੇਡੀ ਬਹੁਤ ਡਿਮਾਂਡ ਹੈ ਕੌਂਡੋਜ਼ ਦੀ, ਐਂਡ ਜਿਹੜਾ ਬਿਲਡਰ ਹੈ ਉਹ ਵੀ ਅਸ਼ੋਰਟੀ ਚਾਹੁੰਦਾ ਹੈ ਕਿ ਜਿਹੜਾ ਬੰਦਾ ਮੇਰੇ ਕੋ ਅੱਜ ਪ੍ਰਾਪਰਟੀ ਖਰੀਦ ਰਿਹਾ ਹੈ ਜਦੋਂ ਉਹਦਾ ਟਾਈਮ ਆਏਗਾ ਉਹ ਕਲੋਜ਼ ਵੀ ਕਰਾਏਗਾ, ਜਦ ਕਿ ਮੇਰੇ ਖਿਆਲ 'ਚ ਇੰਨੇ ਖਾਸ ਸੈਂਸ ਨਹੀਂ ਬਣਦੀ, ਕਿਉਂਕਿ ਜੇ ਆਪਾਂ ਕੌਂਡੋ ਦੀ ਗੱਲ ਕਰੀਏ ਤਾਂ ਉਹਦੀ ਕਲੋਜ਼ਿੰਗ 4 ਤੋਂ 5 ਸਾਲ ਹੁੰਦੀ ਆ। ਹੋ ਸਕਦਾ ਹੈ ਕਿ 5 ਸਾਲ ਬਾਅਦ ਸਿਚੁਏਸ਼ਨ ਚੇਂਜ ਹੋ ਜਾਏ, ਉਹ ਫਿਰ ਹੋਰ ਆਪਸ਼ਨਸ ਹੁੰਦੀਆਂ, ਹੋਰ ਕਲੋਜ਼ਸ ਹੁੰਦੀਆਂ ਜਿਹੜੀਆਂ ਕਿ ਅੱਗੇ ਜਿਹੜਾ ਬਾਇਰ ਹੈਗਾ ਆ ਉਹਨੂੰ ਕਵਰ ਕਰਦੀਆਂ। ਇਹ ਵਾਲੀ ਚੀਜ਼ ਆਪਾਂ ਮੋਰ ਡਿਟੇਲ ਦੇ ਵਿੱਚ ਕਿਸੇ ਹੋਰ ਦਿਨ ਆਪਾਂ ਡਿਸਕਸ ਕਰਾਂਗੇ। ਜ਼ਰੂਰ। ਤੇ ਹੁਣ ਹਾਂਜੀ ਜੀ ਦੱਸੋ ਮੈਨੂੰ, ਆਪਾਂ ਜਿਹੜੀ ਪ੍ਰੀ ਅਪਰੂਵਲ ਆ ਜੀ ਆਪਣੀ ਜਿਹੜੀ ਮੰਥਲੀ ਬਜਟ ਕਹਿੰਦੇ ਆ, ਹਾਂਜੀ, ਉਹ 'ਚ ਕਿਵੇਂ ਪਲੇ ਹੁੰਦੀ ਆ? ਬਿਲਕੁਲ। ਸੋ ਜਦੋਂ ਆਪਾਂ ਗੱਲ ਕਰੀਏ ਮੰਥਲੀ ਬਜਟ ਦੀ, ਆਪਣੀ ਪ੍ਰੀ ਅਪਰੂਵਲ ਆਪਾਂ ਨੂੰ ਦੱਸ ਦਿੰਦੀ ਹੈ ਕਿ ਹਾਂ ਮੌਰਗੇਜ ਦੀ ਜਿਹੜੀ ਆ ਮੇਰੀ ਪੇਮੈਂਟ ਇੰਨੀ ਆਏਗੀ, ਹੁਣ ਮੇਰਾ ਜਿਹੜਾ ਘਰ ਹੈ ਉਹਦੀ ਜਿਹੜੀ ਪ੍ਰਾਪਰਟੀ ਟੈਕਸ ਆ ਮੈਨੂੰ ਇੰਨਾ ਦਾ ਪਏਗਾ। ਤੁਸੀਂ ਫਿਰ ਆਪਣਾ ਵਧੀਆ ਐਸਟੀਮੇਟ ਲਗਾ ਸਕਦੇ ਹੋ। ਤੁਹਾਨੂੰ ਹਰ ਕਿਸੇ ਨੂੰ ਪਤਾ ਹੈ ਕਿ ਅਸੀਂ ਸਿਰਫ ਮੌਰਗੇਜ ਹੀ ਨਹੀਂ ਪੇ ਕਰਨੀ, ਜਦਕਿ ਆਪਣੇ ਘਰਾਂ ਦੀ ਵੀ ਹੈ ਪੇਮੈਂਟਸ, ਆਪਣੀ ਇੰਸ਼ੋਰੈਂਸ ਵੀ ਹੈ, ਹੋਰ ਵੀ ਘਰ ਦੇ ਬਹੁਤ ਸਾਰੇ ਖਰਚੇ ਹੁੰਦੇ ਆ। ਸੋ ਜਦੋਂ ਆਪਾਂ ਪ੍ਰੀ ਅਪਰੂਵਲ ਲੈਂਦੇ ਆ ਔਰ ਆਪਾਂ ਨੂੰ ਬਜਟਿੰਗ ਕਰਕੇ ਉਹ ਇੱਕ ਅਮਾਊਂਟ ਦੱਸਦੇ ਆ, ਉਹ ਡੈਫੀਨੇਟਲੀ ਆਪਾਂ ਨੂੰ ਹੈਲਪ ਕਰਦਾ ਆ ਆਪਣਾ ਜਿਹੜਾ ਮੰਥਲੀ ਬਜਟ ਆ ਉਹਨੂੰ ਬਣਾਉਣ ਦੇ ਲਈ।
ਜਿਵੇਂ ਸੇਮ ਤਰੀਕੇ ਜੇ ਆਪਾਂ ਗੱਡੀ ਦੇਖਦੇ ਆ, ਆਪਾਂ ਜੀ। ਕੋਟੇਸ਼ਨ ਲੈਂਦੇ ਆ, ਪਰਚੇਸ ਬਿਲਕੁਲ। ਪ੍ਰਾਈਸ ਤੇ ਸਿਰਫ ਖਤਮ ਨਹੀਂ ਹੁੰਦੇ ਕੰਮ, ਜੀ, ਜੀ। ਪਰ ਗੈਸ ਵੀ ਪੇ ਕਰਨੀ ਹੁੰਦੀ ਹੈ, ਬਿਲਕੁਲ, ਬਿਲਕੁਲ। ਮੇਨਟੇਨੈਂਸ ਪੇ ਕਰਨੀ ਹੁੰਦੀ ਹੈ, ਬਿਲਕੁਲ। ਇੰਸ਼ੋਰੈਂਸਸ, ਜੀ, ਜੀ, ਜੀ। ਪਲੇਟਾਂ ਵਾਸਤੇ ਸਭ ਹਾਂ। ਕੁਝ, ਰਾਈਟ? Yeah. ਸੇਮ ਥਿੰਗ ਆਈ ਗੈਸ ਫॉर ਜਿਹੜੇ ਪ੍ਰੀ ਅਪਰੂਵਲ ਆ, ਹਾਂਜੀ। ਉਹ ਆਪਾਂ ਨੂੰ ਦੱਸ ਦਿੰਦੇ ਪ੍ਰਾਈਸ ਆਪਣਾ ਕਿੰਨਾ ਅਫੋਰਡ ਹੈ, ਬਿਲਕੁਲ। ਪਰ ਜਿਹੜਾ ਕਿੰਨਾ? ਬਾਕੀ ਮੰਥਲੀ ਹਾਂ, ਬਜਟ ਆ ਉਹ ਮੇਕਅਪ ਡਿਫਰੈਂਸ ਕਰਦਾ। ਬਿਲਕੁਲ ਬਿਲਕੁਲ। ਤੇ ਕੌਣ ਹੈਲਪ ਕਰ ਸਕਦਾ ਬਜਟ ਬਣਾਉਣ ਵਾਸਤੇ? ਬਜਟ ਬਣਾਉਣ ਦੇ ਲਈ ਪਹਿਲੀ ਤੁਹਾਡੀ ਹੈਲਪ ਆ ਉਹ ਤੁਹਾਡਾ ਮੋਰਗੇਜ ਬ੍ਰੋਕਰ ਆ। ਉਸ ਦੇ ਨਾਲ ਜਿਹੜਾ ਤੁਹਾਡਾ ਰੀਅਲਟਰ ਹੈਗਾ ਆ, ਉਹਦੀ ਜ਼ਿੰਮੇਵਾਰੀ ਬਣਦੀ ਹੈ। ਜੇ ਤੁਸੀਂ ਰੀਅਲਟਰ ਜਿਹੜਾ ਹੈ ਐਕਸਪੀਰੀਅੰਸਡ ਹੈ, ਉਹ ਤੁਹਾਨੂੰ ਹਰ ਚੀਜ਼ ਲਈ ਗਾਈਡ ਕਰ ਸਕਦਾ ਹੈ। ਸੋ ਤੁਸੀਂ ਉਹਦੀ ਹੈਲਪ ਲੈ ਸਕਦੇ ਹੋ। ਐਪਸ ਹੈਗੀਆਂ ਆ, ਤੁਸੀਂ ਉਹਦੇ ਵਿੱਚ ਸਿਸਟਮ 'ਚ ਪਾ ਸਕਦੇ ਹੋ ਕਿ ਤੁਹਾਨੂੰ ਫਿਰ ਹਲਕਾ ਜਿਹਾ ਆਈਡੀਆ ਆ ਜਾਂਦਾ ਆ ਕਿ ਮੇਰੀ ਜੇ ਤੁਸੀਂ ਕੌਂਡੋ ਲੈ ਰਹੇ ਹੋ ਤਾਂ ਮੇਰੀ ਜਿਹੜੀ ਮੰਥਲੀ ਫੀਸ ਇੰਨੀ ਹੋਏਗੀ, ਕੌਂਡੋ ਫੀਸ ਇੰਨੀ ਹੋਏਗੀ, ਪ੍ਰੋਪਰਟੀ ਟੈਕਸ ਇੰਨਾ ਹੋਏਗਾ, ਔਰ ਇਸ ਕਾਰਨ ਤੁਹਾਨੂੰ ਹਲਕਾ ਜਿਹਾ ਆਈਡੀਆ ਆ ਜਾਏਗਾ ਕਿ ਤੁਸੀਂ ਕਿੰਨਾ ਕੁ ਅਫੋਰਡ ਕਰ ਸਕਦੇ ਹੋ। ਜ਼ਰੂਰ। ਆਈ ਥਿੰਕ ਇਹ ਬਹੁਤ ਹੈਲਪਫੁਲ ਸੀ ਇਹ ਤੁਸੀਂ ਜਿਹੜੀ ਗੱਲ ਦੱਸੀ, ਕਿਉਂਕਿ ਆਪਾਂ ਕਾਫੀ ਗੱਲ ਕੀਤੀ ਹੋਈ ਅਫੋਰਡੇਬਿਲਿਟੀ ਬਾਰੇ, ਜੀ। ਤੇ ਅਫੋਰਡੇਬਿਲਿਟੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਜਿਹੜੀ ਹੁੰਦੀ ਆ ਆਪਣੇ ਬਜਟ ਨਾਲ ਹੀ ਹੁੰਦੀ ਆ। ਬਿਲਕੁਲ ਬਿਲਕੁਲ। ਤੇ ਜਿੱਥੇ ਆਪਾਂ ਗੱਲ ਕਰਦੇ ਹਾਂ ਬਜਟ, ਜੀ, ਆਪਾਂ ਨੂੰ ਗੋਲਸ ਸੈੱਟ ਕਰਨੇ ਚਾਹੀਦੇ ਨੇ, ਬਿਲਕੁਲ। ਤੇ ਕਿਸ ਟਾਈਪ ਆਫ ਗੋਲਸ ਸੈੱਟ ਕਰਨੇ ਚਾਹੀਦੇ ਨੇ? ਜਦੋਂ ਆਪਾਂ ਮੋਰਗੇਜ ਆਪਾਂ ਹੁਣ ਘਰ ਲੈ ਲਿਆ, ਹੁਣ ਟਾਈਮ ਆ ਗਿਆ ਮੋਰਗੇਜ ਦਾ, ਸੋ ਬਹੁਤ ਹੀ ਇੰਪੋਰਟੈਂਟ ਹੈ ਇਹ ਜਾਨਣਾ ਕਿ ਜਿਹੜੀ ਪ੍ਰਾਪਰਟੀ ਅਸੀਂ ਲਈ ਆ ਉਹ ਅਸੀਂ ਕਿਉਂ ਲੈ ਰਹੇ ਹਾਂ। ਜੇ ਤਾਂ ਅਸੀਂ ਜ਼ਿਆਦਾ ਦੇਰ ਤੱਕ ਰਹਿਣਾ ਹੈਗਾ, ਫਿਰ ਤਾਂ ਤੁਸੀਂ ਉਹਨੂੰ ਆਪਾਂ ਸੋਚ ਲਿਆ ਕਿ ਲੌਂਗ ਟਰਮ ਲਈ ਆ, ਤਾਂ ਆਪਾਂ ਉਹਨੂੰ ਲੌਕ ਕਰ ਸਕਦੇ ਹਾਂ ਬੈਟਰ ਇੰਟਰਸਟ ਦੇ ਲਈ। ਫੋਰ ਐਗਜ਼ਾਮਪਲ ਕਿ ਆਪਾਂ ਘਰ ਲੈ ਲਿਆ ਆ ਔਰ ਆਪਾਂ ਕਿਤੇ ਜਾਣਾ ਨਹੀਂ, ਸੋ ਆਪਾਂ ਉਹਨੂੰ ਲੌਕ ਕਰਾ ਕੇ 5 ਸਾਲ ਲਈ ਆਪਾਂ ਨਿਸ਼ਚਿੰਤ ਹੋ ਗਏ ਹਾਂ ਕਿ ਆਪਾਂ ਨੂੰ ਟੈਨਸ਼ਨ ਨਹੀਂ, ਮਾਰਕੀਟ 'ਚ ਕੁਝ ਵੀ ਹੋਵੇ ਮੇਰਾ ਜਿਹੜਾ ਰੇਟ ਆ ਇੰਨਾ ਹੀ ਰਹੇਗਾ, ਫਿਕਸ ਰੇਟ ਜਿਹੜਾ ਹੋਏਗਾ, ਹੈ ਨਾ ਜੀ। ਸਾਡੇ ਨਾਲ ਸਰੋਤੇ ਜੁੜੇ ਨੇ, ਗੁਰਚਰਨ ਜੀ। ਜੀ ਸਵਾਗਤ ਤੁਹਾਡਾ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹੁਣ ਮੈਂ ਏਜੰਟ ਨੂੰ ਖੁਦ ਆਪ ਦੱਸਿਆ ਸੀ ਘਰ, ਮੈਂ ਕਿਹਾ ਵੀ ਇੰਨੇ ਦਾ ਲੱਗਾ ਆ। ਜੀ ਜੀ। ਤੇ ਉਹ ਕਹਿੰਦਾ ਠੀਕ ਆ। ਮੈਂ ਜੋ ਉਹਨੇ ਪਾਰਟਮੈਂਟ ਬਣਾ ਕੇ ਮੈਨੂੰ ਦਿਖਾ ਲਿਆ, ਮੈਨੂੰ ਆ ਗਿਆ ਪਸੰਦ ਜੀ। ਤੇ ਮੈਂ ਕਿਹਾ ਵੀ ਆਪਾਂ ਵੀ 699 ਲੱਗਾ, ਵੀ ਆਪਾਂ 690 ਦੀ ਭਰਦੀ ਆ। ਫਿਰ ਕਹਿੰਦਾ ਠੀਕ ਆ। 5 ਮਿੰਟਾਂ ਬਾਅਦ ਫੋਨ ਆ ਗਿਆ, ਕਹਿੰਦਾ ਇਹ 8 ਦਾ ਬਣਨਾ ਜੀ। ਇਹ 5 ਮਿੰਟਾਂ ਬਾਅਦ ਥੋੜਾ ਆਫਰ ਆ ਗਈਆਂ 5 ਮਿੰਟਾਂ ਦੇ ਵਿੱਚ ਜੀ। ਫੇਰ ਹਾਰ ਕੇ ਮੈਂ ਉਹ ਜਵਾਬ ਹੀ ਦਿੱਤਾ, ਭਾਈ ਸਤਿ ਸ੍ਰੀ ਅਕਾਲ ਕਹਿਤੀ ਹੈ ਜੀ 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 ਜੀ। ਗੁਰਚਰਨ ਜੀ, ਇਸੇ ਕਰਕੇ ਹੁਣ ਚਰਚਾ ਚੱਲ ਰਹੀ ਹੈ ਵੀ ਜਿਹੜੀ ਆ ਬਲਾਈਂਡ ਜਿਹੜੀ ਆਫਰ ਆ ਉਹਨੂੰ ਬੰਦ ਕੀਤਾ ਜਾਵੇ, ਤੇ ਇਹਦੇ ਬਾਰੇ ਕਈ ਲੋਕ ਇਹਦੇ ਹੱਕ 'ਚ ਵੀ ਆ, ਵਿਰੋਧ 'ਚ ਵੀ ਆ। ਠੀਕ ਆ, ਆਫਰਾਂ ਆਉਂਦੀਆਂ, ਚਲੋ ਲਾਵਾ ਵੱਖਰੀ ਗੱਲ ਆ। 5 ਮਿੰਟਾਂ ਚ ਥੋੜਾ ਆਫਰ ਆ ਗਈਆਂ ਭਾਜੀ, ਲੱਖ ਰੁਪਇਆ ਵੱਧ ਗਏ ਜੀ। ਬਿਲਕੁਲ, ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਆ ਜੀ। ਜੀ ਜੀ ਸ਼ਰਮਾ ਜੀ। ਹਾਂਜੀ ਭਾਜੀ, ਬਿਲਕੁਲ। ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲ ਰੀਅਲਟਰ ਨੂੰ ਹਾਇਰ ਕਰਦੇ ਹੋ, ਉਹਦੀ ਜੌਬ ਬਣਦੀ ਆ ਕਿ ਉਹ ਤੁਹਾਨੂੰ ਦੱਸੇ ਕਿ ਜਿੱਥੇ ਤੁਸੀਂ ਆਫਰ ਪਾ ਰਹੇ ਆ ਉੱਥੇ ਦੇ ਮਾਰਕੀਟ ਜਿਹੜਾ CMA ਹੁੰਦਾ, ਬਣਾਉਣਾ ਹੁੰਦਾ ਬਾਇਰ ਏਜੰਟਸ ਨੇ, ਤੇ ਉੱਥੇ ਕੀ ਪ੍ਰਾਈਸ ਚੱਲ ਰਹੀ ਆ। ਇਹ ਨਹੀਂ ਕਿ ਹਾਂ ਲਿਸਟਿੰਗ ਹੁਣ 6 ਲੱਖ ਦਾ ਲੱਗਾ ਆ ਤਾਂ ਉਹਦੀ ਪ੍ਰਾਈਸ ਉਸ ਦੀ ਉੱਥੇ 19 ਕੀ ਹੋਏਗੀ, 680 ਹੋਏਗੀ, ਰਾਈਟ? ਤੇ ਕਈ ਵਾਰੀ ਸੈਲਰਸ ਜਾਂ ਲਿਸਟਿੰਗ ਏਜੰਟ ਨੇ ਜਿਹੜੀ ਪ੍ਰਾਪਰਟੀ ਲਿਸਟ ਕੀਤੀ ਹੁੰਦੀ ਆ ਉਹ ਬਿਲੋ ਮਾਰਕੀਟ ਪ੍ਰਾਈਸ ਕੀਤੀ ਹੁੰਦੀ ਆ, ਤੇ ਇਸੇ ਕਰਕੇ ਹੋ ਸਕਦਾ ਉਸ ਪ੍ਰਾਪਰਟੀ ਤੇ ਵੱਧ ਜਿਹੜੀ ਪ੍ਰਾਈਸ ਜੋ ਵੀ ਮਾਰਕੀਟ ਪ੍ਰਾਈਸ ਤੋਂ ਜ਼ਿਆਦਾ ਉੱਥੇ ਆਈ ਹੈਗੀ ਆ, ਰਾਈਟ? ਤੇ ਕਈ ਵਾਰੀ ਇਹ ਤੁਸੀਂ ਜਦੋਂ ਜਾਣਾ ਹੈਗਾ ਆਫਰ ਪਰ ਤੁਸੀਂ ਪ੍ਰਿਪੇਅਰ ਕਰਕੇ ਜਾਣਾ ਹੈਗਾ ਕਿ ਹਾਂ ਪਹਿਲਾਂ ਏਜੰਟ ਆਪਣੇ ਨੂੰ ਪੁੱਛੋ ਕਿ ਇੱਥੇ ਕੀ ਪ੍ਰਾਈਸ ਹੈ, ਕਿੰਨੀ ਚੱਲਦੀ ਹੈ। ਇਹ ਨਹੀਂ ਕਿ ਕਿਸੇ ਨੇ ਘੱਟ ਦੀ ਲਾਈ ਹੋ ਤਾਂ ਉਹਨੇ ਦਾ ਮਿਲ ਜਾਣਾ। ਤੇ ਇਸ ਤੁਸੀਂ ਕੁਐਸਚਨ ਕਰ ਸਕਦੇ ਆ ਵੀ ਇਹਦਾ ਸਾਨੂੰ ਪਹਿਲਾਂ ਕੱਢ ਕੇ ਦੇ ਕਿ ਇੱਥੇ ਪ੍ਰਾਈਸ ਕਿੰਨੀ ਚੱਲਦੀ ਆ ਪ੍ਰਾਪਰਟੀ ਦੀ, ਫਿਰ ਤੁਸੀਂ ਕਰ ਸਕਦੇ ਜੀ। ਸਾਡੇ ਨਾਲ ਅਗਲੇ ਕਾਲਰ ਨੇ 0764। ਸਵਾਗਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਬਿੰਦਰ ਆ ਜੀ। ਜੀ ਜੀ ਸਵਾਗਤ ਜੀ। ਜੀ ਮਾਹੌਲ ਹਨਾ, ਆਵਾਜ਼ ਨਹੀਂ ਆਉਂਦੀ, ਆਵਾਜ਼ ਥੋੜੀ ਜਿਹੀ ਉੱਚੀ ਬੋਲੋ ਜੀ। ਮੈਂ ਕਿਹਾ ਜਿਵੇਂ ਹੁਣ ਤੁਸੀਂ ਗੱਲ ਸ਼ੁਰੂ ਕੀਤੀ, ਚੋਣਾਂ ਦਾ ਮਾਹੌਲ ਆ ਵੀ ਹੁਣ ਮੁੱਦੇ ਉੱਠ ਰਹੇ ਆ ਵੱਖ-ਵੱਖ। ਜੀ ਬਿਲਕੁਲ। ਤੇ ਜਿਵੇਂ ਆਹ ਵੀਰ ਗੁਰਚਰਨ ਨੇ ਵੀ ਗੱਲ ਕੀਤੀ ਆ ਵੀ ਇੰਨੇ ਦੀ ਆਫਰ ਚ ਆਏ ਹੋ ਗਏ, ਤੁਹਾਡੇ ਹਿਸਾਬ ਨਾਲ ਨਹੀਂ ਜਿਹੜੇ ਰੀਅਲ ਸਟੇਟ ਵਾਲੇ ਏਜੰਟ ਆ ਵੀ ਹੋਣੇ ਨਹੀਂ ਚਾਹੀਦੇ ਜੀ ਵਿਚਾਲੇ, ਵੀ ਮੈਂ ਘਰ ਵਿੱਚ ਨਾ ਤੁਸੀਂ ਲੈਣਾ ਲਾਇਰ ਹੋਵੇ ਤੇ ਉਹਨਾਂ ਦੇ ਥਰੂ ਹੋਵੇ ਤੇ ਇਹਨਾਂ ਨੂੰ ਸਾਰਿਆਂ ਨੂੰ ਫੈਕਟਰੀ ਭੇਜਿਆ ਜਾਵੇ ਤੇ ਲਾ ਕੇ ਟਾਈ ਜੀ 3 ਲੈ ਕੇ ਸੂਟ ਜੇ ਤੇ ਮੁੜ ਕੇ ਇਹ ਸਾਰੀ ਮਾਰਕੀਟ ਨੂੰ ਕਿਵੇਂ ਹੋ ਰਿਹਾ? ਤੁਸੀਂ ਸਹਿਮਤ ਆ ਵੀ ਇਹ ਹੋਣੇ ਨਹੀਂ ਚਾਹੀਦੇ ਰੀਅਲ ਸਟੇਟ ਏਜੰਟ ਜੀ? ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਆਪਾਂ ਕਿਸੇ ਦੀ ਰੋਜੀ ਰੋਟੀ ਤੇ ਲੱਤ ਮਾਰੀਏ, ਪਰ ਇਹਨਾਂ ਨੂੰ ਕਿਸੇ ਕਾਨੂੰਨ ਦੇ ਦਾਇਰੇ ਵਿੱਚ ਰੱਖਿਆ ਜਾ ਸਕਦਾ
ਤਾਂ ਕਿ ਇਹਨਾਂ ਨੂੰ ਕੁਝ ਪਾਬੰਦੀਆਂ ਇਹਨਾਂ ਤੇ ਵਧਾਈਆਂ ਜਾ ਸਕਦੀਆਂ ਵੀ ਉਸ ਦਾਇਰੇ ਵਿੱਚ ਰਹਿ ਕੇ ਆਪਾਂ ਕਦੇ ਵੀ ਕੋਈ ਵੀ ਕਿਸੇ ਦੇ ਹੱਕ ਵਿੱਚ ਨਹੀਂ ਹੋਊਗਾ ਵੀ ਆਪਾਂ ਕਿਸੇ ਦੀ ਰੋਟੀ ਨੂੰ ਖੋਹ ਲਈਏ। ਰੋਟੀ ਦੀ ਨਹੀਂ ਗੱਲ ਹੈ ਜੀ। ਦੇਖੋ ਮੈਂ ਇਹਦਾ ਆਨਸਰ ਕਰਦਾ ਜੀ ਤੇ ਦੇਖੋ ਹਰ ਇੱਕ ਬੰਦਾ ਜਿਹੜਾ ਹੈਗਾ ਹਰ ਕੰਮ ਨਹੀਂ ਕਰ ਸਕਦਾ ਹੈਗਾ। ਤੁਸੀਂ ਇੱਕ ਬੰਦਾ ਜੇ ਤੁਸੀਂ ਟਰੱਕ ਡਰਾਈਵਰ ਹੋ ਰਾਈਟ, ਤੁਸੀਂ ਟਰੱਕ ਡਰਾਈਵਿੰਗ ਦਾ ਕੰਮ ਕਰ ਸਕਦੇ ਹੋ। ਕੋਈ ਡਾਕਟਰ ਹੈ, ਡਾਕਟਰ ਬਣ ਸਕਦਾ ਹੈਗਾ, ਟਰੱਕ ਡਰਾਈਵਰ ਆਪਰੇਸ਼ਨ ਨਹੀਂ ਕਰ ਸਕਦਾ ਹੈਗਾ। ਜੀ ਬਿਲਕੁਲ ਠੀਕ ਹੈ ਜੀ। ਜਿਸ ਤਰ੍ਹਾਂ ਹੁਣ ਪਾਇਲਟ ਹੈ, ਤੁਸੀਂ ਨਾਲ ਕੋਈ ਅੱਛਾ ਪਾਇਲਟ ਹੈ, ਉਹੀ ਤੁਹਾਨੂੰ ਪ੍ਰੋਪਰ ਡੈਸਟੀਨੇਸ਼ਨ ਤੇ ਅਰਾਈਵ ਕਰਾਏਗਾ ਜੇ ਤੁਹਾਡੇ ਨਾਲ ਕੋਈ ਅੱਛਾ ਸਾਥ ਹੈਗਾ ਜਿਹੜਾ ਉਸ ਨੂੰ ਕੰਮ ਦਾ ਆਉਂਦਾ ਹੈਗਾ। ਇਸੇ ਤਰ੍ਹਾਂ ਰੀਅਲ ਸਟੇਟ ਦਾ ਫੀਲਡ ਹੈ, ਉਹ ਅਗਰ ਤੁਸੀਂ ਅੱਛੇ ਪ੍ਰੋਫੈਸ਼ਨਲ ਰੀਅਲਟਰ ਨਾਲ ਨਹੀਂ ਕੰਮ ਕਰਦੇ, ਮੈਨੂੰ ਲੱਗਦਾ ਕਿ ਤੁਹਾਡਾ ਕਾਫੀ ਬੈਡ ਐਕਸਪੀਰੀਅੰਸ ਹੋਇਆ ਹੈ। ਤੇ ਜਿਹੜਾ ਅੱਛਾ ਰੀਅਲਟਰ ਹੈ ਉਹਦੀ ਜੌਬ ਹੈ ਐਜ਼ ਅ ਪਾਇਲਟ ਕਿ ਤੁਹਾਨੂੰ ਟੇਕ ਆਫ ਇੱਥੋਂ ਕਰਕੇ ਪ੍ਰੋਪਰ ਡੈਸਟੀਨੇਸ਼ਨ ਤੇ ਪਹੁੰਚਾਉਣਾ, ਤੇ ਉਹਦੀ ਜੌਬ ਹੈ। ਉਹ ਤੁਸੀਂ ਨਹੀਂ ਕਰ ਸਕਦੇ, ਜਾਂ ਤੁਹਾਡੇ ਕੋਲ ਐਕਸੈਸ ਹੋਵੇ ਪ੍ਰੋਪਰ, ਤੁਹਾਨੂੰ ਕੰਪੈਰੀਬਲ ਕਿੰਨੇ ਦਾ ਆ ਕੀ ਹੈ। ਇਹ ਐਕਸਪੀਰੀਅੰਸ ਮੈਟਰ ਕਰਦਾ ਹੈਗਾ। ਇਹਨੂੰ ਤੁਸੀਂ ਇਸ ਤਰ੍ਹਾਂ ਨਾ ਕਹੋ ਕਿ ਸਾਰੇ ਇੱਕੋ ਚੀਜ਼ 'ਚ ਨਾ ਪਾਓ, ਤੇ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਤੇ ਹਮੇਸ਼ਾ ਪ੍ਰੋਫੈਸ਼ਨਲ ਹੀ ਹੁੰਦਾ ਹੈਗਾ, ਉਹਦੀ ਰਿਸਪੈਕਟ ਕਰੋ ਜੀ। ਅਗਲੇ ਕੱਲ ਸਾਡੇ ਨਾਲ ਸੁਖਦੇਵ ਥਾਪਰ ਜੀ, ਸਵਾਗਤ ਤੁਹਾਡਾ। ਸੰਗਾ ਸਾਹਿਬ ਬਹੁਤ ਧੰਨਵਾਦ, ਮਿਹਰਬਾਨੀ ਜੀ। ਮੈਂ ਗੱਲਬਾਤ ਸੁਣੀ ਸੀ, ਕਾਲਰ ਨੇ ਇੱਕ ਅੱਛਾ ਪੁਆਇੰਟ ਉਠਾਇਆ ਜੀ ਤੁਹਾਡੇ ਵਾਸਤੇ ਕਿ ਜਿਹੜੀ ਏਜੰਟ ਕਈ ਵਾਰੀ ਪ੍ਰਾਈਸ ਜਿਹੜੇ ਨੇ ਉਹ ਜੋ ਮਾਰਕੀਟ ਵਿੱਚ ਰੇਟ ਚੱਲ ਰਹੀ, ਪ੍ਰਾਈਸ ਚੱਲ ਰਹੀ ਹੁੰਦੀ ਆ, ਉਦੋਂ ਘੱਟ ਦੇ ਵਿੱਚ ਲਿਸਟ ਕਰਦੇ ਨੇ ਤਾਂ ਕਿ ਮਲਟੀ ਆਫਰ ਜਿਹੜੀਆਂ ਨੇ ਆਉਣ, ਕੰਪੀਟੀਸ਼ਨ ਜਿਹੜਾ ਆ ਉਹ ਜਿਹੜਾ ਪ੍ਰੋਡਿਊਸ ਕੀਤਾ ਜਾਵੇ। ਅੱਛਾ, ਸਵਾਲ ਇੱਥੇ ਇਹ ਆ ਕਿ ਜਦੋਂ ਮਾਰਕੀਟ ਵੈਲੂਏਸ਼ਨ ਕਰਦੇ ਨੇ ਤੁਹਾਡੀ ਇੰਡਸਟਰੀ ਦੇ ਵਿੱਚ, ਤੇ ਜਿਹੜੀ ਪ੍ਰਾਈਸ ਚੱਲ ਰਹੀ ਹੁੰਦੀ ਆ ਨੇਬਰਹੁੱਡ ਦੇ ਵਿੱਚ, ਉਹਦੇ ਨਾਲ ਕੰਪੈਰੀਜ਼ਨ ਕਰਕੇ ਪ੍ਰਾਈਸ ਕਿਉਂ ਨਹੀਂ ਲਾਈ ਜਾਂਦੀ, ਤਾਂ ਕਿ ਇੱਕ ਤਾਂ ਸਮਾਂ ਜਿਹੜਾ ਬਚਤ ਹੁੰਦੀ ਆ, ਸੈਕੰਡਲੀ ਜਿਹੜੇ ਬਾਹਰ ਹੁੰਦੇ ਨੇ ਪੋਟੈਂਸ਼ੀਅਲੀ ਉਹਨਾਂ ਨੂੰ ਇੱਕ ਆਈਡੀਆ ਹੋ ਜਾਂਦਾ ਵੀ ਆਹ ਪ੍ਰਾਈਸ ਆ, ਚਲੋ ਥੋੜਾ ਬਹੁਤਾ ਅਪ ਡਾਊਨ ਜਾ ਸਕਦਾ। ਤੇ ਕੀ ਲੱਗਦਾ ਨਹੀਂ ਕਿ ਇੰਡਸਟਰੀ ਦੇ ਵਿੱਚ ਜਿਹੜੇ ਏਜੰਟ ਨੇ ਇਹ ਜਾਣਬੁੱਝ ਕੇ ਘੱਟ ਪ੍ਰਾਈਸ ਲਾਉਂਦੇ ਨੇ, ਤੇ ਜਿਹੜੀ ਆ ਤਾਂ ਕਿ ਮਲਟੀ ਆਫਰ ਜਿਹੜੀ ਆ ਜਾਣ? ਜਵਾਬ ਦੇਣਾ ਚਾਹੀਦਾ। ਧੰਨਵਾਦ ਜੀ ਥਾਪਰ ਸਾਹਿਬ, ਬਹੁਤ ਧੰਨਵਾਦ ਤੁਸੀਂ ਜੁਆਇਨ ਕੀਤਾ ਤੇ ਥੈਂਕ ਯੂ। ਬਿਲਕੁਲ, ਇਹ ਜਿਹੜੇ ਪ੍ਰਾਈਸ ਜਿਹੜੀ ਲਾਏ, ਇਹ ਜਿੱਦਾਂ ਸੈਲਿੰਗ ਟ੍ਰਿਕਸ ਹੁੰਦੇ ਆ ਰਾਈਟ, ਇਹ ਏਜੰਟ ਦਾ ਨਹੀਂ, ਬਿਲਕੁਲ ਸੈਲਰ ਦੀ ਕੰਸੈਂਟ ਦੇ ਨਾਲ ਇਹ ਲਿਸਟਿੰਗ ਪ੍ਰਾਈਸ ਲਿਸਟ ਕੀਤੀ ਜਾਂਦੀ ਆ। ਤੇ ਸੈਲਰ ਕਿਸ ਤਰ੍ਹਾਂ ਚਾਹੁੰਦਾ ਹੈਗਾ, ਕਿਉਂਕਿ ਏਜੰਟ ਦੀ ਪ੍ਰਾਪਰਟੀ ਨਹੀਂ ਹੁੰਦੀ, ਸੈਲਰ ਦਾ ਡਿਸੀਜਨ ਹੁੰਦਾ ਮੈਂ ਸਹੀ ਪ੍ਰਾਈਸ ਤੇ ਲਗਾਣੀ ਹੈਗੀ, ਐਕੂਰੇਟ ਪ੍ਰਾਈਸ ਤੇ ਲਗਾਉਣੀ, ਜਾਂ ਮਾਰਕੀਟ ਪ੍ਰਾਈਸ ਤੋਂ ਘੱਟ ਲਗਾਣੀ, ਜਾਂ ਮਾਰਕੀਟ ਪ੍ਰਾਈਸ ਤੋਂ ਵੱਧ ਲਗਾਣੀ ਆ। ਇਹ ਪਹਿਲਾਂ ਹੁੰਦਾ ਸੀਗਾ ਕਿ ਜਦੋਂ ਪਹਿਲਾਂ ਸੀ ਪ੍ਰਾਈਸ ਜਿਹੜੀ ਹੁੰਦੀ ਫਾਰ ਐਗਜ਼ਾਮਪਲ ਮਿਲੀਅਨ ਹੁੰਦੀ ਸੀ, ਉਹ $1,50,000 ਤੱਕ ਲਾ ਲੈਂਦੇ ਸੀ ਤਾਂ ਬਾਹਰ ਉੱਥੇ ਨੈਗੋਸ਼ੀਏਸ਼ਨ ਹੁੰਦੇ ਸੀ। ਉਹ ਟ੍ਰੈਂਡ ਹੁਣ ਖਤਮ ਹੋ ਗਿਆ। ਹਰ ਟਾਈਮ ਜਿਹੜਾ ਬਿਜ਼ਨਸ ਸਾਈਕਲ ਹੈ, ਬਿਜ਼ਨਸ ਚੇਂਜ ਹੁੰਦਾ, ਟਾਈਮ ਚੇਂਜ ਹੁੰਦਾ, ਰਿਕੁਆਇਰਮੈਂਟਸ ਚੇਂਜ ਹੁੰਦੀਆਂ। ਹੁਣ ਕਾਫੀ ਇਸ ਲਈ ਇਹ ਲਗਾਉਂਦੇ ਕਿਉਂਕਿ ਇੱਕ ਤਾਂ ਕੁਇਕ ਜਿਹੜਾ ਸੈਲਰ ਦਾ ਟਾਈਮ ਬਚਦਾ ਹੈਗਾ, ਜਿਹੜਾ ਪ੍ਰਾਈਸ ਘੱਟ ਲਗਾਉਂਦੇ ਆ ਤਾਂ ਔਰ ਵਿਦਿਨ ਵੀਕ ਜਦੋਂ ਵੀ ਆਫਰ ਡੇਟ ਹੁੰਦੀ ਉਹ ਪ੍ਰਾਪਰਟੀ ਵਿਕ ਜਾਂਦੀ ਹੈਗੀ ਆ। ਉਹ ਸਪਲਾਈ ਐਂਡ ਡਿਮਾਂਡ ਦੀ ਗੱਲ ਆ ਜਾਂਦੀ, ਸੈਲਰ ਨੂੰ ਕੀ ਕੰਫਰਟੇਬਲ ਹੈ। ਠੀਕ ਹੈ, ਇਹ ਠੀਕ ਹੈ, ਬਾਇਰ ਸਾਈਡ ਤੇ ਇਹ ਸਹੀ ਨਹੀਂ ਹੈਗੀ ਅਪਰੋਚ। ਤੇ ਇਹਦੇ ਤੇ ਹਾਂ ਜੇ ਗਵਰਨਮੈਂਟ ਕੁਝ ਕਰ ਸਕਦੀ ਹੈਗੀ ਆ, ਰੈਗੂਲੇਸ਼ਨਸ ਇਹ ਤੇ ਕੁਝ ਇੰਪਲੀਮੈਂਟ ਕਰ ਸਕਦੀ ਵੀ ਆਹ ਚੀਜ਼ ਨਹੀਂ ਕਰਨੀ ਹੈਗੀ। ਪਰ ਜਿੰਨੇ ਚੱਕਰ ਇਹ ਓਪਨ ਹੈ ਰਾਈਟ, ਉਨੇ ਚੱਕਰ ਤਾਂ ਰੀਅਲਟਰ ਜੋ ਵੀ ਚੀਜ਼ ਹੈ ਜਾਂ ਸੈਲਰ ਦੀ ਡਾਇਰੈਕਸ਼ਨ ਤੇ ਉਹ ਕੰਮ ਕਰਦੇ ਹੈਗੇ ਆ ਰਾਈਟ। ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ, ਰੀਅਲਟਰਸ ਦਾ ਕੋਈ ਨਹੀਂ ਰਾਈਟ। ਇਹ ਮਾਰਕੀਟ ਰਾਈਟ, ਬਾਇਰ ਵੀ ਚਾਹੁੰਦਾ ਕਿ ਹਾਂ ਸਾਨੂੰ ਘੱਟ ਤੋਂ ਘੱਟ ਮਿਲੇ ਪ੍ਰਾਈਸ, ਬਾਇਰ ਦੀ ਵੀ ਇਹੀ ਇੰਟੈਂਸ਼ਨ ਹੁੰਦੀ, ਸੈਲਰ ਦੀ ਵੀ ਇਹੀ। ਅਗਰ ਤੁਸੀਂ ਆਪਣਾ ਘਰ ਵੇਚੋਗੇ ਤੁਹਾਡੀ ਵੀ ਇਹੀ ਇੰਟੈਂਸ਼ਨ ਹੋਏਗੀ ਮੈਨੂੰ ਵੱਧ ਤੋਂ ਵੱਧ ਪੈਸੇ ਮਿਲਣ। ਤੇ ਕਿਸ ਤਰ੍ਹਾਂ ਮਿਲਣਗੇ ਉਹ ਤੁਸੀਂ ਆਪਣੀ ਅਪਰੋਚ ਫੋਲੋ ਕਰ ਸਕਦੇ ਹੈਗੇ। ਤੇ ਮਿਸਟਰ ਸ਼ਰਮਾ, ਆਈ ਥਿੰਕ ਜਿੱਥੇ ਆਪਣੇ ਪਿਛਲੇ ਕਾਲਰ ਸੀਗੇ ਇਹ ਗੱਲ ਕਾਫੀ ਉਹਨਾਂ ਨਾਲ ਮਿਲਦੀ ਹੈਗੀ ਹੈ ਕਿ ਜਿੱਥੇ ਮਾਰਕੀਟ 'ਚ ਇੰਨਾ ਕੁ ਸੋਫਿਸਟੀਕੇਟਡ ਟੈਕਟਿਕਸ ਯੂਜ਼ ਹੋ ਰਹੇ ਨੇ, ਤੇ ਫਿਰ ਉੱਥੇ ਜਿਹੜਾ ਬੰਦਾ ਮਾਰਕੀਟ 'ਚ ਬੈਠਾ ਤੇ ਐਨਾਲਾਈਜ਼ ਕਰ ਰਿਹਾ ਰੀਅਲਟਰ, ਉਹਦੀ ਤਾਂ ਫਿਰ ਲੋੜ ਪੈ ਜਾਂਦੀ ਆ। ਬਿਲਕੁਲ, ਉਹ ਤਾਂ ਜ਼ਰੂਰਤ ਹੋ ਜਾਂਦੀ ਉਸ ਟਾਈਮ। ਬਿਲਕੁਲ ਰਿਕੁਆਇਰਮੈਂਟ ਹੈ। ਹੁਣ ਹਰੇਕ ਤੁਸੀਂ ਲਾਇਰ ਐਜ਼ ਅ ਲਾਇਰ ਤੁਸੀਂ ਐਡਵਾਈਜ਼ ਕਰਦੇ ਹੋ, ਜਦੋਂ ਅਸੀਂ ਆਫਰ ਪਾਉਣ ਤੋਂ ਪਹਿਲਾਂ ਅਸੀਂ ਰਿਵਿਊ ਕਰਾਉਂਦੇ ਹਾਂ, ਸਾਰੀਆਂ ਕਲੌਜ਼ਸ ਹੈ। ਕੋਈ ਇਹ ਨਹੀਂ ਕਿ ਇਸ ਈਜ਼ੀ ਪ੍ਰੋਸੈਸ ਹਾਂਜੀ ਤੁਸੀਂ ਗੱਲਬਾਤ ਕਰ ਲਈ ਆਪ ਤੁਹਾਡੇ ਡਨ ਹੋ ਗਿਆ। ਤੁਹਾਡੀਆਂ ਕੰਡੀਸ਼ਨਸ ਕੀ ਆ, ਤੁਹਾਨੂੰ ਪ੍ਰੋਟੈਕਟ ਕਿਸ ਤਰ੍ਹਾਂ ਕਰਨਾ, ਕੀ ਕੰਡੀਸ਼ਨਸ ਹੈ, ਕਿਹਦੀ ਫੇਵਰ ਦੇ ਵਿੱਚ ਹੈ, ਤੁਹਾਡਾ ਪੈਸਾ ਸਟੇਕ ਤੇ ਲੱਗਾ ਹੁੰਦਾ ਉਹ ਤੁਹਾਨੂੰ ਵਾਪਸ ਮਿਲੇਗਾ ਵੀ ਨਹੀਂ ਮਿਲੇਗਾ। ਜੇ ਕੱਲ ਨੂੰ ਸੈਲਰ ਬਾਹਰ ਸਿੱਧੇ ਹੋ ਗਏ ਰਾਈਟ, ਅਗਲਾ ਜਿਹੜਾ ਡਿਪੋਜ਼ਿਟ ਹੁੰਦਾ ਤੁਹਾਡਾ ਪ੍ਰੋਟੈਕਟਡ ਹੁੰਦਾ, ਤੁਹਾਡੀ ਕੰਡੀਸ਼ਨਲਸ ਆਫਰ ਹੁੰਦੀਆਂ, ਤੁਹਾਨੂੰ ਉਹ ਜਿਹੜਾ ਡਿਪੋਜ਼ਿਟ ਟਰਸਟ ਅਕਾਊਂਟ ਦੇ ਵਿੱਚ ਹੁੰਦਾ ਉਹ ਤੁਹਾਨੂੰ ਵਾਪਸ ਮਿਲ ਸਕਦਾ ਹੈਗਾ। ਜੇ ਇਸ ਤਰ੍ਹਾਂ ਹੋਵੇ ਤਾਂ ਹਮੇਸ਼ਾ ਇਹ ਲਿਟੀਗੇਸ਼ਨ ਹੀ ਚੱਲਦੀ ਰਹੇ। ਇਹ ਰੂਲ ਰੈਗੂਲੇਸ਼ਨ ਜਿਹੜੇ ਰੀਕੋ ਤੇ ਬਣੇ ਹੋਏ ਆ, ਇੱਕ ਅੱਛਾ ਸਿਸਟਮ ਹੈ ਤੇ ਇਹਨੂੰ ਤੁਸੀਂ ਯੂਜ਼ ਕਰਨਾ ਚਾਹੀਦਾ। ਜੀ ਸਾਡੀ ਲਾਈਨ ਤੇ ਅਗੇਨ ਥਾਪਰ ਸਾਹਿਬ ਨੇ। ਜੀ ਥਾਪਰ ਸਾਹਿਬ,
ਜੀ ਬਿਲਕੁਲ ਜੀ, ਮੈਂ ਦੁਬਾਰਾ ਆਨਸਰ ਸੁਣ ਰਿਹਾ ਸੀ ਆਫ ਦਾ ਏਅਰ, ਤੇ ਉਹਦੇ ਵਿੱਚ ਚਲੋ ਤੁਸੀਂ ਆਪਣੇ ਜਿਹੜਾ ਪੁਆਇੰਟ ਆਫ ਵਿਊ ਲੈ ਲਿਆ ਹੈਗਾ ਆ ਸੈਲਰ ਨੂੰ ਲੈ ਕੇ ਜੀ। ਪਰ ਗੱਲ ਇਹ ਆ ਕਿ ਜਦੋਂ ਅਸੀਂ ਕਿਸੇ ਵੀ ਪ੍ਰੋਫੈਸ਼ਨਲ ਨੂੰ ਹਾਇਰ ਕਰਦੇ ਹਾਂ ਆਪਣੇ ਜੌਬ ਵਾਸਤੇ, ਬੇਸਿਕਲੀ ਅਸੀਂ ਉਹਦੇ ਕੋਲੋਂ ਕੀ ਐਡਵਾਈਸ ਲੈਂਦੇ ਹਾਂ, ਕਿਉਂਕਿ ਸੈਲਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਉਹ ਇੰਨਾ ਅਵੇਅਰ ਹੋਊਗਾ ਕਿ ਕਿਉਂਕਿ ਜੋ ਵੀ ਐਡਵਾਈਜ਼ਰ ਆਣ ਕੇ ਦੱਸਦਾ ਹੈਗਾ ਆ, ਸੁਜੈਸਟ ਕਰਦਾ ਹੈਗਾ ਵੀ ਆਪਾਂ ਲੋ ਪ੍ਰਾਈਸ ਤੇ ਲਾਉਣੀ ਆ। ਅੱਛਾ, ਹੁਣ ਗੱਲ ਕਰਦੇ ਆ, ਚਲੋ ਲੋ ਪ੍ਰਾਈਸ ਤੇ ਆ ਗਿਆ, ਮਲਟੀ ਆਫਰ ਵੀ ਆ ਜਾਂਦੀਆਂ ਨੇ। ਸੋ ਜਦੋਂ ਮਲਟੀ ਆਫਰ ਆ ਜਾਂਦੀਆਂ ਨੇ, ਫਿਰ ਜਿਹੜਾ ਬਾਇਰ ਹੁੰਦਾ ਜੀ, ਐਡਵਾਈਜ਼ਰ ਜਿਹੜੇ ਨੇ ਉਹਨਾਂ ਨੂੰ ਇਹ ਵੀ ਐਡਵਾਈਜ਼ ਕਰਦੇ ਨੇ ਪ੍ਰੋਫੈਸ਼ਨਲ ਕਿ ਜੇ ਆਪਾਂ ਕੋਈ ਕੰਡੀਸ਼ਨ ਪਾਈਏ ਤੇ ਹੋ ਸਕਦਾ ਕਿ ਜਿਹੜਾ ਸੈਲਰ ਉਸ ਨੂੰ ਕੰਸੀਡਰ ਨਾ ਕਰੇ। ਸੋ ਜੇ ਅਸੀਂ ਕੰਡੀਸ਼ਨ ਨਹੀਂ ਪਾਉਂਦੇ, ਕਈ ਵਾਰੀ ਸਾਡੀ ਕੰਡੀਸ਼ਨਸ ਹੁੰਦੀਆਂ ਨੇ ਸਾਡੀ ਹੋਮ ਇੰਸਪੈਕਸ਼ਨ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀਆਂ ਆਪਾਂ ਚਾਹੁੰਦੇ ਆ ਕਿ ਜਿਹੜੀ ਸੇਫਟੀ ਐਂਡ ਸਿਕਿਉਰ ਆਪਾਂ ਲਈ ਹੈ, ਕੀ ਤੁਹਾਨੂੰ ਲੱਗਦਾ ਨਹੀਂ ਕਿ ਕਈ ਵਾਰੀ ਉਹ ਗਿਵ ਅਪ ਕਰਨੀਆਂ ਪੈਂਦੀਆਂ ਤੇ ਜਿਹੜਾ ਪੋਟੈਂਸ਼ੀਅਲ ਬਾਇਰ ਹੁੰਦਾ ਆ ਉਹ ਇੱਕ ਕਿਸਮ ਦੇ ਨਾਲ ਰਿਸਕ ਤੇ ਆ ਜਾਂਦਾ ਜੀ? ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਜਿਹੜੀਆਂ ਹਮੇਸ਼ਾ ਤਾਂ ਅਸੀਂ ਰਿਕਮੈਂਡ ਤਾਂ ਇਹੀ ਕਰਦੇ ਕਿ ਜਿਹੜੀ ਵੀ ਆਫਰ ਹੈ ਹਮੇਸ਼ਾ ਕੰਡੀਸ਼ਨ ਪਾਓ, ਰਾਈਟ? ਚਾਹੇ ਹੋਮ ਇੰਸਪੈਕਸ਼ਨ ਦੀ ਹੋਵੇ, ਕੋਈ ਇਹ ਨਾ ਹੋਵੇ ਤੁਹਾਨੂੰ ਬਾਅਦ ਵਿੱਚ ਸਰਪ੍ਰਾਈਜ਼ ਮਿਲੇ। ਮੌਰਗੇਜ ਕੰਡੀਸ਼ਨ ਪਾਓ, ਇਹ ਨਾ ਹੋਵੇ ਕਿ ਤੁਹਾਡੀ ਬਾਅਦ ਚ ਮੌਰਗੇਜ ਅਪਰੂਵਲ ਨਾ ਹੋਵੇ। ਤੇ ਜਿਸ ਤਰ੍ਹਾਂ ਦੀ ਹੁਣ ਮਾਰਕੀਟ ਹੈ, ਰਾਈਟ, ਕਰੰਟ ਮਾਰਕੀਟ ਸਿਚੁਏਸ਼ਨ ਜਿਸ ਤਰ੍ਹਾਂ ਵੀ ਲੋ ਪ੍ਰਾਈਸ ਲਗਾਉਂਦੇ ਆ, ਲਿਸਟ ਕਰਦੇ ਹੈਗੇ ਆ, ਤੇ ਉਹਦੇ ਬੇਸ ਤੇ ਐਜ਼ ਏ ਬਾਇਰ ਏਜੰਟ ਜਿਹੜਾ ਤੁਹਾਡਾ ਸੇਲਸ ਰੈਪ ਹੈ, ਘਰ ਦਿਖਾਉਣ ਤੋਂ ਪਹਿਲਾਂ ਅਸੀਂ ਜਿਹੜੀ ਪਹਿਲਾ ਟੌਪਿਕ ਡਿਸਕਸ ਕੀਤਾ ਕਿ ਪ੍ਰੀ ਅਪਰੂਵਲ ਆਪਣੇ ਆਪ ਨੂੰ ਪਹਿਲਾਂ ਮੌਰਗੇਜ ਜਿਹੜਾ ਤੁਸੀਂ ਕਰਵਾਓ, ਤੇ ਤਾਂ ਕਿ ਤੁਹਾਨੂੰ ਪਤਾ ਇਹ ਤੁਹਾਡਾ ਇੰਨਾ ਬਜਟ ਹੈ, ਇੰਨਾ ਤੁਸੀਂ ਘਰ ਲੈ ਸਕਦੇ ਹੈਗੇ ਆ, ਰਾਈਟ? ਤੁਸੀਂ ਉਸ ਆਪਣੀ ਲਿਮਿਟ ਤੋਂ ਬਾਹਰ ਨਾ ਜਾਓ, ਪਹਿਲੀ ਤਾਂ ਇਹ ਗੱਲ। ਦੂਸਰੀ ਚੀਜ਼, ਹੋਮ ਇੰਸਪੈਕਸ਼ਨ ਮੋਸਟਲੀ ਜਿਹੜਾ ਘਰ ਹੁੰਦਾ, ਕਈ ਵਾਰੀ ਜਿਹੜੇ ਸਮਝਦਾਰ ਜਿਹੜੇ ਲਿਸਟਿੰਗ ਏਜੰਟ ਉਹ ਪ੍ਰੀ ਇੰਸਪੈਕਸ਼ਨ ਉਹਨਾਂ ਨੇ ਕਰਾਈ ਹੁੰਦੀ ਆ, ਜਾਂ ਤੁਸੀਂ ਜੇ ਲੱਗੇ ਘਰ ਤੁਹਾਨੂੰ ਬਹੁਤ ਪਸੰਦ ਹੈ, ਤੁਸੀਂ ਲੈਣਾ ਆ, ਉਹ ਤੁਸੀਂ ਆਪਣਾ ਆਫਰ ਪਾਉਣ ਤੋਂ ਪਹਿਲਾਂ ਤੁਸੀਂ ਪ੍ਰੀ ਇੰਸਪੈਕਸ਼ਨ ਕਰਵਾ ਸਕਦੇ ਆ। ਤੇ ਇਹ ਨਹੀਂ ਕਿ ਤੁਸੀਂ ਇੰਸਪੈਕਸ਼ਨ ਨਹੀਂ ਕਰਵਾ ਸਕਦੇ। ਹਾਂ, ਆਫਰ ਡੇਟ ਤੁਹਾਡੇ ਕੋਲ ਪੂਰਾ ਹਫਤਾ ਅਗਲੇ ਨੇ ਪਹਿਲਾਂ ਦਿੱਤਾ ਹੁੰਦਾ, ਉਹਦੇ ਵਿੱਚ ਤੁਸੀਂ ਟਾਈਮ ਮੈਨਰ ਹੁੰਦਾ, ਟਾਈਮ 'ਚ ਤੁਸੀਂ ਉਹ ਚੀਜ਼ਾਂ ਕਰ ਸਕਦੇ। ਅਗਰ ਤੁਸੀਂ ਲੇਟ ਉਹ ਸੇਮ ਟਾਈਮ ਤੇ ਐਕਸ਼ਨ ਲੈਂਦੇ ਹੈਗੇ ਤਾਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਘਰ ਤੁਹਾਨੂੰ ਪਸੰਦ ਹੈ, ਫਿਰ ਤੁਹਾਨੂੰ ਏਜੰਟ ਤੁਹਾਡਾ ਸੁਜੈਸਟ ਕਰਦਾ, ਫਿਰ ਤੁਹਾਨੂੰ ਉਹ ਸੁਣਨਾ ਨਹੀਂ ਚਾਹੀਦਾ ਕਿ ਹਾਂ ਬਈ ਆਹ ਚੀਜ਼ਾਂ ਤੁਸੀਂ ਰਿਸਕ, ਉਹ ਉਸ ਵੇਲੇ ਫਿਰ ਰਿਸਕ ਤੁਸੀਂ ਆਪਣੇ ਲੈਵਲ ਤੇ ਲੈਣੇ ਹੈਗੇ ਆ ਕਿ ਅਸੀਂ ਰਿਸਕ ਲਈਏ, ਲੈਣਾ ਜਾਂ ਨਹੀਂ ਲੈਣਾ, ਇਹ ਸਾਡੇ ਲਈ ਬੈਨੀਫਿਟ ਹੈ ਜਾਂ ਨਹੀਂ ਬੈਨੀਫਿਟ। ਇਹ ਸਿਚੁਏਸ਼ਨ ਮੇਰੇ ਨਾਲ ਵੀ ਆਈ ਸੀ, ਮੈਂ ਬਿਟ ਵੀ ਅਸੀਂ ਆਫਰ ਪਾਈ ਸੀਗੀ ਪਿਛਲੇ ਵੀਕ, ਤੇ ਮਿਲੀਅਨ ਦਾ ਘਰ ਸੀਗਾ, ਤੇ ਘਰ ਦੀ ਪ੍ਰਾਈਸ ਜਿਹੜੀ ਜਾਂ ਮੈਂ ਦੇਖੀ ਸੀਗੀ, ਮੈਂ CMA ਆਪਣੇ ਕਲਾਇੰਟ ਨੂੰ ਕੱਢ ਕੇ ਦੱਸਾਂ ਵੀ 13,20,000 ਤੋਂ ਇਹ ਬਰਥ ਨਹੀਂ ਹੈਗਾ। ਤੇ ਅਸੀਂ ਆਫਰ ਪਾਈਆਂ, ਉੱਤੇ ਘਰ ਤੇ 8 ਆਫਰ ਸੀਗੀਆਂ, ਤੇ ਮੈਂ ਆਪਣੇ ਕਲਾਇੰਟ ਨੂੰ ਸੁਜੈਸਟ ਕੀਤਾ ਵੀ ਹਾਂ ਵੀ ਦਿਸ ਇਜ਼ ਦਾ ਮਾਰਕੀਟ ਪ੍ਰਾਈਸ, ਤੇ ਉਹਨਾਂ ਨੂੰ ਕਹਿੰਦੇ ਅਸੀਂ ਘਰ ਲੈਣਾ ਹੀ ਲੈਣਾ ਹੈਗਾ, ਰਾਈਟ? ਤੇ ਫਿਰ ਅਸੀਂ ਕਿੰਨੇ ਤੱਕ ਜਾ ਸਕਦੇ ਹਾਂ, ਲਿਸਟਿੰਗ ਇਹਨੂੰ ਕਿੱਥੇ ਤੱਕ ਹੈ, ਰਾਈਟ? ਥੋੜਾ ਜਿਹਾ ਹਿੰਟ ਮਿਲਿਆ ਵੀ ਹਾਂਜੀ ਤੇ ਕਲੋਜ਼ ਟੂ 1.4 ਜੀ ਮਿਲੀਅਨ ਦੀ ਪ੍ਰਾਪਰਟੀ, 2400 ਸਕੁਅਰ ਫੀਟ ਘਰ, ਹਾਂਜੀ, ਤੇ ਇੱਥੇ ਤੱਕ ਜਾਣਾ ਹੈਗਾ, ਰਾਈਟ? ਤੇ ਮੈਂ ਸੁਜੈਸਟ ਕੀਤਾ ਵੀ ਇੱਥੇ ਲੈਣਾ ਹੈਗਾ, ਨਹੀਂ ਲੈਣਾ। ਉਹ ਘਰ ਮੈਂ ਉਹਨਾਂ ਨੂੰ ਮਨਾ ਕਰਤਾ, ਮੈਂ ਕਿਹਾ ਵੀ ਇਹਦੀ ਇਸ ਤੋਂ ਜ਼ਿਆਦਾ ਮੈਂ ਨਹੀਂ ਸੁਜੈਸਟ ਕਰਦਾ ਕਿ 13,50 ਤੋਂ ਵੀ ਜ਼ਿਆਦਾ ਪਾ ਦਿਓ, ਨੋ ਆਈ ਡੋਂਟ ਸੁਜੈਸਟ, ਤੇ ਤੁਸੀਂ ਲੈਣਾ ਤੁਹਾਡਾ ਰਿਸਕ ਆ। ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਸੁਣਦੇ ਆ। ਉਹ ਘਰ ਜਿਹੜਾ ਵਿਕਿਆ 1.4 ਦਾ ਜੀ। ਜੀ ਸੁਖਦੇਵ ਜੀ ਕੁਝ ਹੋਰ ਐਡ ਕਰਨਾ ਚਾਹੁੰਦੇ? ਨਹੀਂ, ਬਹੁਤ ਵਧੀਆ ਸ਼ਰਮਾ ਜੀ, ਬਹੁਤ ਵਧੀਆ ਆਨਸਰ ਕਰ ਰਹੇ ਨੇ ਜੀ। ਔਰ ਗੱਲ ਉਹੀ ਆ ਨਾ ਜੀ, ਜੇ ਅਸੀਂ ਪ੍ਰੂਫ ਸਾਡਾ ਬਜਟ ਹੀ ਮੰਨ ਲਓ ਕਿਸੇ ਦਾ 1 ਮਿਲੀਅਨ ਹੈਗਾ ਤੇ ਆਫਰ ਜਿਹੜੀ ਆ ਜੀ 11 ਲੱਖ ਦੀ ਆ ਜਾਂਦੀ ਹੈ, ਫਿਰ ਉਹ ਤਾਂ ਬੰਦਾ ਡਿਸਕੁਆਲੀਫਾਈ ਹੋ ਜਾਂਦਾ ਕਿਉਂਕਿ ਬੈਂਕ ਨੇ ਉਹਨੂੰ ਪ੍ਰੂਵ ਨਹੀਂ ਕਰਨਾ ਹੈਗਾ। ਸੋ ਵਾਕਈ ਜੀ ਮੈਂ ਵੀ ਇਹੀ ਸੋਚਦਾ ਕਿ ਚਲੋ ਤੁਹਾਡੇ ਵਾਸਤੇ ਇੱਕ ਵਧੀਆ ਪ੍ਰੋਫੈਸ਼ਨਲ ਮਿਲ ਜਾਵੇ ਤਾਂ ਜੀ ਉਹੀ ਵਧੀਆ ਹੈਲਪ ਕਰ ਸਕਦਾ, ਨਹੀਂ ਤਾਂ ਇੰਡਸਟਰੀ ਦੇ ਵਿੱਚ ਬੜੀ ਜਿਹੜਾ ਜੀ ਮੈਂ ਹੁਣ ਕੀ ਕਹਾਂ, ਬਹੁਤ ਕੁਝ ਹੋ ਰਿਹਾ ਜੀ। ਧੰਨਵਾਦ ਤੁਹਾਡਾ ਜੀ। ਧੰਨਵਾਦ ਥਾਪਰ ਸਾਹਿਬ। ਤੇ ਜਿਹੜਾ ਚੀਜ਼ ਆ ਨਾ, ਤੁਸੀਂ ਜਦੋਂ ਵੀ ਹਾਇਰ ਕਰਦੇ ਕਿਸੇ ਨੂੰ, ਉਹਨਾਂ ਦੀ ਪ੍ਰੋਪਰ ਇੰਟਰਵਿਊ ਕਰੋ, 1-2 ਏਜੰਟਸ ਇੰਟਰਵਿਊ ਕਰੋ, ਫਿਰ ਤੁਸੀਂ ਉਹਨਾਂ ਨਾਲ ਕੰਮ ਸ਼ੁਰੂ ਕਰਨਾ ਚਾਹੁੰਦੇ। ਅਸੀਂ ਬਿਨਾਂ ਜਿੱਦਾਂ ਰਿਪਰੈਜ਼ੈਂਟੇਸ਼ਨ ਜਿੰਨੇ ਚੱਕਰ ਸਾਈਨ ਨਹੀਂ ਹੁੰਦੀ ਅਸੀਂ ਕੰਮ ਨਹੀਂ ਕਰਦੇ ਹੈਗੇ। ਤੇ ਪ੍ਰੋਪਰ ਉਹਨਾਂ ਨੂੰ ਆਫਿਸ ਸੱਦ ਗਏ ਆ, ਬੈਠ ਕੇ ਗੱਲਬਾਤ ਕਰੀਦੀ ਆ, ਪ੍ਰੋਪਰ ਐਜੂਕੇਟ ਕਰੀਦਾ, ਫਿਰ ਅਸੀਂ ਕੰਮ ਕਰਨਾ ਸ਼ੁਰੂ ਕਰੀਦਾ ਹੈਗਾ। ਤੇ ਸੇਮ ਚੀਜ਼ ਆ, ਐਜੂਕੇਸ਼ਨ ਇਜ਼ ਦਾ ਮਸਟ ਤੇ ਨੌਲੇਜ ਮਸਟ। ਉਹ ਚੀਜ਼ ਹੈ, ਉਹਨੂੰ ਤੁਸੀਂ ਪ੍ਰੋਪਰ ਡਿਸੀਜਨ ਤੁਹਾਡਾ ਅਲਟੀਮੇਟਲੀ, ਤੁਸੀਂ ਬਾਅਦ ਵਿੱਚ ਨਹੀਂ ਤੁਸੀਂ ਕੰਪਲੇਂਟ ਕਰੋ ਵੀ ਆਹ ਚੀਜ਼ ਹੋ ਗਿਆ, ਆਹ ਹੋ ਗਿਆ, ਰਾਈਟ? ਪਹਿਲਾਂ ਤੁਸੀਂ ਕੋਈ ਕੰਮ ਕਰਨ ਤੋਂ ਪਹਿਲਾਂ, ਸ਼ੁਰੂ ਕਰਨ ਤੋਂ ਪਹਿਲਾਂ ਸੋਚੋ ਜ਼ਰੂਰ। ਤੇ ਐਪਰੀਸ਼ੀਏਟ ਕਰਦੇ ਆ ਸੰਗਾ ਸਾਹਿਬ, ਬਹੁਤ ਵਧੀਆ ਤੁਸੀਂ ਸ਼ੋਅ ਲੈ ਕੇ ਆਉਂਦੇ, ਸਾਡੀ ਟੀਮ ਦੇ ਹਿੱਸਾ ਵੀ ਹੋ ਤੁਸੀਂ, ਔਰ ਬਹੁਤ ਅਹਿਮ ਜਾਣਕਾਰੀ ਜਿਹੜੀ ਤੁਸੀਂ ਦਿੰਦੇ ਹੋ। ਔਰ ਹਮੇਸ਼ਾ ਮੈਂ ਕੋਸ਼ਿਸ਼ ਕਰਦਾ ਨਾ ਤੁਹਾਡਾ ਸ਼ੋਅ ਜਿਹੜਾ ਆ
ਉਹ ਜ਼ਰੂਰ ਸੁਣਿਆ ਜਾਵੇ ਜੀ। ਧੰਨਵਾਦ ਬਹੁਤ ਜੀ ਸੁਖਦੇਵ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਵੱਲੋਂ ਵੀ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਕਾਫੀ ਲੋਕਾਂ ਦੇ ਵਿੱਚ ਅਸਰ ਲਾਇਆ ਜਾਂਦਾ ਤੇ ਜੀ ਮਿਹਰਬਾਨੀ ਜੀ। ਆਪਾਂ ਇੱਕ ਛੋਟੀ ਜਿਹੀ ਅੱਜ ਕੱਲ੍ਹ ਇਲੈਕਸ਼ਨ ਦੇ ਜਿੱਦਾਂ ਦਿਨ ਆ ਤੇ ਉੱਤੇ ਇੱਕ ਆਧਾਰਿਤ ਆਪਾਂ ਇੱਕ ਗੀਤ ਪੇਸ਼ ਕਰਨ ਜਾ ਰਹੇ ਹਾਂ। ਇਹਦੇ ਬਾਰੇ ਵੀ ਤੁਸੀਂ ਕੀ ਤੁਹਾਡੇ ਵਿਚਾਰ ਨੇ, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ, ਸੁਣਦੇ ਹਾਂ। ਰਿਸ਼ਵਤ ਖੋਰ ਸੀ ਅੜੀਏ ਲੁੱਟਦੇ ਮੌਜ ਬਹਾਰਾਂ ਨੀ 6 ਮਹੀਨਿਆਂ ਵਿੱਚ ਬਣ ਜਾਂਦੇ ਸੀ 6 ਮਹੀਨਿਆਂ ਵਿੱਚ ਬਣ ਜਾਂਦੇ ਸੀ ਪੰਪ ਕੋਠੀਆਂ ਕਾਰਾਂ ਨੀ ਪਹਿਲਾਂ ਵਾਲੀ ਗੱਲ ਨਾ ਰਹਿ ਗਈ ਉਹ ਪਹਿਲਾਂ ਵਾਲੀ ਗੱਲ ਨਾ ਰਹਿ ਗਈ ਬਦਲ ਗਈਆਂ ਸਰਕਾਰਾਂ ਹੁਣ ਤਾਂ ਜੇਲਾਂ ਦੇ ਵਿੱਚ ਬੈਠੇ ਕਈ ਵਜ਼ੀਰ ਵਿਚਾਰੇ ਨੀ ਬੜੀ ਜ਼ਮਾਨਤ ਔਖੀ ਕੱਪੜੇ ਬਾਜਾਂ ਦੀ ਮੁਟਿਆਰੇ ਨੀ ਬੜੀ ਜ਼ਮਾਨਤ ਔਖੀ ਕੱਪੜੇ ਬਾਜਾਂ ਦੀ ਮੁਟਿਆਰੇ ਨੀ ਬੜੇ ਪਕਾਉਣੇ ਛੱਡਦੇ ਸ਼ੇਖ ਚਿਲੀ ਦੀਏ ਭੈਣੇ ਨੀ 4 ਕਿੱਲੇ ਜੋ ਕੋਲ ਨੇ ਮੇਰੇ ਆਏ 4 ਕਿੱਲੇ ਜੋ ਕੋਲ ਨੇ ਮੇਰੇ ਕਿਉਂ ਕਰਵਾਉਂਦੀ ਗਹਿਣੇ ਨੀ ਜੇ ਕਿਤੇ ਬਾਜੀ ਉਲਟੀ ਪੈ ਗਈ ਆਏ ਜੇ ਕਿਤੇ ਬਾਜੀ ਉਲਟੀ ਪੈ ਗਈ ਆ ਨਖਰੇ ਨੀ ਰਹਿਣੇ ਹੁਣ ਨੀ ਭੋਲੀ ਜਨਤਾ ਤੇ ਨਾ ਚੱਲਦੇ ਝੂਠੇ ਲਾਰੇ ਨੀ ਬੜੀ ਜ਼ਮਾਨਤ ਔਖੀ ਕੱਪੜੇ ਬਾਜਾਂ ਦੀ ਮੁਟਿਆਰੇ ਨੀ ਬੜੀ ਜ਼ਮਾਨਤ ਔਖੀ ਕੱਪੜੇ ਬਾਜਾਂ ਦੀ ਮੁਟਿਆਰੇ ਨੀ ਲੱਗੇ ਸਰਪੰਚੀ ਐਸੀ ਖੂਹ ਵਿੱਚ ਪਵੇ ਕਮਾਈ ਨੀ ਹੁਣ ਤਾਂ ਲਾਲਚ ਦੇ ਵਿੱਚ ਆ ਕੇ। ਦੋਸਤੋ ਇਹ ਸੁਣ ਰਹੇ ਸੀ ਅੱਜ ਦੇ ਅਜੋਕੇ ਸਮੇਂ ਦਾ ਜੋ ਇਲੈਕਸ਼ਨ ਚੱਲ ਰਹੇ ਨੇ ਤੇ ਉਹਨਾਂ ਤੇ ਗੀਤ ਸੰਗੀਤ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਗਰੀਸ਼ ਸ਼ਰਮਾ ਜੀ। ਗਰੀਸ਼ ਸ਼ਰਮਾ ਜੀ ਸਵਾਗਤ ਜੀ। ਜੀ ਤੁਹਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਅੱਜ ਜਨਮ ਅਸ਼ਟਮੀ ਦੇ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਲਿਸਨਰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ
ਬਿਲਕੁਲ ਜੀ ਗਰੀਸ਼ ਜੀ, ਸਾਡਾ ਜਿਹੜਾ ਅੱਜ ਟੌਪਿਕ ਜਿਹੜਾ ਚੱਲਦਾ ਹੈਗਾ ਮੌਰਗੇਜ ਬਾਰੇ, ਕਲਾਇੰਟਸ ਦੇ ਕਾਫੀ ਫੋਨ ਆ ਰਹੇ ਕਿ ਮੌਰਗੇਜ ਪ੍ਰੀ ਅਪਰੂਵਲ ਜਿੱਦਾਂ ਲੈਣੀ ਚਾਹੀਦੀ ਹੈ, ਰਾਈਟ? ਤੇ ਉਹਦੇ ਬਾਰੇ ਤੁਸੀਂ ਦੱਸੋ ਕਿ ਕੀ ਸਾਨੂੰ ਜਿਹੜਾ ਬਾਇਰਸ ਹੈ ਜਿਹੜਾ ਉਹਨੂੰ ਪ੍ਰੀ ਅਪਰੂਵਲ ਲਈ ਕੀ ਸਟੈਪ ਲੈਣੇ ਚਾਹੀਦੇ ਹੈਗੇ ਆ, ਪਹਿਲਾਂ ਉਹ ਦੱਸੋ। ਬਿਲਕੁਲ ਕੇ ਜੀ, ਬਿਲਕੁਲ। ਮੈਂ ਪਹਿਲਾਂ ਆਪਣੀ ਸਰਵਿਸਿਜ਼ ਬਾਰੇ ਗੱਲ ਕਰਾਂ। ਜਿੱਥੇ ਮੌਰਗੇਜ ਦੀ ਗੱਲ ਹੈ, ਚਾਹੇ ਉਹ ਕਮਰਸ਼ੀਅਲ ਹੈ, ਕੰਸਟਰਕਸ਼ਨ ਮੌਰਗੇਜ ਹੈ, ਚਾਹੇ ਰੈਜ਼ੀਡੈਂਸ਼ੀਅਲ ਹੈ, ਰੀਫਾਈਨਾਂਸ ਹੈ, ਸੈਕਿੰਡ ਮੌਰਗੇਜ ਹੈ, ਸਾਰੀ ਸਰਵਿਸ ਅਸੀਂ ਪ੍ਰੋਵਾਈਡ ਕਰੀਦੀ ਹੈ। ਹੁਣ ਦੀ ਕੁਐਸਚਨ ਕੀਤਾ ਪ੍ਰੀ ਅਪਰੂਵਲ ਦਾ, ਬਹੁਤ ਵਧੀਆ ਕੁਐਸਚਨ ਹੈ ਰਕੇਸ਼ ਜੀ ਤੁਹਾਡਾ। ਹੁਣ ਆਪਣੇ ਸਰੋਤੇ ਦੇਖੋ ਜੀ, ਬਹੁਤ ਸਰੋਤੇ ਵੈਲ ਐਜੂਕੇਟਿਡ ਹੈ, ਅਵੇਅਰ ਹੈਗੇ ਆ, ਆਲਵੇਜ਼ ਗੋ ਫॉर ए ਪਲਾਨ ਬੀ ਔਰ ਪਲਾਨ ਏ। ਅੱਜ ਕੱਲ ਬੈਂਕ ਦਾ ਰਿਫਿਊਜ਼ਲ ਰੇਟ ਰਕੇਸ਼ ਜੀ ਬਹੁਤ ਵੱਧ ਗਿਆ। ਤੇ ਰਕੇਸ਼ ਜੀ ਸਰੋਤਿਆਂ ਨੂੰ ਇਹੀ ਆਪਾਂ ਗਾਈਡ ਕਰਦੇ ਆ ਵੀ ਆਲਵੇਜ਼ ਗੋ ਫॉर ए ਪ੍ਰੀ ਅਪਰੂਵਲ, ਪ੍ਰੀ ਡਿਟਰਮੀਨੇਸ਼ਨ, ਵੀ ਤੁਹਾਡੀ ਇਨਕਮ ਕਿੰਨੀ ਹੈ, ਤੁਹਾਡੇ ਘਰ ਦੇ ਡੈਫਟ ਕਿੰਨੇ ਹੈ, ਡੈਫਟ ਟੂ ਇਨਕਮ ਰੇਸ਼ੋ ਕਿੱਦਾਂ ਕੰਮ ਕਰਦੀ ਹੈ। ਇੱਕ ਵਾਰ ਸਾਡੇ ਨਾਲ ਜ਼ਰੂਰ ਕੰਸਲਟ ਕਰੋ, ਉਹਦੇ ਨਾਲ ਅਸੀਂ ਤੁਹਾਨੂੰ ਬੈਟਰ ਗਾਈਡ ਕਰ ਸਕਦੇ ਹਾਂ ਪ੍ਰੀ ਅਪਰੂਵਲ ਲਈ ਤੁਸੀਂ ਕਿੰਨੇ ਦਾ ਘਰ ਅਫੋਰਡ ਕਰ ਸਕਦੇ ਹੋ। ਇਫ ਯੂ ਆਰ ਫਸਟ ਟਾਈਮ ਬਾਇਰ ਔਰ ਯੂ ਆਰ ਲੁਕਿੰਗ ਫॉर ਇਨਵੈਸਟਮੈਂਟ ਪ੍ਰਾਪਰਟੀ, ਹਰ ਤਰ੍ਹਾਂ ਦੇ ਕੁਐਸਚਨ ਦੇ ਜਵਾਬ ਅਸੀਂ ਦਿੰਦੇ ਆ। ਤੇ ਪ੍ਰੀ ਅਪਰੂਵਲ ਦੀ ਵੀ ਤੇ ਪ੍ਰੀ ਕੁਆਲੀਫਾਈ ਲਈ ਅਸੀਂ ਬੈਟਰ ਗਾਈਡ ਕਰ ਸਕਦੇ ਆਪਣੇ ਕਲਾਇੰਟਸ ਨੂੰ ਵੀ ਕੀ ਸਰਵਿਸ ਅਸੀਂ ਦੇ ਸਕਦੇ ਹਾਂ। ਜੀ ਰਕੇਸ਼ ਜੀ। ਠੀਕ ਹੈ ਜੀ। ਤੇ ਇੱਕ ਹੋਰ ਸੀ ਕੁਐਸਚਨ, ਜਿੱਦਾਂ ਕਈ ਵਾਰੀ ਮੌਰਗੇਜ ਦੋ ਤਰ੍ਹਾਂ, ਜਿੱਦਾਂ ਇੱਕ ਪੋਰਟੇਬਲ ਤੇ ਇੱਕ ਅਜ਼ਿਊਮੇਬਲ, ਇਹਦੇ ਬਾਰੇ ਦੱਸੋ ਕਿ ਇਹਦਾ ਕੀ ਮਤਲਬ ਹੈਗਾ ਕਿ ਪੋਰਟੇਬਲ ਮੌਰਗੇਜ ਹੁੰਦੀ? ਹਾਂਜੀ ਰਕੇਸ਼ ਜੀ, ਦੇਖੋ ਲੋਟ ਆਫ ਡਿਫਰੈਂਟ ਪ੍ਰੋਡਕਟਸ ਹੈਗੇ ਮਾਰਕੀਟ ਦੇ ਵਿੱਚ ਮੌਰਗੇਜ ਦੇ ਰਿਗਾਰਡਿੰਗ। ਤੁਸੀਂ ਪੋਰਟੇਬਲ ਮੌਰਗੇਜ ਦੀ ਗੱਲ ਕੀਤੀ ਹੈ। ਲੈਟਸ ਸੇ ਹੁਣ ਇੱਕ ਕਲਾਇੰਟ ਦੀ ਮੌਰਗੇਜ ਚੱਲਦੀ ਹੈ ਐਗਜ਼ਿਸਟਿੰਗ ਬੈਂਕ, ਕਿਸੇ ਵੀ ਟ੍ਰੈਡੀਸ਼ਨਲ ਬੈਂਕ ਦੇ ਨਾਲ, ਤੇ ਆਪਣੀ ਟਰਮਸ ਨੂੰ ਬ੍ਰੇਕ ਨਹੀਂ ਕਰਨਾ ਚਾਹੁੰਦਾ, ਪਰ ਪ੍ਰਾਪਰਟੀ ਸੇਲ ਕਰਕੇ ਨੈਕਸਟ ਪ੍ਰਾਪਰਟੀ ਨੂੰ ਜੰਪ ਕਰਨਾ ਚਾਹੁੰਦਾ ਹੈ। ਤੇ ਉਹਦੇ ਲਈ ਬੈਂਕਸ ਤੁਹਾਨੂੰ ਦਿੰਦੀਆਂ ਪੋਰਟੇਬਲ ਮੌਰਗੇਜ ਦਾ ਪਲਾਨ। ਉਹਦੇ ਚ ਇਹ ਹੁੰਦਾ ਤੁਹਾਡੀ ਟਰਮਸ ਵੀ ਸੇਮ ਰਹਿੰਦੀਆਂ, ਤੁਹਾਡੇ ਰੇਟ ਆਫ ਇੰਟਰਸਟ ਵੀ ਸੇਮ ਰਹਿੰਦੇ ਆ, ਬਟ ਐਡੀਸ਼ਨਲ ਜੇ ਤੁਹਾਨੂੰ ਫਾਈਨਾਂਸ ਦੀ ਹੋਰ ਲੋੜ ਪੈਂਦੀ ਹੈ ਤੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤੇ ਬੈਂਕ ਤੁਹਾਨੂੰ ਪੋਰਟੇਬਲ ਮੌਰਗੇਜ ਦੇ ਦਿੰਦੀ ਹੈ। ਇਹਦੇ ਚ ਲੈਂਡਰ ਦਾ ਫਾਇਦਾ ਹੈ ਵੀ ਕਲਾਇੰਟ ਉਹ ਲੂਜ਼ ਨਹੀਂ ਕਰਦੇ, ਸੇਮ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਤੁਸੀਂ ਪੋਰਟੇਬਲ ਮੌਰਗੇਜ ਲਈ ਕੁਆਲੀਫਾਈ ਕਰਕੇ ਤੇ ਪੋਰਟੇਬਲ ਮੌਰਗੇਜ ਲਈ ਤੁਸੀਂ ਜਾ ਸਕਦੇ ਹੋ। ਜੀ ਰਕੇਸ਼ ਜੀ। ਠੀਕ ਹੈ। ਤੇ ਜਿਹੜੀ ਅਜ਼ਿਊਮੇਬਲ ਮੌਰਗੇਜ? ਅਜ਼ਿਊਮੇਬਲ ਮੌਰਗੇਜ ਜਿਹੜੀ ਹੈਗੀ ਆ, ਇਹ ਸਾਰੇ ਲੈਂਡਰਸ ਪ੍ਰੋਵਾਈਡ ਨਹੀਂ ਕਰਦੇ, ਮੋਸਟਲੀ ਲੈਂਡਰਸ ਪ੍ਰੋਵਾਈਡ ਕਰਦੇ ਆ। ਅਜ਼ਿਊਮੇਬਲ ਮੌਰਗੇਜ ਲਈ ਤੁਹਾਨੂੰ ਕੁਆਲੀਫਾਈ ਕਰਨਾ ਪਏਗਾ ਤੁਹਾਡੀ ਇਨਕਮ ਲਈ, ਜੇ ਤੁਹਾਨੂੰ ਐਕਸਟਰਾ ਫੰਡ ਚਾਹੀਦੇ ਆ। ਤੇ ਹੋਰ ਬੈਟਰ ਜਾਣਕਾਰੀ ਤੁਸੀਂ ਸਰੋਤੇ ਮੇਰੇ ਨਾਲ ਕੰਸਲਟ ਕਰ ਸਕਦੇ ਆ ਕਿਸੇ ਵੀ ਰਿਗਾਰਡਿੰਗ ਅਜ਼ਿਊਮੇਬਲ ਮੌਰਗੇਜ ਜਾਂ ਪੋਰਟੇਬਲ ਮੌਰਗੇਜ ਲਈ, ਜਾਂ ਰੀਫਾਈਨਾਂਸ ਜਾਂ ਸੈਕਿੰਡ ਮੌਰਗੇਜ, ਥਰਡ ਮੌਰਗੇਜ। ਜੀ ਰਕੇਸ਼ ਜੀ। ਠੀਕ ਹੈ ਜੀ। ਤੇ ਆਪਣਾ ਨੰਬਰ ਸ਼ੇਅਰ ਕਰ ਦਿਓ ਆਪਣਾ ਸਰੋਤਿਆਂ ਨੂੰ, ਅਗਰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਮੌਰਗੇਜ ਲਈ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ। ਬਾਕੀ ਰਕੇਸ਼ ਜੀ ਦੇਖੋ ਇਲੈਕਸ਼ਨ ਦੇ ਦਿਨ ਚੱਲ ਰਹੇ ਆ, ਮੈਂ ਥੋੜਾ ਜਿਹਾ ਟੱਚ ਕਰਨਾ ਚਾਹਾਂਗਾ। ਜਿਹੜੀ ਵੀ ਲਿਬਰਲ ਪਾਰਟੀ ਜਾਂ ਕੰਜ਼ਰਵੇਟਿਵ ਜਾਂ ਐਨਡੀਪੀ ਨੇ ਪ੍ਰਪੋਜ਼ਲ ਦਿੱਤੇ ਆ, ਦੇਖਣ ਨੂੰ ਤੇ ਬਹੁਤ ਵਧੀਆ ਲੱਗਦੇ ਆ। ਮੈਂ ਇੱਕ 3 ਪੁਆਇੰਟ ਜੇ ਹਾਈਲਾਈਟ ਕਰਾਂ ਤੇ ਐਨਡੀਪੀ ਜਿੱਥੇ ਕਹਿ ਰਹੀ ਆ ਵੀ ਸਾਡੀ ਅਮੋਰਟਾਈਜੇਸ਼ਨ 25 ਸਾਲ ਦੀ ਬਜਾਏ ਸਾਨੂੰ ਕਨਵੈਨਸ਼ਨਲ ਮਾਰਗੇਜ ਹੋਵੇ ਚਾਹੇ ਹਾਈ ਰੇਸ਼ੋ ਮਾਰਗੇਜ ਹੋਵੇ, ਉਹਦੇ ਲਈ ਸਾਨੂੰ 30 ਸਾਲ ਦੀ ਅਮੋਰਟਾਈਜੇਸ਼ਨ ਚਾਹੀਦੀ ਹੈ, ਜਿਹੜੀ ਇਟ ਇਜ਼ ਵੈਰੀ ਗੁੱਡ। ਪਰ ਕੇਸ ਜੀ ਜਿਹੜੇ ਵੀ ਪ੍ਰਪੋਜ਼ਲ ਆ ਰਹੇ ਆ CHMC ਫੀਸ ਘਟਾਉਣ ਬਾਰੇ ਕਹਿ ਰਹੇ 25% CHMC ਫੀਸ ਘਟਾ ਦੇਣਗੇ, ਲਿਬਰਲ ਦਾ ਪ੍ਰਪੋਜ਼ਲ ਹੈਗਾ। ਜੇ ਉਹ ਘਟਾ ਦਿੰਦੇ ਆ ਰਕੇਸ਼ ਜੀ ਤੇ ਈਚ ਬਾਇਰ ਨੂੰ $6000 ਦਾ ਇਹ ਫਾਇਦਾ ਹੋ ਸਕਦਾ। ਬਟ ਸਵਾਲ ਰਕੇਸ਼ ਜੀ ਇਹ ਇੰਪਲੀਮੈਂਟ ਕਦੋਂ ਹੋਣਗੇ, 4 ਸਾਲ ਨੂੰ ਕਿ 8 ਸਾਲ ਨੂੰ, ਕਿ ਇਕੱਲੇ ਪ੍ਰਪੋਜ਼ਲ ਹੀ ਰਹਿਣਗੇ? ਜੇ ਇਹ ਪ੍ਰਪੋਜ਼ਲ ਇੰਪਲੀਮੈਂਟ ਹੁੰਦੇ ਆ, these are the one of the best for the client, ਤੇ ਪ੍ਰੋਪਰਟੀ ਅਫੋਰਡ ਕਰਨਾ ਸਰੋਤਿਆਂ ਲਈ ਅੱਗੇ ਤੋਂ ਥੋੜਾ ਜਿਹਾ ਈਜ਼ੀ ਹੋ ਸਕਦਾ ਜੇ ਇਹ ਸਾਰੇ ਰੂਲ ਲਾਗੂ ਹੁੰਦੇ ਆ। ਤੇ ਮੇਰਾ ਨੰਬਰ ਹੈ 6476068110। ਆਈ ਐਮ ਵਰਕਿੰਗ ਵਿਦ ਦ ਮਾਰਗੇਜ ਅਲਾਇੰਸ। ਸਰੋਤੇ ਕਿਸੇ ਵੀ ਕੁਐਸਚਨ ਲਈ ਮੈਨੂੰ ਕੰਸਲਟ ਕਰਨ ਲਈ ਕਾਲ ਕਰ ਸਕਦੇ ਆ। ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਰਕੇਸ਼ ਜੀ। ਹਾਂਜੀ ਸਰ, ਤੋਂ ਆਪਾਂ ਫਿਰ ਵਾਪਸ ਆਉਂਦੇ ਹੈਗੇ ਆਪਣੇ ਜਿਹੜਾ ਟੌਪਿਕ ਸੀਗਾ ਕਿ ਜਦ ਤੁਸੀਂ ਬਾਏ ਕਰ ਰਹੇ ਹੋ ਘਰ, ਤੁਸੀਂ ਕਿਸ ਚੀਜ਼ਾਂ ਨੂੰ ਤੁਸੀਂ ਫੋਕਸ ਕਰਨਾ ਚਾਹੁੰਦੇ ਹੋ। ਤੇ ਆਪਣੇ ਹੁਣੇ ਸਰੋਤਿਆਂ ਨੇ ਇੱਕ ਕਾਲ ਕੀਤਾ ਸੀਗਾ ਤੇ ਦੱਸਿਆ ਸੀਗਾ ਕੁਐਸਚਨਸ 2-3, ਤੇ ਮਿਸਟਰ ਸ਼ਰਮਾ ਨੇ ਵੀ ਗੱਲ ਕੀਤੀ ਸੀ ਕਿ ਲੋਟ ਆਫ ਦਾ ਟਾਈਮ ਜਿੱਥੇ ਆਪਾਂ ਘਰ ਖਰੀਦਦੇ ਆ ਆਪਾਂ ਲੌਜੀਕਲ ਨਹੀਂ ਸੋਚਦੇ, ਆਪਣੇ ਜ਼ਿਆਦਾ ਚਿਰ ਆਪਣੀ ਹੁੰਦੀ ਹੈ ਗੱਲ ਇਮੋਸ਼ਨਲ, ਤੇ ਇਹ ਇਮੋਸ਼ਨਸ ਨੂੰ ਮੈਨੇਜ ਕਰਨ ਵਾਸਤੇ ਆਪਾਂ ਗੋਲ ਸੈੱਟ ਕਰਨੇ ਚਾਹੀਦੇ ਨੇ। ਬਿਲਕੁਲ, ਬਹੁਤ ਇੰਪੋਰਟੈਂਟ ਹੈ ਜਿਹੜੇ ਸ਼ਾਰਟ ਐਂਡ ਲੌਂਗ ਟਰਮ ਗੋਲਸ ਹੁੰਦੇ ਨੇ ਕਿ ਆਪਾਂ ਇਹ ਇੰਨੇ ਕੀ ਅਫੋਰਡ ਕਰਨੀ ਹੈ, ਆਪਣੀ ਬਜਟ ਇੰਨੇ ਕਰਨੀ ਚਾਹੀਦੀ, ਸੋ ਜਿਹੜੇ ਆਪਣਾ ਸੁਪਨੇ ਆ ਉਹ ਆਪਾਂ ਅਚੀਵ ਕਰ ਸਕੀਏ। ਬਿਲਕੁਲ ਬਿਲਕੁਲ। ਤੇ ਉਹ ਜਦੋਂ ਸੁਪਨੇ ਲੈਟਸ ਸੇ ਅਚੀਵ ਹੋ ਗਏ ਤੇ ਆਪਾਂ ਘਰ ਖਰੀਦ ਲਿਆ, ਤੇ ਇੱਕ ਮੌਰਗੇਜ 'ਚ ਇੱਕ ਚੀਜ਼ ਹੁੰਦੀ ਹੈ ਪ੍ਰੀ ਪੇਮੈਂਟ ਆਪਸ਼ਨ। ਜੀ ਅੰਜੂ ਜੀ ਤੁਸੀਂ ਦੱਸੋ ਇਹ ਹੁੰਦਾ ਕੀ ਹੈ? ਓਕੇ, ਪ੍ਰੀ ਪੇਮੈਂਟ ਇਹ ਹੁੰਦੀ ਆ ਕਿ ਜਦੋਂ ਆਪਾਂ ਮੌਰਗੇਜ ਲੈ ਲਈ, ਇੱਕ ਆਪਣੀ ਮੰਥਲੀ ਪੇਮੈਂਟ ਤਾਂ ਚੱਲ ਰਹੀ ਹੈ, ਮੰਥਲੀ ਪੇਮੈਂਟ ਹੈ ਆਪਣੀ ਮਿਨੀਮਮ ਪੇਮੈਂਟ ਜਿਹੜੀ ਹੈ ਕਿ ਆਪਾਂ ਨੂੰ ਪੇ ਕਰਨੀ ਹੀ ਹੈ ਬੈਂਕ ਨਾਲ। ਉਸ ਦੇ ਨਾਲ ਜਿਹੜੀ ਬੈਂਕ ਹੈ ਆਪਾਂ ਨੂੰ ਆਪਸ਼ਨ ਦਿੰਦੀ ਹੈ ਕਿ ਜੇ ਤੁਹਾਡੇ ਕੋਲ ਐਕਸਟਰਾ ਕੈਸ਼ ਹੈ ਔਰ ਜੇ ਤੁਸੀਂ ਉਹ ਪਰਸਨ ਹੋ ਕਿ ਜੋ ਚਾਹੁੰਦਾ ਹੈ ਕਿ ਮੈਂ ਘਰ ਪੇਡ ਆਫ ਕਰ ਲਾਂ ਇੱਕ ਦਿਨ, ਸੋ ਤੁਹਾਨੂੰ ਉਹ ਕਹਿੰਦੇ ਨੇ ਕਿ ਤੁਸੀਂ ਸਾਲ ਦੇ ਵਿੱਚ ਤੁਸੀਂ ਇੱਕ ਵਾਰ ਲੰਮਸਮ ਪੇਮੈਂਟ ਆਪਣੀ ਦੇ ਸਕਦੇ ਹੋ।
ਸੋ ਫੋਰ ਐਗਜ਼ਾਮਪਲ ਤੁਸੀਂ 30,000 ਦੇ ਸਕਦੇ ਹੋ, 40,000 ਦੇ ਸਕਦੇ ਹੋ। ਜੇ ਤੁਹਾਡੀ ਬਜਟ ਮੰਨ ਲਓ, ਤੁਹਾਡੀ ਲਿਮਿਟ ਮੰਨ ਲਓ 60,000 ਦੀ ਹੈ, ਜੇ ਤੁਸੀਂ 60,000 ਨਹੀਂ ਪੇ ਕਰ ਸਕਦੇ ਤੁਸੀਂ 20,000 ਵੀ ਪੇ ਕਰ ਸਕਦੇ ਹੋ। ਜਿਹੜੀ ਪ੍ਰੀ ਪੇਮੈਂਟ ਦੀ ਤੁਹਾਨੂੰ ਨਾ ਉਹ ਅਮਾਊਂਟ ਦਿੰਦੇ ਆ, ਮੋਰਗੇਜ ਬੈਂਕ ਡਿਸਾਈਡ ਕਰਦੀ ਆ ਕਿ ਤੁਹਾਡੀ ਪ੍ਰੀ ਪੇਮੈਂਟ ਦੀ ਅਮਾਊਂਟ ਕੀ ਹੈਗੀ ਆ, ਯੂ ਡੋਂਟ ਡਿਸਾਈਡ। ਸੋ ਜਦੋਂ ਤੁਸੀਂ ਆਪਣੀ ਸਟੇਟਮੈਂਟ ਦੇਖਦੇ ਹੋ ਨਾ ਤਾਂ ਉੱਥੇ ਆਲਵੇਜ਼ ਲਿਖਿਆ ਹੁੰਦਾ ਆ ਕਿ ਤੁਸੀਂ ਫੋਰ ਐਗਜ਼ਾਮਪਲ 60,000 ਦੀ ਪ੍ਰੀ ਪੇਮੈਂਟ ਕਰ ਸਕਦੇ ਹੋ ਇਸ ਸਾਲ, ਐਂਡ ਹੋਰ ਜਿੱਦਾਂ ਜਾਣਕਾਰੀ ਦਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। ਸੋ ਇਹਨੂੰ ਕਹਿੰਦੇ ਆ ਪ੍ਰੀ ਪੇਮੈਂਟ। ਸੋ ਜਿਹੜੀ ਪ੍ਰੀ ਪੇਮੈਂਟ ਹੁੰਦੀ ਹੈ ਉਹ ਆਪਣੀ ਪ੍ਰਿੰਸੀਪਲ ਦੇ ਉੱਤੇ ਅਪਲਾਈ ਹੁੰਦੀ ਹੈ। ਉਹ ਬਿਲਕੁਲ ਉਹ ਪ੍ਰਿੰਸੀਪਲ ਹੈ। ਸੋ ਆਪਾਂ ਨੂੰ ਉਹਦਾ ਬੈਨੀਫਿਟ ਇਹ ਹੈਗਾ ਕਿ ਜੇ ਮੰਨ ਲਓ ਆਪਣੀ ਮੋਰਗੇਜ ਹੈਗੀ ਆ 8.5 ਦੀ ਔਰ ਆਪਾਂ ਕੋਲ 50,000 ਕਿਤੋਂ ਆ ਗਿਆ ਇਸ ਸਾਲ, ਔਰ ਆਪਾਂ ਚਾਹੁੰਦੇ ਆ ਕਿ ਨਹੀਂ ਆਪਾਂ ਉਹਨੂੰ ਆਪਣੀ ਮੋਰਗੇਜ ਨੂੰ ਘੱਟ ਕਰ ਦਈਏ। ਸੋ ਤੁਸੀਂ 50,000 ਜਿਹੜੇ ਹੈਗੇ ਆ ਉਹ ਤੁਸੀਂ ਇੱਕ ਵਾਰ ਚ ਉਹਨੂੰ ਆਪਣੀ ਪ੍ਰੀ ਪੇਮੈਂਟ ਦੇ ਥਰੂ ਉਹਨੂੰ ਕਰ ਸਕਦੇ ਹੋ। ਫਿਰ ਤੁਹਾਡੀ ਜਿਹੜੀ ਮੋਰਗੇਜ ਹੈ ਉਹ ਤੇ ਪ੍ਰਿੰਸੀਪਲ ਤੇ ਸਿਰਫ 8,000 ਰਹਿ ਜਾਏਗਾ, ਨਾ ਕਿ 815 ਦੀ ਮੋਰਗੇਜ ਨਹੀਂ ਰਹੇਗੀ ਉਹ। ਜੇ ਆਪਾਂ ਪ੍ਰੀ ਪੇਮੈਂਟ ਦਾ ਪ੍ਰਿਵਿਲੇਜ ਨੂੰ ਐਕਸਰਸਾਈਜ਼ ਕਰਦੇ ਆ ਜੀ, ਆਪਣੀ ਜਿਹੜੀ ਮੰਥਲੀ ਕਿਸ਼ਤ ਹੈ ਉਹ ਜਦ ਹੀ ਘਟ ਜਾਂਦੀ ਆ। ਹਾਂਜੀ, ਉਹਦਾ ਫਰਕ ਪੈਂਦਾ ਹੈ ਬਿਲਕੁਲ। ਔਰ ਅਸ ਉੱਥੇ ਸਿਰਫ ਰੀਫਾਈਨੈਂਸ ਦੇ ਟਾਈਮ ਤੱਕ ਉਹ ਚੇਂਜ ਹੁੰਦੀ ਹੈ। ਨਹੀਂ, ਤੁਹਾਡੀ ਫਿਰ ਆਪਣੀ ਜਿਹੜੀ ਪੇਮੈਂਟ ਆ ਉਹ ਆਪਣੀ ਘਟ ਜਾਏਗੀ ਕਿਉਂਕਿ ਆਪਣਾ ਜਿਹੜਾ ਅਮਾਉਂਟ ਹੈ ਪ੍ਰਿੰਸੀਪਲ ਅਮਾਉਂਟ ਘਟ ਗਿਆ ਹੈ। ਠੀਕ ਹੈ। ਤੇ ਅੰਜੂ ਜੀ ਜਿਹੜੀ ਆਪਣੀ ਪ੍ਰੀ ਪੇਮੈਂਟ ਹੁੰਦੀ ਹੈ ਤੇ ਆਪਣੀ ਜਿਹੜੀ ਰੈਗੂਲਰ ਪੇਮੈਂਟ ਹੁੰਦੀ ਹੈ ਫ੍ਰੀਕੁਐਂਸੀ ਜੀ, ਉਹ ਡਿਪੈਂਡ ਜੇ ਲੈਟਸ ਸੇ ਆਪਾਂ ਕਹਿੰਦੇ ਆ ਕਿ ਆਪਾਂ ਵੀਕਲੀ ਪੇ ਕਰਨੀ ਆਪਣੀ ਮੋਰਗੇਜ ਦੀ ਕਿਸ਼ਤ, ਉਹ ਚੇਂਜ ਕਰਦੀ ਹੈਗੀ ਆਪਣੀ ਜਿਵੇਂ ਪੇਮੈਂਟ ਸਟਰਕਚਰ? ਜੀ ਬਿਲਕੁਲ। ਮੋਸਟਲੀ ਜਦੋਂ ਆਪਾਂ ਮੋਰਗੇਜ ਲੈਂਦੇ ਆ ਉਹ ਆਪਾਂ ਨੂੰ ਵੀਕਲੀ ਮੋਰਗੇਜ ਦਿੰਦੇ ਆ, ਵੀਕਲੀ ਲਿਖਿਆ ਹੁੰਦਾ ਉੱਤੇ ਸਟਾਰਟਿੰਗ ਦੇ ਵਿੱਚ, ਲੇਕਿਨ ਫਿਰ ਉਹ ਆਪਾਂ ਨੂੰ ਕਹਿੰਦੇ ਆ ਕਿ ਤੁਸੀਂ ਬੈਂਕ ਜਾ ਕੇ ਚੇਂਜ ਕਰਾ ਲਈਓ। ਔਰ ਆਪਾਂ ਰეკਮੈਂਡ ਕਰਾਂਗੇ ਆਪਣੇ ਸੁਣਨ ਵਾਲਿਆਂ ਨੂੰ ਕਿ ਬਾਈ ਵੀਕਲੀ ਲਈ ਜਾਓ। ਉਹਦਾ ਬੈਨੀਫਿਟ ਆਪਾਂ ਨੂੰ ਇਹ ਹੁੰਦਾ ਆ ਕਿ ਜਦੋਂ ਆਪਾਂ ਬਾਈ ਵੀਕਲੀ ਚੂਜ਼ ਕਰਦੇ ਆ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ 1 ਮਹੀਨੇ ਦੀ ਐਕਸਟਰਾ ਪੇਮੈਂਟ ਆਪਾਂ ਹਰੇਕ ਸਾਲ ਦੇ ਦਿੰਦੇ ਆ। ਔਰ ਜੇ ਆਪਾਂ ਆਪਣੀ ਮੋਰਗੇਜ 25 ਸਾਲ ਲਈ ਹੈ ਜਾਂ 30 ਸਾਲ ਲਈ ਹੈ, ਸੋ ਉਹਦਾ ਆਪਾਂ ਨੂੰ ਫਾਇਦਾ ਜਿਹੜਾ ਹੈ ਉਹ ਹਜ਼ਾਰਾਂ ਦੇ ਵਿੱਚ ਹੋ ਜਾਂਦਾ ਹੈ ਐਟ ਦ ਐਂਡ। ਇਸ ਕਰਕੇ ਕਿਉਂਕਿ ਕੰਪਾਊਂਡਿੰਗ ਇੰਟਰਸਟ ਜਿਹੜਾ ਹੈਗਾ ਉਹਦੀ ਫ੍ਰੀਕੁਐਂਸੀ ਰਿਡਕਸ਼ਨ ਹੋ ਜਾਂਦੀ ਹੈ। ਬਿਲਕੁਲ ਬਿਲਕੁਲ ਰਾਈਟ। ਤਾਂ ਜਿਹੜਾ ਕੰਪਾਊਂਡ ਇੰਟਰਸਟ ਹੈਗਾ ਸਰੋਤੋ, ਇਹ ਤਾਂ ਕਾਫੀ ਵੰਡਰਸ ਥਿੰਗ ਹੈਗੀ ਹੈ। ਜਿਹੜੀ ਚੀਜ਼ $100 ਨੂੰ ਤੁਸੀਂ $1000 ਤੱਕ ਉਹ ਲੱਖ ਤੱਕ ਪਹੁੰਚਾ ਸਕਦੇ ਹੋ। ਜੀ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਆਪਾਂ ਅੱਗੇ ਜਾਰੀ ਰੱਖਾਂਗੇ। ਤੇ ਦੋਸਤੋ ਸਾਨੂੰ ਕਾਲ ਕਰ ਸਕਦੇ ਆ 905 601 1350 ਤੇ। ਜੇਕਰ ਤੁਸੀਂ ਐਸੀ ਰੀਅਲ ਸਟੇਟ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦੇ ਜੇ ਜਿੱਥੇ 17 ਸਾਲ ਦੇ ਤਜਰਬਾਕਾਰ ਤੇ ਮਾਹਿਰ ਬ੍ਰੋਕਰ ਆਫ ਰੈਕੋਰਡ ਰਾਕੇਸ਼ ਸ਼ਰਮਾ ਜੀ ਤੁਹਾਨੂੰ ਪੂਰੀ ਟ੍ਰੇਨਿੰਗ ਦੇਣ ਤੇ ਸਟਨ ਗਰੁੱਪ ਜੁਆਇਨ ਕਰੋ। ਹਾਂਜੀ, ਤੁਸੀਂ ਨਵੇਂ ਰੀਅਲਟਰ ਹੋ ਜਾਂ ਐਕਸਪੀਰੀਅੰਸਡ, ਤੁਸੀਂ ਸਾਨੂੰ ਜੁਆਇਨ ਕਰੋ। ਪ੍ਰੋਫੈਸ਼ਨਲ এনवायरमेंट ਵਿੱਚ ਐਜ਼ ਅ ਰੀਅਲਟਰ ਵਧੀਆ ਕੈਰੀਅਰ ਬਣਾਓ। ਸਟਨ ਗਰੁੱਪ ਦੇ ਰਾਕੇਸ਼ ਸ਼ਰਮਾ ਜੀ ਨਾਲ ਹੁਣੇ ਹੀ ਗੱਲ ਕਰੋ। 416 823 9505 416 823 9505। ਜ਼ਿੰਦਗੀ 'ਚ ਅੱਜ ਦੇ ਲਈ ਅਹਿਮ ਫੈਸਲੇ ਕੱਲ ਦੇ ਲਈ ਬਿਹਤਰ ਸਾਬਿਤ ਹੁੰਦੇ ਨੇ, ਜਿਵੇਂ ਕਿ ਅੱਜ ਆਪਣਾ ਨਵਾਂ ਘਰ ਲੈਣਾ, ਉਹ ਵੀ GTA ਵਿੱਚ। ਕੀ ਕੌਣ ਦਵਾਏਗਾ, ਕਿੰਨੀ ਕਮਿਸ਼ਨ, ਲੋਕੇਸ਼ਨ ਕਿਹੜੀ, ਮਾਰਗੇਜ, ਇਹ ਸਾਰੇ ਸਵਾਲਾਂ ਦਾ ਜਵਾਬ ਇੱਕ ਹੀ ਹੈ, ਅਮਨ ਸਿੰਘ, ਵਰਕਿੰਗ ਫॉर ਸਟਨ ਗਰੁੱਪ। ਇਹਨਾਂ ਦਾ ਨੰਬਰ 4163998499। ਤੁਹਾਡੀ ਲੋੜ ਕੋਈ ਵੀ ਹੋਵੇ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਟੋਰਾਂਟੋ ਵਿੱਚ ਹੋਵੇ ਜਾਂ ਆਊਟ ਆਫ GTA, ਪ੍ਰਾਪਰਟੀ ਪਰਚੇਜ਼ ਔਰ ਸੇਲ ਲਈ ਕਾਲ ਅਮਨ ਸਿੰਘ 4163998499। ਵੇਖ ਲੈ ਨਜ਼ਰ ਇੱਕ ਸਾਡੇ ਵੱਲ ਵੀ, ਤੇਰਿਆਂ ਰਾਹਾਂ ਦੇ ਵਿੱਚ ਰੋਜ਼ ਆਉਂਦਿਆਂ, ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ, ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਸਾਰਿਆਂ ਦਾ ਆਪਣਾ ਕੰਠ ਕਲੇਰ ਤੇ ਤੁਸੀਂ ਸੁਣ ਰਹੇ ਹੋ ਜੀ ਵੌਇਸ ਆਫ ਰੀਅਲ ਸਟੇਟ ਵਿਦ ਰਾਕੇਸ਼ ਸ਼ਰਮਾ ਜੀ। ਦੋਸਤੋ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਰ ਰਹੇ ਹੋ ਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਜੀ। ਹਾਂਜੀ ਬਿਲਕੁਲ, ਕੈਲੀ ਸਾਹਿਬ ਡਿਸਕਸ ਕਰ ਰਹੇ ਸੀ। ਹਾਂਜੀ ਜ਼ਰੂਰ। ਤੇ ਅੰਜੂ ਜੀ ਤੁਸੀਂ ਦੱਸੋ, ਆਪਾਂ ਹੁਣੇ ਗੱਲ ਹੋਈ ਸੀਗੀ ਆਪਣੇ ਮਿਸਟਰ ਰੋਹਨ ਨਾਲ ਕਿ ਆਪਣੀ ਅਸੂਮੇਬਲ ਤੇ ਪੋਰਟੇਬਲ ਮੌਰਗੇਜ ਵਿੱਚ ਜੀ, ਤੇ ਤੁਸੀਂ ਮੈਨੂੰ ਦੱਸ ਸਕਦੇ ਥੋੜੇ ਹੋਰ ਬਾਰੇ ਅਸੂਮੇਬਲ ਮੌਰਗੇਜ ਬਾਰੇ? ਉਹ ਕੀ ਹੁੰਦਾ? ਅਸੂਮੇਬਲ ਜਿਹੜੀ ਮੌਰਗੇਜ ਹੁੰਦੀ ਆ ਉਹ ਇੰਨੀ ਕਾਮਨ ਨਹੀਂ ਹੈਗੀ, ਆਪਾਂ ਪ੍ਰੈਕਟਿਸ 'ਚ ਘੱਟ ਲੈ ਕੇ ਆਉਂਦੇ ਆ, ਲੇਕਿਨ ਆਪਸ਼ਨ ਹੈ। ਉਹਦਾ ਮਤਲਬ ਇਹ ਹੁੰਦਾ ਆ ਕਿ ਜਦੋਂ ਕਿ ਆਪਾਂ ਸੈਲਰ ਦੇ ਕੋਲੋਂ ਘਰ ਲਿਆ, ਉਹਦੀ ਜਿਹੜੀ ਮੌਰਗੇਜ ਹੈ ਆਪਾਂ ਉਹ ਵੀ ਨਾਲ ਹੀ ਅਸੂਮ ਕਰ ਲਈ, ਠੀਕ ਹੈ। ਸੋ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਮੰਨ ਲਓ ਅੱਜ ਜਿਹੜੀ ਮਾਰਕੀਟ ਹੈ, ਮਾਰਕੀਟ ਦਾ ਇੰਟਰਸਟ ਰੇਟ ਬਹੁਤ ਜ਼ਿਆਦਾ ਹੈ, ਲੇਕਿਨ ਸੈਲਰ ਨੇ ਜਦੋਂ ਆਪਣੀ ਮੌਰਗੇਜ ਲਈ ਸੀ ਉਦੋਂ ਇੰਟਰਸਟ ਰੇਟ ਉਹਦਾ ਘੱਟ ਸੀਗਾ। ਸੋ ਇਸ ਕਾਰਨ ਉਹ ਬਾਇਰ ਨੂੰ
ਬੈਟਰ ਰੇਟ ਮਿਲ ਜਾਂਦਾ ਆ। ਲੇਕਿਨ ਜਿੰਨਾ ਇਹ ਸੁਣਨ ਨੂੰ ਵਧੀਆ ਲੱਗ ਰਿਹਾ ਹੈ, ਇਟਸ ਨਾਟ ਦੈਟ ਈਜ਼ੀ, ਐਂਡ ਕਿਉਂਕਿ ਤੁਹਾਨੂੰ ਅਗੇਨ ਕੁਆਲੀਫਾਈ ਹੋਣਾ ਪਏਗਾ ਉਸ ਅਮਾਊਂਟ ਦੇ ਲਈ ਬੈਂਕ ਦੇ ਕੋਲ। ਐਂਡ ਉਸ ਤੋਂ ਬਾਅਦ ਜੇ ਉਹ 'ਚ ਡਿਫਰੈਂਸ ਹੈਗਾ ਆ, ਫੋਰ ਐਗਜ਼ਾਮਪਲ ਉਸ ਘਰ ਦੇ ਉੱਤੇ ਜੇ ਮੋਰਗੇਜ 10 ਲੱਖ ਦੀ ਹੈਗੀ ਆ ਸੈਲਰ ਦੀ, ਲੇਕਿਨ ਤੁਹਾਨੂੰ ਉਸ ਘਰ ਨੂੰ ਲੈਣ ਦੇ ਲਈ 5 ਲੱਖ ਦੀ ਮੋਰਗੇਜ ਚਾਹੀਦੀ ਹੈ, ਹੁਣ ਤੁਹਾਨੂੰ ਜਿਹੜਾ 2 ਲੱਖ ਹੈ ਉਹ ਤੁਹਾਨੂੰ ਕਿਤੋਂ ਨਾ ਕਿਤੋਂ ਲੈ ਕੇ ਆਉਣਾ ਪਏਗਾ। ਫਿਰ ਜਦੋਂ ਤੁਸੀਂ ਦੂਸਰੀ ਮੋਰਗੇਜ ਲਓਗੇ 2 ਲੱਖ ਦੀ, ਉਹ ਇੰਨਾ ਆਸਾਨ ਨਹੀਂ ਹੁੰਦਾ, ਕੰਪਲਿਕੇਟਡ ਬਣ ਜਾਂਦਾ। ਇਸ ਕਾਰਨ ਪ੍ਰੈਕਟਿਸ ਦੇ ਵਿੱਚ ਇਹ ਜਿਹੜੀ ਮੋਰਗੇਜ ਹੈ ਤੁਹਾਨੂੰ ਘੱਟ ਦਿਖਦੀ ਹੈ। ਜਦੋਂ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਹਾਊਸ ਪ੍ਰਾਈਸਿਸ 5 ਸਾਲਾਂ 'ਚ ਆਲਮੋਸਟ ਡਬਲ ਹੋ ਗਏ ਹੋਏ ਆ, ਤੇ ਜਿਵੇਂ ਮੋਰਗੇਜ ਆਲਮੋਸਟ ਐਵਰੀ 5 ਇਅਰਸ ਰੀਨਿਊ ਹੁੰਦੀ ਹੈ, ਇੱਥੇ ਤਾਂ ਫਿਰ no doubt second mortgage or else ਕੋਈ secondary financing ਦੀ arrangement ਤਾਂ ਬਣਾਉਣੀ ਪਏਗੀ। ਬਿਲਕੁਲ, ਫਿਰ ਉਹੀ ਤਾਂ ਜਦੋਂ ਆਪਾਂ ਪੂਰਾ ਦੇਖੀਏ ਫੁੱਲ ਪੈਕੇਜ, ਫਿਰ ਲਾਸ ਵਿੱਚ ਹੀ ਹੁੰਦਾ ਹੈ ਬਾਇਰ ਅੱਜ ਦੀ ਡੇਟ ਦੇ ਵਿੱਚ। ਜ਼ਰੂਰ ਕਿ ਇਸ ਕਾਰਨ ਫਿਰ ਇਹ ਆਪਾਂ ਨੂੰ ਨਹੀਂ ਦੇਖਣ ਨੂੰ ਨਹੀਂ ਮਿਲਦੀ ਆਪਸ਼ਨ, ਲੇਕਿਨ ਇਹ ਅਵੇਲੇਬਲ ਹੈ। ਤੇ ਜਿਹੜੀ ਪੋਰਟੇਬਲ ਤੇ ਅਸਿਊਮੇਬਲ ਆਪਸ਼ਨ ਹੁੰਦੀਆਂ ਨੇ, ਉਹ ਬਾਅਦ ਚੋਂ ਵੀ ਖੁੱਲ ਜਾਂਦੀ ਹੈ, ਔਰ ਜਦ ਤੁਸੀਂ ਮੋਰਗੇਜ ਲੈ ਰਹੇ ਹੋ ਉਸ ਟਾਈਮ ਹੀ ਤੁਹਾਨੂੰ ਲੈਣੀ ਪੈਂਦੀ ਹੈ? ਨਹੀਂ, ਉਹ ਜਦੋਂ ਆਪਾਂ ਮੋਰਗੇਜ ਲੈਂਦੇ ਆ ਉਦੋਂ ਹੀ ਵਿੱਚ ਐਡ ਹੁੰਦੀ ਆ, ਤੁਸੀਂ ਬਾਅਦ ਵਿੱਚ ਨਹੀਂ ਕਰ ਸਕਦੇ ਪੋਰਟੇਬਲ, ਔਰ ਹਰੇਕ ਬੈਂਕ ਨਹੀਂ ਤੁਹਾਨੂੰ ਦਿੰਦੀ। ਇਸ ਕਾਰਨ ਜਿਵੇਂ ਤੁਸੀਂ ਜਿਹੜੀ ਵੱਡੀਆਂ ਬੈਂਕਾਂ ਹੈਗੀਆਂ ਆ, ਜੇ ਤੁਸੀਂ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਓ ਕਿ ਅਸੀਂ ਸਾਡੇ ਕੋਲ ਘਰ ਹੈ, ਅਸੀਂ ਇਹ ਘਰ ਹੁਣ ਸੈਲ ਕਰਨਾ ਹੈ, ਔਰ ਜਿਹੜੀ ਫਿਰ ਮੋਸਟਲੀ ਤੁਹਾਨੂੰ 3 ਮਹੀਨੇ ਦਿੰਦੇ ਆ ਉਹ, ਕਿ ਚਲੋ ਠੀਕ ਆ, ਅਸੀਂ ਤੁਹਾਨੂੰ ਉਹਨੂੰ ਕੀ ਕਹਿੰਦੇ ਪੋਰਟ ਕਰ ਦਾਂਗੇ ਤੁਹਾਡੀ ਜਿਹੜੀ ਹੈਗੀ ਆ ਨਾ ਇਹ ਜਿਹੜੀ ਐਗਜ਼ਿਸਟਿੰਗ ਜਿਹੜੀ ਤੁਹਾਡੀ ਮੋਰਗੇਜ ਹੈਗੀ ਆ। ਓਕੇ, ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਲਾਸਟ ਥਿੰਗ ਕਿ ਬਾਹਰ ਨੂੰ ਦੇਖਣਾ ਚਾਹੀਦਾ ਰਾਈਟ ਨਾਓ। ਆਈ ਮੀਨ ਦੇयर इज ਮੈਨੀ ਥਿੰਗਸ, ਬਟ ਮੇਨ ਚੀਜ਼ਾਂ ਚੋਂ ਇਹ ਲਾਸਟ ਜਿਹੜੇ ਟੌਪਿਕ ਅੱਜ ਗੱਲ ਕਰ ਰਹੇ ਕਿ ਏਰੀਆ ਦੇਖਣਾ ਚਾਹੀਦਾ ਬਾਹਰ ਨੂੰ ਜਿਹੜਾ ਖਰੀਦ ਰਿਹਾ। ਬਿਲਕੁਲ, ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਆਪਾਂ ਨੂੰ ਕਈ ਇਸ ਤਰ੍ਹਾਂ ਦੇ ਕਲਾਇੰਟ ਮਿਲਦੇ ਆ ਜਿਹੜੇ ਸੋਚਦੇ ਆ ਕਿ ਆਪਾਂ ਡੀਟੈਚ ਘਰ ਲੈ ਲਈਏ, ਡੀਟੈਚ ਘਰ ਲੈ ਦਿਓ ਜਿੱਥੇ ਮਰਜ਼ੀ ਹੋਵੇ। ਫਿਰ ਆਪਾਂ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਨਾਲ ਇਹ ਸਮਝਾਈਦਾ ਆ ਕਿ ਇਹ ਇੰਪੋਰਟੈਂਟ ਨਹੀਂ ਹੈ ਕਿ ਡੀਟੈਚ ਘਰ ਮਿਲਿਆ ਹੈ ਕਿ ਨਹੀਂ ਮਿਲਿਆ ਹੈ, ਇੰਪੋਰਟੈਂਟ ਹੈ ਕਿ ਜਿਹੜੀ ਤੁਸੀਂ ਪ੍ਰਾਪਰਟੀ ਲਈ ਹੈ ਉਸ ਪ੍ਰਾਪਰਟੀ ਦੇ ਆਸ-ਪਾਸ ਗਰੋਥ ਕੀ ਹੋਏਗੀ, ਕਿਉਂਕਿ ਪੈਸੇ ਉਹਨਾਂ ਦੇ ਉੱਥੇ ਹੀ ਬਣਨੇ ਆ। ਐਂਡ ਜੇ ਤੁਸੀਂ ਆਪਾਂ ਬਰੈਂਪਟਨ ਦੀ ਗੱਲ ਕਰੀਏ, ਜਿੰਨੀ ਗਰੋਥ ਬਰੈਂਪਟਨ ਦੀ ਹੋ ਰਹੀ ਹੈ ਔਰ ਹੋਏਗੀ ਫਿਊਚਰ ਦੇ ਵਿੱਚ, ਉਨੀ ਆਪਾਂ ਨੂੰ ਐਪਰੀਸੀਏਸ਼ਨ ਜੇ ਆਪਾਂ ਹੁਣ ਸ਼ੈਲਬਰਨ ਚਲ ਜਾਈਏ ਉਨੀ ਪ੍ਰਾਪਰਟੀ ਨੂੰ ਉਹ ਗਰੋਥ ਨਹੀਂ ਮਿਲੇਗੀ। ਇਹ ਵਾਲੀ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਔਰ ਜਦੋਂ ਆਪਾਂ ਆਪਣੇ ਕਲਾਇੰਟ ਨੂੰ ਘਰ ਲੈ ਕੇ ਦੇਈਦਾ ਆ, ਆਪਾਂ ਉਹਨਾਂ ਨੂੰ ਦੱਸੀਦਾ ਹੈ ਕਿ ਫਿਊਚਰ ਦੇ ਵਿੱਚ ਸਿਟੀ ਦੇ ਇਹ ਪ੍ਰੋਜੈਕਟਸ ਹੈਗੇ ਆ, ਨਿਊ ਡਿਵੈਲਪਮੈਂਟਸ ਇਹ ਆ ਰਹੀਆਂ ਨੇ, ਹਾਈਵੇਜ਼ ਜਿਹੜੇ ਫਿਊਚਰ ਦੇ ਹੈਗੇ ਉਹ ਇੱਧਰ ਆਣਗੇ, ਤਾਂ ਕਿ ਜੇ ਉਹਨਾਂ ਦਾ ਉਹ ਘਰ ਉਹਨਾਂ ਨੂੰ 10 ਸਾਲ ਰੱਖਣਾ ਹੈਗਾ ਸੋ ਉਹ ਦੇਖ ਸਕਣ ਔਰ ਆਪਣਾ ਪਲਾਨ ਕਰ ਸਕਣ ਕਿ ਉਹਨਾਂ ਨੇ ਆਪਣੀ ਪ੍ਰਾਪਰਟੀ ਕਿਸ ਤਰ੍ਹਾਂ ਯੂਜ਼ ਕਰਨੀ ਹੈ। ਜਿਵੇਂ ਆਪਾਂ ਲਾਸਟ ਟਾਈਮ ਵੀ ਗੱਲ ਕੀਤਾ ਸੀ, ਫੈਮਿਲੀ ਦਾ ਵੀ ਕਦਰ ਦੇਖਣਾ ਚਾਹੀਦਾ ਕਿ ਆਸ-ਪਾਸ ਸਕੂਲਸ ਹੈਗੇ ਨੇ, ਅਮੈਨਿਟੀਜ਼ ਹੈਗੇ ਨੇ, ਰਾਈਟ, ਉੱਥੇ ਸੁਪਰਮਾਰਕਟਸ, ਨੀ ਮਾਲਸ, ਰਾਈਟ, ਐਂਟਰਟੇਨਮੈਂਟ ਵਾਸਤੇ ਕੀ ਹੈਗਾ ਆਸ-ਪਾਸ, ਇਹ ਵੀ ਦੇਖਣਾ ਪੈਂਦਾ। ਬਹੁਤ ਇੰਪੋਰਟੈਂਟ ਹੈ, ਕਿਉਂਕਿ ਆਪਾਂ ਸਮਟਾਈਮਸ ਐਕਸਾਈਟਮੈਂਟ ਨਾਲ ਘਰ ਦੇਖ ਕੇ ਲੈ ਲੈਂਦੇ ਆ, ਲੇਕਿਨ ਬਾਅਦ ਵਿੱਚ ਆਪਾਂ ਨੂੰ ਅਹਿਸਾਸ ਹੁੰਦਾ ਆ ਕਿ ਯੂ نو ਇਟਸ ਹੋਰ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਆ ਉਹ ਵੀ ਜ਼ਰੂਰੀ ਹੈ ਦੇਖਣਾ। ਜ਼ਰੂਰ। ਤੇ ਹੁਣ ਮਿਸਟਰ ਸ਼ਰਮਾ? ਹਾਂਜੀ, ਬਿਲਕੁਲ, ਆਪਾਂ ਬ੍ਰੋਕਰੇਜ ਦੀ ਗੱਲ ਕਰਨੀ ਸੀ। ਆਪਣੇ ਸਰਟਨ ਗਰੁੱਪ, ਅਗਰ ਕੋਈ ਵੀ ਭੈਣ ਭਰਾ ਆਪਣਾ ਰੀਅਲ estate ਦਾ ਲਾਇਸੈਂਸ ਲਿਆ ਹੈਗਾ, ਨਵੇਂ ਹੈਗੇ, ਤੇ ਉਹਨਾਂ ਨੂੰ ਇੱਕ ਅੱਛੀ ਪਲੇਟਫਾਰਮ ਚਾਹੀਦਾ, ਅੱਛੀ ਬ੍ਰੋਕਰੇਜ ਚਾਹੀਦੀ ਜਿੱਥੇ ਉਹਨਾਂ ਨੂੰ ਪੂਰੀ ਹੈਲਪ ਹੋ ਸਕੇ। ਔਰ ਉੱਥੇ ਸਾਨੂੰ ਇੱਕ ਵਾਰੀ ਆ ਕੇ ਮਿਲ ਲੈਣ, ਆਫਿਸ ਸਾਡੇ ਆ ਕੇ, ਜਾਂ ਫੋਨ ਤੇ ਵੀ ਗੱਲਬਾਤ ਕਰ ਸਕਦੇ ਆ, ਜ਼ੂਮ ਮੀਟਿੰਗ ਤੇ ਗੱਲ ਕਰ ਸਕਦੇ ਆ ਅਗਰ ਨਹੀਂ ਆ ਸਕਦੇ, ਤੇ ਕੀ ਸਾਡੇ ਪੈਕੇਜਸ ਹੈ, ਕੀ ਸਾਡੀਆਂ ਸਰਵਿਸਿਜ਼ ਹੈਗੀਆਂ, ਔਰ ਕੀ ਅਸੀਂ ਕਰਦੇ ਹੈਗੇ ਆ, ਕੀ ਉਹਨਾਂ ਨੂੰ ਅੱਗੇ ਅਸੀਂ ਲਿਜਾਣ ਲਈ, ਉਹਨਾਂ ਦੇ ਕੈਰੀਅਰ 'ਚ ਵਧਾਉਣ ਲਈ ਕਿਸ ਤਰ੍ਹਾਂ ਅਸੀਂ ਐਜੂਕੇਟ ਕਰਦੇ ਆ। ਲਾਇਸੈਂਸ ਲੈ ਲੈਂਦੇ ਹੈਗੇ, ਰਾਈਟ, ਸਾਰੇ। ਔਰ ਲਾਇਸੈਂਸ ਲੈਣ ਤੋਂ ਬਾਅਦ ਜਿਹੜੀ ਪ੍ਰੈਕਟੀਕਲ ਨੌਲੇਜ ਹੈ ਉਹ ਬਹੁਤ ਜ਼ਰੂਰੀ ਹੈਗੀ ਆ। ਜਿਸ ਤਰ੍ਹਾਂ ਹੁਣ ਅਸੀਂ ਰੇਡੀਓ ਤੇ ਕਲਾਇੰਟਸ ਦੇ ਇਸ਼ੂ ਸੁਣਦੇ ਹੈਗੇ ਆ, ਇੱਕ ਅਗਰ ਤੁਹਾਨੂੰ ਅੱਛੀ ਨੌਲੇਜ ਹੈ, ਐਜੂਕੇਸ਼ਨ ਹੈ, ਤੇ ਤੁਸੀਂ ਉਹ ਜਿਹੜੇ ਗਲਤ ਸਟੈਪ ਲਾਉਣ ਤੋਂ ਰੁਕ ਜਾਓਗੇ। ਤੇ ਉਹ ਐਜੂਕੇਸ਼ਨ ਅਸੀਂ ਪ੍ਰੋਵਾਈਡ ਕਰੀ ਦੀ ਆ, ਪ੍ਰੋਪਰ ਪ੍ਰੈਕਟੀਕਲ ਨੌਲੇਜ ਅਸੀਂ ਆਫਿਸ 'ਚ ਦੇਈ ਦੀ ਹੈਗੀ ਆ। ਤੁਸੀਂ ਇੱਕ ਵਾਰੀ ਸਾਨੂੰ ਆਫਿਸ 'ਚ ਆ ਕੇ ਮਿਲੋ, ਇੱਕ ਅੱਛੀ ਜਿਹੜੀ ਬ੍ਰੋਕਰੇਜ ਜਿਹੜੀ ਚਾਹੀਦੀ ਆ ਤੁਹਾਨੂੰ, ਕਿਸ ਤਰ੍ਹਾਂ ਤੁਹਾਡੇ ਲਈ ਹੈਲਪ ਕਰਦੀ ਹੈਗੀ ਆ, ਕਿਸ ਤਰ੍ਹਾਂ ਤੁਹਾਨੂੰ ਟ੍ਰੇਨਿੰਗ ਦਿੰਦੀ ਹੈ, ਉਹ ਮਸਟ ਹੈ। ਪਲੱਸ ਕਿਸ ਤਰ੍ਹਾਂ ਦਾ ਸਟਾਫ ਹੈਗਾ ਤੁਹਾਡੇ ਲਈ ਕੰਮ ਕਰਨ ਲਈ, ਕਿਸ ਤਰ੍ਹਾਂ ਦੇ ਪੇਪਰ ਡਾਕੂਮੈਂਟ ਕੌਣ ਰਿਵਿਊ ਕਰਦਾ ਹੈਗਾ। ਤੁਸੀਂ ਕਲਾਇੰਟ ਦੇ ਸਾਈਨ ਕਰਾਉਣ ਤੋਂ ਪਹਿਲਾਂ ਤੁਹਾਨੂੰ ਐਕਸਪਲੇਨ ਕਲਾਇੰਟ ਨੂੰ ਕਰਨਾ ਪੈਂਦਾ, ਤੁਹਾਡੀ ਡਿਊਟੀ ਐਜ਼ ਏ ਰੀਅਲਟਰ। ਜਿਹੜੇ ਵੀ ਲੀਗਲ ਡਾਕੂਮੈਂਟ ਤੁਸੀਂ ਇਹ ਨਹੀਂ ਕਿ ਸਿਰਫ ਸਾਈਨ ਕਰਾ ਲੈਣੇ ਆ, ਪ੍ਰੋਪਰ ਉਹਨੂੰ ਐਕਸਪਲੇਨ ਕਰਨਾ ਹੈਗਾ ਕਲਾਇੰਟਸ ਨੂੰ, ਤੇ ਉਹ ਪ੍ਰੋਪਰ ਸਾਰੀ ਐਜੂਕੇਸ਼ਨ। ਇੱਕ ਅੱਛਾ ਸਿਸਟਮ ਬ੍ਰੋਕਰੇਜ ਦਾ ਲੈਣ ਲਈ 416
823-9505 ਤੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਆ। ਰਾਕੇਸ਼ ਸ਼ਰਮਾ, ਸਰਟਨ ਗਰੁੱਪ ਰੀਅਲਟੀ ਐਕਸਪਰਟਸ, ਸਾਡੇ ਆਫਿਸ 9054587979 ਤੇ ਜਾਂ 416-823-9505 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੀ ਦੋਸਤੋ, ਮੈਂ ਤੁਹਾਡਾ ਹੋਸਟ ਤੇ ਦੋਸਤ ਗੁਰਸ਼ਰਨ ਸਿੰਘ ਆ। ਮੇਰੇ ਨਾਲ ਸੰਪਰਕ ਕਰਨਾ ਹੋਵੇ 416-616-8000 ਕੋਈ ਵੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰ ਸਕਦੇ ਹੋ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਵੌਇਸ ਆਫ ਰੀਅਲ ਸਟੇਟ। ਅਗਲੇ ਸੰਡੇ ਫਿਰ ਮਿਲਦੇ ਆ। ਆਪ ਸਭ ਨੂੰ ਸਾਡੀ ਸਾਰੀ ਟੀਮ ਵੱਲੋਂ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਜੀ। ਜੀਂਦੇ ਵਸਦੇ ਰਹੋ, ਰੱਬ ਰਾਖਾ। ਥੈਂਕ ਯੂ। मोर्गेज सेकंड मोर्गेज या फिर हो बेलोन, सोचो ना बस बिल्कुल भी हुने मिलाओ फोन। 416-621-1300, 416-621-1300। लास्ट मिनट क्लोजिंग, डिफिकल्ट डील्स, सब दा इत्थे हल। सोची की जाना है हुने भी अकाल मॉर्गेजेस चल। अकाल ਹੁਣੇ ਕਾਲ ਕਰੋ 416-621-1300। License number 10845. Independently owned and operated. अकाल मॉर्गेजेस। ਘਰ ਵੇਚਣ ਬਾਰੇ ਸੋਚ ਰਹੇ ਹੋ ਤਾਂ ਗੱਲ ਕਰਿਓ ਐਕਟਿਸ ਰੀਅਲ ਏਸਟੇਟ ਗਰੁੱਪ ਦੇ ਸਤਿਅਮ ਕਪੂਰ ਅਤੇ ਪੀਟਰ ਦੇ ਨਾਲ। ਕਿਉਂ? ਗੱਲ ਬੜੀ ਸਿੰਪਲ ਹੈ। ਐਕਟਿਸ ਰੀਅਲ ਏਸਟੇਟ ਗਰੁੱਪ ਕੋਲ 2100 ਤੋਂ ਉੱਪਰ ਐਕਟਿਵ ਬਾਇਰਸ ਨੇ ਅਤੇ ਤੁਹਾਡੇ ਘਰ ਵਾਸਤੇ ਵੀ ਬਾਇਰ ਹੋ ਸਕਦਾ ਹੈ। ਤੇ ਦੂਸਰੀ ਗੱਲ, ਐਕਟਿਸ ਗਾਰੰਟੀ ਦਿੰਦਾ ਹੈ ਕਿ ਤੁਹਾਡਾ ਘਰ 100% ਆਸਕਿੰਗ ਪ੍ਰਾਈਸ ਤੇ ਵਿਕੇਗਾ। ਅਗਰ ਘੱਟ ਦਾ ਵਿਕਿਆ ਤੇ ਬਾਕੀ ਡਿਫਰੈਂਸ ਉਹ ਆਪ ਪੇ ਕਰਨਗੇ। ਸੋ ਚੰਗੀ ਕੀਮਤ ਤੇ ਘਰ ਵੇਚਣਾ ਹੈ ਤਾਂ ਚਿੰਤਾ ਨਾ ਕਰੋ, ਕਾਲ ਕਰੋ ਸਤਿਅਮ ਕਪੂਰ ਜਾਂ ਪੀਟਰ ਨੂੰ 6479050571 647-905-0571। ਡਰੈਕਾਰ ਲੌਜਿਸਟਿਕਸ, ਜੋ ਇੰਡਸਟਰੀ ਦੀ ਜਾਣੀ ਪਹਿਚਾਣੀ 3PL ਲੀਡਰ ਕੰਪਨੀ ਹੈ, ਹੁਣ ਹਾਇਰ ਕਰ ਰਹੇ ਨੇ AZ ਟਰੱਕ ਡਰਾਈਵਰਸ ਨੂੰ। ਮਿਸਿਸਾਗਾ ਵਿੱਚ ਲੋਕਲ ਅਤੇ ਹਾਈਵੇ ਤੇ ਚੱਲਣ ਵਾਸਤੇ AZ ਡਰਾਈਵਰਸ ਦੀ ਤੁਰੰਤ ਜ਼ਰੂਰਤ ਹੈ। ਜੀ ਹਾਂ, ਡਰੈਕਾਰ ਲੌਜਿਸਟਿਕਸ ਜੁਆਇਨ ਕਰੋ ਡਾਇਨਾਮਿਕ ਤੇ ਗਰੋਇੰਗ ਟੀਮ ਨੂੰ। ਕਾਲ 4166842756 416-684-2756 416-684-2756। ਮੁਬਾਰਕਾਂ ਵੀਰੇ, ਮੈਂ ਸੁਣਿਆ ਤੇਰਾ ਰਿਸ਼ਤਾ ਪੱਕਾ ਹੋ ਗਿਆ, ਪਰ ਤੂੰ ਬੜੀ ਟੈਨਸ਼ਨ 'ਚ ਬੈਠਾ ਹੈ, ਕੀ ਗੱਲ? ਉਹ ਕੁਝ ਨਹੀਂ ਯਾਰ, ਹੁਣ ਮੈਂ ਤੈਨੂੰ ਕਿਵੇਂ ਦੱਸਾਂ, ਬਚਪਨ ਦੀਆਂ ਗਲਤ ਆਦਤਾਂ ਕਾਰਨ ਬੜੀ ਘਬਰਾਹਟ ਜੀ ਹੋ ਰਹੀ ਹੈ। ਓਹੋ, ਤਾਂ ਇੰਨੀ ਜੀ ਗੱਲ 'ਚ ਘਬਰਾਣਾ ਕਿਉਂ ਹੈ? ਸ਼ੂਗਰ ਕਾਰਨ ਹੋਈ ਮਰਦਾਨਾ ਕਮਜ਼ੋਰੀ, ਬੇਔਲਾਦ ਜਾਂ ਬਾਂਝਪਨ ਲਾ ਇਲਾਜ ਨਹੀਂ ਹੈ। ਇਸ ਦੇ ਸਫਲ ਇਲਾਜ ਲਈ ਅੱਜ ਹੀ ਮਿਲ 40 ਸਾਲਾਂ ਦੇ ਤਜਰਬੇਕਾਰ ਅਤੇ 4 ਪੁਸ਼ਤਾਂ ਦੀ ਸਿੱਖਿਆ ਵਾਲੇ ਡਾਕਟਰ ਦੀਪਕ ਅਮਰ ਜੀ ਨੂੰ। ਨਾਲ ਹੀ ਜੋੜਾਂ ਦਾ ਦਰਦ ਤੇ ਨੀਲ ਸ਼ੁਗਰਾਣੂ ਜਾਂ ਕਿਸੇ ਵੀ ਕਿਸਮ ਦੀ ਕਮਜ਼ੋਰੀ ਲਈ ਅੱਜ ਹੀ ਆਓ ਅਮਰ ਦਵਾਖਾਨਾ, ਗ੍ਰੀਨ ਮਾਡਲ ਟਾਊਨ, ਜਲੰਧਰ। ਦਵਾਈ ਮੰਗਾਉਣ ਲਈ ਅੱਜ ਹੀ ਕਾਲ ਜਾਂ WhatsApp ਕਰੋ 9814 29888। ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ, ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ। ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon cancer check ਤੇ ਜਾਓ। ਇਹ ਸੰਦੇਸ਼ ਗਵਰਨਮੈਂਟ ਆਫ ontario ਵੱਲੋਂ। ਹਾਂਜੀ, ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਲਜ਼ੀਜ਼ਦਾਰ ਡਿਸ਼ਸ ਦਾ ਸਵਾਦ ਤਾਂ ਅੱਜ ਹੀ ਆਓ ਫਾਰਮਰਸ ਕਿਚਨ ਐਂਡ ਮਿਸਟਰ ਚਾਏ, 239 ਕੁਈਨ ਸਟਰੀਟ ਈਸਟ, ਯੂਨਿਟ 13। ਕਾਲ 9052160678 9052160678। ਬਹੁਤ ਜਦੋਜਹਿਦ ਕੀਤੀ ਹੈ ਆਪਣੀਆਂ ਖੁਆਇਸ਼ਾਂ ਦਾ ਘਰ ਲੈਣ ਲਈ, ਪਰ ਉਹ ਤੁਹਾਡੀ ਨਾ ਪੂਰੀ ਹੋਣ ਵਾਲੀ ਖੁਆਇਸ਼ ਹੀ ਬਣ ਕੇ ਰਹਿ ਗਈ ਹੈ? ਤਾਂ ਫਿਰ ਫਿਕਰ ਨਾ ਕਰੋ, ਅੱਜ ਹੀ ਮਿਲੋ ਸੈਂਚੁਰੀ 21 ਰੈੱਡ ਸਟਾਰ ਰਿਐਲਿਟੀ ਦੇ ਵਰਦੀਪ ਢਿੱਲੋਂ ਜੀ ਨੂੰ, ਜੋ ਤੁਹਾਡੀ ਘਰ ਲੈਣ ਦੀ ਖੁਆਇਸ਼ ਪੂਰੀ ਕਰਨਗੇ। ਘਰ ਸੇਲ ਕਰਨਾ ਚਾਹੁੰਦੇ ਹੋ ਚੰਗੇ ਰੇਟ ਤੇ ਜਾਂ ਖਰੀਦਣਾ ਚਾਹੁੰਦੇ ਹੋ ਤੇ ਮੋਰਗੇਜ ਦੀ ਚਿੰਤਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ, ਕਿਉਂਕਿ ਮੋਰਗੇਜ ਦੀ ਰਿਸਪੌਂਸਿਬਿਲਿਟੀ ਉਹ ਆਪ ਲੈਂਦੇ ਨੇ। ਤਾਂ ਅੱਜ ਹੀ ਕੰਟੈਕਟ ਕਰੋ ਵਰਦੀਪ ਢਿੱਲੋਂ ਜੀ ਨੂੰ। ਹੁਣੇ ਕਾਲ ਕਰੋ 6476847000 647 684 7000, ਜਿਨ੍ਹਾਂ ਕੋਲੋਂ ਤੁਸੀਂ $1500 ਤੱਕ ਦਾ ਗਿਫਟ ਲੈ ਸਕਦੇ ਹੋ। ਦੇਖੋ ਜੀ, ਕੱਲ ਤਾਂ ਮੈਂ ਲਊਂਗੀ ਵਰਦੀਪ ਢਿੱਲੋਂ ਹੋਣਾ ਕੋਲੋਂ ਹੀ। रेडियो हमसफर, रेडियो हमसफर।
You're listening to CIRF 1350 AM Brampton, Radio Humsafar. ਯਾਲਾ ਹਬੀਬੀ ਤੇਰੀ ਕੁਰਤੀ ਦੇ ਸ਼ੀਸ਼ੇ ਕੁੜੇ ਨੂਰ ਮਹਿਲੋਂ ਆਏ ਤੇਰੇ ਨਖਰੇ ਨੇ ਜੱਟੀਏ ਨੀ ਕਹਿਰ ਮਚਾਏ ਕਾਲੇ ਰੰਗ ਦਾ ਦੁਪੱਟਾ ਤੇਰਾ ਰੰਗ ਗੋਰਾ ਗੋਰਾ ਤੇਰੀ ਦੇਖ ਕੇ ਸਨੈਪ ਗੱਡੀ ਤੇਰੇ ਸ਼ਹਿਰ ਮੋੜਾ ਮੇਰੇ ਸੁਪਨੇ ਦੇ ਵਿੱਚ ਨੀ ਤੂੰ ਰੋਜ਼ ਗੇੜਾ ਲਾਉਂਦੀ ਮੂੰਹੋਂ ਬੋਲ ਕੇ ਤਾਂ ਦੱਸ ਨੀ ਤੂੰ ਸੱਚੀ ਕੀ ਇਹ ਚਾਹੁੰਦੀ ਤੇਰਾ ਪੇਸ਼ਾ ਕੁੜੇ ਨੈਣਾ ਨਾਲ ਸ਼ਰਾਬੀ ਕਰਨਾ ਗੱਲ ਬਣਦੀ ਦੇ ਵਿੱਚ ਤੂੰ ਖਰਾਬੀ ਕਰਨਾ ਨੀਂਦ ਪਿਆਰ ਦੀ ਜੱਟਾਂ ਦੇ ਮੁੰਡੇ ਨਾਲ ਪੱਕਦੇ ਸਾਂਭ ਰੱਖੂ ਜਿਵੇਂ ਬੇਗਮਾਂ ਨੂੰ ਸਾਂਭਦੇ ਨੇ ਸ਼ੇਖ ਲਾ ਕੇ ਧਿਆਨ ਨਾਲੇ ਅੱਖਰ ਬਰੀਕ ਸੁਣਦਾ ਤੇਰੇ ਬੋਲ ਏਦਾਂ ਸੋਹਣਾ ਜਿੱਦਾਂ ਗੀਤ ਸੁਣਦਾ ਤੇਰੀ ਆਪਣੇ ਹਿਸਾਬ ਨਾਲ ਤਾਰੀਫ ਕਰਦਾ ਕੋਈ ਕਮੀ ਪੇਸ਼ੀ ਦੱਸ ਤਾਂ ਮੈਂ ਠੀਕ ਕਰਦਾ ਠੀਕ ਕਰਦਾ ਠੀਕ ਕਰਦਾ ਮੇਰੀ ਜ਼ਿੰਦਗੀ 'ਚ ਆ ਜਾ ਮੈਂ ਉਡੀਕ ਕਰਦਾ ਮੈਨੂੰ ਨਹੀਂ ਪਸੰਦ ਕਿ ਵਿਆਹ ਕਰਾਂ ਭੱਜ ਕੇ ਕੰਗਣਾ ਏ ਆਇਆ ਤੇਰਾ ਕੁੜੇ ਮੁਲਤਾਨ ਤੋਂ ਕਿੰਨੀ ਤੇਰੀ ਲੋੜ ਮੈਨੂੰ ਪੁੱਛ ਮੇਰੀ ਜਾਨ ਤੋਂ ਤੇਰੀਆਂ ਸਹੇਲੀਆਂ ਵੀ ਫੈਨ ਕਰ ਦੂੰ ਜਿਹੜੀ ਚੀਜ਼ ਨਹੀਂ ਪਸੰਦ ਦੱਸ ਬੈਨ ਕਰ ਦੂੰ ਫੋਟੋ ਤੇਰੇ ਨਾਲ ਕਰਾਣੀ ਹੱਥ ਮੋਢੇ ਧਰ ਕੇ ਐਪ ਲੋਕਰ 'ਚ ਰੱਖੂ ਤੈਨੂੰ ਸੇਵ ਕਰਕੇ ਪ੍ਰਾਈਵੇਸੀ ਲਾ ਕੇ ਰੱਖੂ ਪਿਆਰ ਦੀ ਨਿਸ਼ਾਨੀ ਤੇ ਲੋਕਟ 'ਚ ਲਾਲੀ ਲਿਖਵਾ ਲੈ ਕੁੜੇ ਗਾਨੀ ਤੇ ਪਹਿਲੀ ਵਾਰੀ ਤੱਕਿਆ ਤੂੰ ਆ ਗਈ ਪਸੰਦ ਸੀ ਸੱਚੀ ਤੈਨੂੰ ਦੱਸਾਂ ਮੇਰੀ ਐਦਾਂ ਦੀ ਹੀ ਮੰਗ ਸੀ ਪਿੱਤਲ ਦੇ ਭਾਂਡੇ 'ਚ ਤੂੰ ਕੋਕ ਪੀਣਾ ਗਿੱਜ ਗਈ ਗਿੱਧੇ ਵਿੱਚ ਨੱਚਦੀ ਦੀ ਕੁੜਤੀ ਵੀ ਭਿੱਜ ਗਈ ਕੋਕ ਕੋੜੇ ਲੱਸੀ ਮੈਂ ਪਲਾ ਦਾ ਕਰਦੀ ਦੇਖੀ ਪਤਲਾ ਜਿਹਾ ਲੱਕ ਤੇਰਾ ਰਾਜੀ ਕਰਦੀ ਪਿੰਡ ਮਿੱਤਰਾਂ ਦੇ ਘਰ ਅੱਜ ਜਦ ਮਰਜੀ ਬਸ ਜਾਂਦੀ ਜਾਂਦੀ ਇਸ਼ਕੇ ਦੀ ਹਾਮੀ ਭਰ ਜੀ ਜਾਂਦੀ ਜਾਂਦੀ ਇਸ਼ਕੇ ਦੀ ਹਾਮੀ ਭਰ ਜੀ ਜਾਂਦੀ ਜਾਂਦੀ ਇਸ਼ਕੇ ਦੀ ਹਾਮੀ ਭਰ ਜੀ ਤੇਰੇ ਰੰਗ ਦੀ ਜੋ ਕਰੂੰ ਮੈਂ ਤਾਰੀਫ ਬੱਲੀਏ ਇੰਜ ਲੱਗੇ ਮੈਨੂੰ ਗੀਤ ਹੋ ਜੂ ਲੀਕ ਬੱਲੀਏ ਮੰਗਾ ਤੇਰੀਆਂ ਜੋ ਦੱਸ ਮੈਨੂੰ ਪੂਰੀਆਂ ਕਰਾ ਦੂੰ ਚਾਹੇ ਅੱਜ ਕਹਦੇ ਪਿੰਡ ਤੇਰੇ ਜੰਜ ਲੈ ਕੇ ਆਜੂ ਭਾਵੇਂ ਲੋਕ ਲਾ ਕੇ ਰੱਖੀ ਸਾਡੇ ਦਿਲ ਦੀ ਤਿਜੋਰੀ ਤੇ ਮੈਂਸ਼ਨ ਕਰੂੰਗਾ ਤੈਨੂੰ ਇੰਸਟਾ ਸਟੋਰੀ ਤੇ ਕਾਲਾ ਤਿਲ ਚੰਗਾ ਲੱਗੇ ਤੇਰੀ ਗੱਲ ਗੋਰੀ ਤੇ ਤੇਰਾ ਨਾਮ ਲੱਗੂ ਸਾਡਾ ਦਿਲ ਹੋਇਆ ਚੋਰੀ ਜੇ ਬੀਬਾ ਸੁਣ ਕੇ ਜਰਾ ਉਹ ਅੱਖਾਂ ਤੇਰੀਆਂ ਜੋ ਰਫਲਦ ਨਾਲੀਆਂ ਤੈਨੂੰ ਜੱਜਨ ਪੰਡੋਰਾ ਦੀਆਂ ਵਾਲੀਆਂ ਉਹ ਅੱਖਾਂ ਤੇਰੀਆਂ ਜੋ ਰਫਲਦ ਨਾਲੀਆਂ ਤੈਨੂੰ ਜੱਜਨ ਪੰਡੋਰਾ ਦੀਆਂ ਵਾਲੀਆਂ ਨੀ ਗੱਲ ਖੜੀ ਯਾਰ ਕਾਨੇ ਤੇਰੀ ਹਾਂ ਤੇ ਉਹ ਛੱਲਾ ਚਾਂਦੀ ਦਾ ਉਡੀਕ ਦੀਆਂ ਸਾਲੀਆਂ ਨਾਪ ਕੁੱਟੀ ਦਾ ਅੱਖਾਂ ਨਾਲ ਲੈ ਲਿਆ ਚੰਗੇ ਦਰਜੀ ਤੋਂ ਸ਼ੀਸ਼ੇ ਜੜਵਾਏ ਜਾਣਗੇ नजर गलत मेरी वैसे मैं बंदा गलत नहीं देख के चढ़ी तुझे वैसे मुझे पीने की लत नहीं बस एक सवाल था पूछना कि भोली भाली बातों में आती हो क्या कोई तो दे दो हमें सूचना चाहती हो क्या डायमंड का हार दिला दे रे ओ नंदी के वीरा डायमंड का हार दिला दे रे ओ नंदी के डायमंड का हार दिला दे रे ओ नंदी के वीरा डायमंड का हार दिला दे रे ओ नंदी के हर पल तेरा ही सुरूर सुनिए खिंचे जाए मुझे तेरा नूर सुनिए डायमंड की गल छोड़ दे तू तेरे ले आऊं कोई नूर सुनिए गल उत्ते मेरी करे ना तू शक नहीं आले चेक बुक मित्रा दी रखनी नी मैं तेरे उत्ते मारदा करोड़ तू कर दी डिमांड है बस 10 लाख दी मित्रा ते कहर गुजार गई तू होने लगे कि मैनू भी खबर नहीं मित्रा नु मार गई तू मेरी छड़ दस तेनू क्यों फिकर नहीं कहंदी कोई चक्कर नहीं डायमंड का हार दिला दे रे ओ नंदी के वीरा डायमंड का हार दिला दे रे ओ नंदी के डायमंड का हार दिला दे ओ नंदी के वीरा डायमंड का हार दिला दे हाँ वही वाली बातें करे जो मीठी मीठी लड़की है वैसे बड़ी तीखी तीखी वीडियो बना के फेमस हो गई ऐप चलाए वो टीकी टीकी सीखी सिखाई है मस्का नहीं है मलाई है देर रात हुई घर चल मेरे क्योंकि तू थोड़ी हाई है ये सुबह उठ के बोली वो ज्यादा टेंशन कर नहीं जो हो गया दैट्स ओके छड़ रहन दे कोई चक्कर नहीं कहंदी कोई चक्कर नहीं डायमंड का हार दिला दे वे ओ नंदी के वीरा डायमंड का हार दिला दे वे ओ नंदी के डायमंड का हार दिला दे ओ नंदी के वीरा डायमंड का हार दिला दे ओ नंदी के
ਆਪਣਾ ਘਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਗੱਲ ਕਰਿਓ ਐਕਟਿਸ ਰੀਅਲ ਏਸਟੇਟ ਗਰੁੱਪ ਦੇ ਸਤਿਅਮ ਕਪੂਰ ਤੇ ਪੀਟਰ ਦੇ ਨਾਲ। ਕਿਉਂ? ਕਿਉਂਕਿ ਉਹ ਗਾਰੰਟੀ ਕਰਦੇ ਨੇ ਕਿ ਤੁਹਾਡਾ ਘਰ ਤੁਹਾਨੂੰ ਪਸੰਦ ਆਏਗਾ। 2 ਸਾਲ ਦੀ ਗਾਰੰਟੀ ਦਿੰਦੇ ਨੇ। ਅਗਰ 2 ਸਾਲਾਂ ਵਿੱਚ ਘਰ ਪਸੰਦ ਨਾ ਆਵੇ, ਨੇਬਰਹੁੱਡ ਪਸੰਦ ਨਹੀਂ, ਤਾਂ ਉਹ ਮਾਰਕੀਟ ਵੈਲਿਊ ਤੇ ਬਾਈ ਬੈਕ ਕਰ ਲੈਣਗੇ ਜਾਂ ਫਿਰ ਤੁਹਾਡਾ ਘਰ ਫ੍ਰੀ ਵਿੱਚ ਵੇਚਣਗੇ। ਜਾਨੀ ਸੈਟੀਸਫੈਕਸ਼ਨ ਦੀ ਪੂਰੀ ਗਾਰੰਟੀ। ਸੋ ਜੇ ਘਰ ਲੈਣਾ ਹੈ ਪੁਰਸਕੂਨ ਤਾਂ ਗੱਲ ਕਰੋ ਸਤਿਅਮ ਕਪੂਰ ਤੇ ਪੀਟਰ ਨਾਲ। 6479050571 647 905 0571। पूरे ऑन्टेरियो में लाखों लोगों ने अपना कोविड-19 टीका लगवाया है। स्वास्थ्य कनाडा द्वारा अनुमोदित टीके अस्पतालों, डॉक्टरों के कार्यालयों, फार्मेसियों और सामूहिक टीकाकरण स्थलों में उपलब्ध हैं। अपनी भूमिका निभाएं, अपना टीका लगवाएं। वेबसाइट ontario.ca/book वैक्सीन पर जाएं या फिर 300 भाषाओं में सहायता के लिए 1-888-999-6488 पर कॉल करें। इसके लिए भुगतान ऑन्टेरियो की सरकार द्वारा किया गया। ਬੰਬ ਲੱਗਦੀਆਂ ਤੂੰ ਸੈਟ ਲੱਗਦਾ ਮੈਂ ਤੇਰੇ ਚਿਹਰੇ ਦੇ ਨੂਰ ਮੇਰੀ ਅੱਖਾਂ ਮੂਰੇ ਰਹਿ ਤੂੰ ਤਾਂ ਲੱਗਦੀ ਐ ਸੁਪਰ ਮਾਰੋ and your body shaped like a bottle ਲੱਗਦੀ ਤੂੰ ਆਈਆਂ ਬਾਰੋ got my heart racing full throttle ਤੇਰੇ ਉੱਤੇ ਲਾਇਆ ਜ਼ੋਰ mi amor señorita mi amor ਸੈਟ ਲੱਗਦਾ ਮੈਂ ਤੇਰੇ ਚਿਹਰੇ ਦੇ ਨੂਰ ਮੇਰੀ ਅੱਖਾਂ ਮੂਰੇ ਰਹਿ ਕਿੰਨੇ ਸੋਹਣੇ ਨਖਰੇ ਤੂੰ ਮਾਰਦੀ ਯਾਰਾਂ ਨੂੰ ਤੂੰ ਮਾਰ ਗਈ ਪਿਆਰ ਕਰਨਾ ਕੋਈ ਗੁਨਾਹ ਨਹੀਂ ਪਿਆਰ ਕਰਨਾ ਕੋਈ ਗੁਨਾਹ ਨਹੀਂ ਸਿੱਧੀ ਆ ਗੱਲ baby I'm feeling you you ain't gotta worry about another dude ਬਣ ਜਾ ਰਾਣੀ ਮੇਰੀ ਬਣ ਜਾ maybe we could do what lovers do ਤੇਰੇ ਉੱਤੇ ਲਾਇਆ ਜ਼ੋਰ señorita mi amor ਤੇਰੇ ਉੱਤੇ ਲਾਇਆ ਜ਼ੋਰ ਮੈਂ ਦੱਸ ਕੀ ਕਰਾਂ ਹੋਰ ਮੈਂ ਤੇਰੇ ਉੱਤੇ ਲਾਇਆ ਜ਼ੋਰ ਮੈਂ ਦੱਸ ਕੀ ਕਰਾਂ ਹੋਰ ਮੈਂ कितनी जहरीली है आंखें तेरी लगती सुरीली ये बात तेरी कितनी जहरीली है आंखें तेरी लगती सुरीली ये बात तेरी तेरे उत्ते लाया जोर señorita mi amor तेरे उत्ते लाया जोर मैं दस की करा और मैं तेरे उत्ते लाया जोर मैं दस की करा और मैं ਬੰਬ ਲੱਗਦੀਆਂ ਤੂੰ ਸੈਟ ਲੱਗਦਾ ਮੈਂ ਤੇਰੇ ਚਿਹਰੇ ਦੇ ਨੂਰ ਮੇਰੀ ਅੱਖਾਂ ਮੂਰੇ ਰਹਿ You'll be my love forever.
पर्दा करके ओ सजन साडी रूह नू दर्द ना वंडिया कर तू है रब मेरा रब जानदा है तू है रब मेरा रब जानदा है तेनू हाफिज मान लिया होना बना रख दर ते सर तू है रब मेरा रब जानदा है तू है रब मेरा रब जानदा है मैनू काफिर कह के ना सदया कर मैनू मोड़ दे मैनू मोड़ दे पावें लख वारी मेरे इश्क दा बारता रखिया कर रब जानदा है तू है रब मेरा रब जानदा है तू है रब मेरा केड़ी गल दी तू दस मैनू दित्ती है सजा किता है तू चीट मैनू कीती ना वफा कहरा नाल घुमदा तू विच रही जरूर कला हुणे चीज हो गया इट्स ओवर कला हुणे चीज हो गया इट्स ओवर रावे तू बदल ले इट्स ओवर कला हुणे चीज हो गया इट्स ओवर किथे कुने खबर बेसारिया तेरे हिलारिया ने मत मेरी मारिया किदे नाल किथे कुने खबर बेसारिया तेरे हिलारिया ने मत मेरी मारिया काली काली रातां कटा कली बिना सो कर कला हुणे चीज हो गया इट्स ओवर कला हुणे चीज हो गया इट्स ओवर रावे तू बदल ले इट्स ओवर कला हुणे चीज हो गया इट्स ओवर शिविका तो प्यारा दी गलों च बाह पाउंदा है जिन्ना सी हसा हुणे उन्ना ही रवाउंदा है शिविका तो प्यारा दी गलों च बाह पाउंदा है सुजियां पईयां ने रो रो कला हुणे चीज हो गया इट्स ओवर कला हुणे चीज हो गया इट्स ओवर रावे तू बदल ले इट्स ओवर कला हुणे चीज हो गया इट्स ओवर मुबारक वीरे मैं सुनिया तेरा रिश्ता पक्का हो गया और तू बड़ी टेंशन च बैठा है की गल कुछ नहीं यार ਹੁਣ ਮੈਂ ਤੈਨੂੰ ਕਿਵੇਂ ਦੱਸਾਂ ਬਚਪਨ ਦੀਆਂ ਗਲਤ ਆਦਤਾਂ ਕਾਰਨ ਬੜੀ ਘਬਰਾਹਟ ਜੀ ਹੋ ਰਹੀ ਹੈ ਓਹੋ ਤਾਂ ਇੰਨੀ ਜੀ ਗੱਲ 'ਚ ਘਬਰਾਣਾ ਕਿਉਂ ਹੈ ਸ਼ੂਗਰ ਕਾਰਨ ਹੋਈ ਮਰਦਾਨਾ ਕਮਜ਼ੋਰੀ ਬੇਔਲਾਦ ਜਾਂ ਬਾਂਝਪਨ ਲਾ ਇਲਾਜ ਨਹੀਂ ਹੈ ਇਸ ਦੇ ਸਫਲ ਇਲਾਜ ਲਈ ਅੱਜ ਹੀ ਮਿਲ 40 ਸਾਲਾਂ ਦੇ ਤਜਰਬੇਕਾਰ ਅਤੇ 4 ਪੁਸ਼ਤਾਂ ਦੀ ਸਿੱਖਿਆ ਵਾਲੇ ਡਾਕਟਰ ਦੀਪਕ ਅਮਰ ਜੀ ਨੂੰ ਨਾਲ ਹੀ ਜੋੜਾਂ ਦਾ ਦਰਦ ਤੇ ਨੀਲ ਸ਼ੁਕਰਾਣੂ ਜਾਂ ਕਿਸੇ ਵੀ ਕਿਸਮ ਦੀ ਕਮਜ਼ੋਰੀ ਲਈ ਅੱਜ ਹੀ ਆਓ ਅਮਰ ਦਵਾਖਾਨਾ ਗ੍ਰੀਨ ਮਾਡਲ ਟਾਊਨ ਜਲੰਧਰ ਦਵਾਈ ਮੰਗਾਉਣ ਲਈ ਅੱਜ ਹੀ ਕਾਲ ਜਾਂ WhatsApp ਕਰੋ 9814 29888। इंश्योरेंस की एडें सुन सुन के कान भर जाते हैं। वैसे भी काम से क्रिटिकल इलनेस इंश्योरेंस मिलती है, पर हमको ये नहीं मालूम था कि काम छोड़ने के बाद एक तो प्रीमियम बढ़ जाएगा,
या हमारी इंश्योरेंस ही खत्म हो जाएगी। हमने अमन आहूजा की सलाह लेकर प्राइवेट इंश्योरेंस करवाए। अमन आहूजा 416-816-6100। पूरी लाइफ के लिए पूरी प्रोटेक्शन। ਬਾਹਰੋਂ ਅੱਜ ਆਇਆ ਤੂੰ ਵੇ ਕਿੰਨਿਆਂ ਸਾਲਾਂ ਤੋਂ ਜਾਣੂ ਤੈਨੂੰ ਕਰਵਾਉਣਾ ਮੈਂ ਆਪਣੇ ਹਾਲਾਂ ਤੋਂ ਕੁਝ ਵੀ ਬਣਨਾ ਨਹੀਂ ਜੋਬ ਇਹ ਕਰ ਕਰਕੇ ਤੰਗ ਹਾਂ ਆ ਗਿਆ ਮੈਂ ਇਹਨਾਂ ਖਿਆਲਾਂ ਤੋਂ ਟੈਨਸ਼ਨਾਂ ਅੱਜ ਭੁੱਲ ਕੇ ਨਜ਼ਾਰੇ ਲੈਨੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ਜੋ ਦਿਲ ਵਿੱਚ ਦੱਬ ਰੱਖੀਆਂ ਗੱਲਾਂ ਅੱਜ ਕਹਿੰਦੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ਚੰਗਾ ਸੀ ਕਾਲਜ ਜਦੋਂ ਪੜ੍ਹਦੇ ਸੀ ਜਾ ਕੇ ਲੈਣ ਲਈ ਮੋੜਾਂ ਤੇ ਖੜਦੇ ਸੀ ਨਾਲ ਤਾਂ ਜ਼ਿੰਦਗੀ ਦੇ ਜੰਗ ਅੱਜ ਜਾਰੀ ਹੈ ਉਦੋਂ ਜੰਗ ਵੱਖਰੀ ਸੀ ਯਾਰਾਂ ਲਈ ਲੜਦੇ ਸੀ ਆ ਜਾ ਅੱਜ ਫੇਰ ਉੱਥੇ ਦਾਖਲਾ ਲੈਨੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ਜੋ ਦਿਲ ਵਿੱਚ ਦੱਬ ਰੱਖੀਆਂ ਗੱਲਾਂ ਅੱਜ ਕਹਿੰਦੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ਇਕੱਠੇ ਹੁੰਦੇ ਸੀ ਯਾਦ ਹੈ ਏਕਾਓ ਵੈਰੀ ਦੇ ਕੰਨਾਂ ਨੂੰ ਝਾੜਿਆ ਸੇਕਾਓ ਸ਼ਾਮ ਨਾ ਹੋਣ ਦਿੰਦੇ ਬੋਤਲਾਂ ਖੁੱਲਦੀਆਂ ਸੀ 21 ਦੇ ਮੋੜ ਉੱਤੇ ਯਾਦ ਹੈ ਠੇਕਾਓ ਆ ਜਾ ਅੱਜ ਉੱਥੋਂ ਹੀ ਬੋਤਲ ਇੱਕ ਲੈਨੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ਜੋ ਦਿਲ ਵਿੱਚ ਦੱਬ ਰੱਖੀਆਂ ਗੱਲਾਂ ਅੱਜ ਕਹਿੰਦੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ਫੇਰ ਉਹੀ ਗਰਾਰੀ ਡਾਉਣੀ ਐ ਤੂੰ ਸਾਈਡ ਤੇ ਬਹਿ ਜਾਵੀਂ ਮੈਂ ਕਾਰ ਚਲਾਉਣੀ ਐ ਖੁਸ਼ਵਿੰਦਰ ਬਰਾੜ ਨੂੰ ਵੀ ਜਾਂਦੇ ਹੋਏ ਚੱਕ ਲਾਂਗੇ ਵਿੱਚ ਪਹਾੜਾਂ ਦੇ ਮਹਿਫਲ ਅੱਜ ਲਾਉਣੀ ਐ ਉਹਨਾਂ ਹੀ ਰਾਵਾਂ ਤੇ ਫੇਰ ਅੱਜ ਪੈਨੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ਜੋ ਦਿਲ ਵਿੱਚ ਦੱਬ ਰੱਖੀਆਂ ਗੱਲਾਂ ਅੱਜ ਕਹਿੰਦੇ ਆ ਜਿਗਰੀਆ ਯਾਰਾ ਵੇ ਆ ਜਾ ਅੱਜ ਬੈਨੇ ਆ ये सूरज से भी कह दो कि अपनी आग बुझा के करे ये सूरज से भी कह दो कि अपनी आग बुझा के करे अगर उससे बातें करनी है तो फिर नजर झुका के करे तो फिर नजर झुका के करे तारे उसके हाथ में होने ही चाहिए जुगनू उसके साथ में सोने ही चाहिए ओ खुशबू से उसकी सिफारिश की जाए ओ खुशबू से उसकी सिफारिश की जाए ऐ खुदा तू बोल दे तेरे बादलों को खुदा तू बोल दे तेरे बादलों को मेरा यार हंस
हंस रहा है बारिश की जाए, यार हंस रहा है बारिश की जाए। ये सूरज से भी कह दो कि अपनी आग बुझा के करे, अगर उससे बातें हैं करनी तो नजर झुका के करे। ओ ये सूरज से भी कह दो अपनी आग बुझा के करे, अगर उससे बातें करनी है तो नजर झुका के करे। मोहब्बत जानी की पूरी ख्वाहिश की जाए, मोहब्बत जानी की पूरी ख्वाहिश की जाए, ख्वाहिश की जाए। ऐ खुदा तू बोल दे तेरे बादलों को, खुदा तू बोल दे तेरे बादलों को, मेरा यार हंस रहा है बारिश की जाए, यार हंस रहा है बारिश की जाए। आशिक हो जाने में कितना वक्त लगता है, रब के घर में आने में कितना वक्त लगता है। देखा उसे तो ये मालूम हुआ कि जन्नत को पाने में कितना वक्त लगता है। ये